आवाज़ ज़्यादा नहीं। वाहिगुरु साहिब जीओ। सतनाम श्री वाहिगुरु जी। ठीक है, बस इन्नी घट तो घट और घटा दे। वाहिगुरु जी तो थोड़ी ਵਧਾਉਣੀ। वाहिगुरु साहिब जीओ थोड़ी ਵਧਾ ਗੂੰਜ ਮਾੜੀ ਜਿਹੀ ਮੇਰੇ ਤੱਕ ਆਵੇ 50 ਤੇ ਲੈ ਜਾਣਾ। ਵਾਹਿਗੁਰੂ ਜੀ ਹੁਣ ਠੀਕ ਹੈ। ਇੱਥੇ ਕਹਿੰਦੇ ਆ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਵਾਹਿਗੁਰੂ ਜੀ ਗੌੜੀ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ। ਚਲਤ ਰਚਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬਉਰਾ ਰੇ। ਅੰਕ ਸਹਿਓ ਸੀਸ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ। ਚਲਤ ਰਚਿਓ ਜਗਦੀਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦੇ ਗੌੜੀ ਰਾਗ ਦੇ ਵਿੱਚੋਂ 57ਵਾਂ ਸ਼ਬਦ 335 ਅੰਗ ਤੋਂ ਪ੍ਰਾਰੰਭ ਹੁੰਦਾ। ਸੋ ਹੁਣ ਕਬੀਰ ਜੀ ਥੋੜ੍ਹਾ ਜਿਹਾ ਤਾੜ ਕੇ ਉਪਦੇਸ਼ ਕਰਦੇ ਹਨ ਸਖਤੀ ਦੇ ਨਾਲ। ਗੌੜੀ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ। ਚਲਤ ਰਚਿਓ ਜਗਦੀਸ਼। ਮਨ ਬਉਰਾ ਰੇ ਇੱਥੇ ਹੀ ਵਿਸ਼ਰਾਮ ਆਉਣੇ ਸਾਰੇ।
ਕਹਿੰਦੇ ਹੇ ਮੇਰਿਆ ਝੱਲਿਆ ਮਨਾ, ਬੌਲਿਆ ਮਨਾ, ਦੇਖ ਤੈਨੂੰ ਦਸੀਏ ਬਈ ਕਾਲਬੂਤ ਹੁੰਦਾ ਕਾਗਜ਼ਾਂ ਦੀ ਹਸਤਨੀ ਹੱਥਨੀ ਵਾਂਗੂ। ਇਹ ਸੰਸਾਰ ਦਾ ਕੌਤਕ ਨਿਰੰਕਾਰ ਨੇ ਰਚਨਾ ਕੀਤਾ ਹੈ। ਕਾਮ ਸਵਾਏ ਗਜ ਬਸ ਪਰੇ, ਮਨ ਬੌਰਾਰੇ ਅੰਕਸ ਸਹਿਓ ਸੀਸ। ਕਹਿੰਦੇ ਮਨ ਬੌਰਾਰੇ, ਝੱਲਿਆ ਮਨਾ, ਬੌਲਿਆ, ਕਹਿੰਦੇ ਉਹ ਕਿਵੇਂ ਜੀ? ਕਾਗਜ਼ਾਂ ਦੀ ਹੱਥਨੀ ਵਾਂਗੂ। ਕਹਿੰਦੇ ਜਿਵੇਂ ਹਾਥੀ ਕਾਮ ਦੇ ਸਵਾਦ ਕਰਕੇ ਟੋਏ ਵਿੱਚ ਡਿੱਗ ਕੇ ਵਸੀਕਾਰ ਹੋ ਜਾਂਦਾ। ਉਹ ਕਿਵੇਂ? ਜਿਵੇਂ ਸ਼ਿਕਾਰੀ ਜੰਗਲ ਦੇ ਵਿੱਚ ਬੜਾ ਡੂੰਘਾ ਵੱਡਾ ਸਾਰਾ ਟੋਆ ਪੱਟ ਕੇ ਸੋ ਉਹਦੇ ਉੱਤੇ ਬਰੀਕ ਬਰੀਕ ਲੱਕੜੀਆਂ ਜੀਆਂ ਛਿਟੀਆਂ ਰੱਖ ਕੇ ਉਹਦੇ ਉੱਤੇ ਘਾਹ ਪਾ ਦਿੰਦੇ ਨੇ। ਘਾਹ ਦੇ ਉੱਤੇ ਇੱਕ ਨਕਲੀ ਹੱਥਣੀ ਬਣਾ ਕੇ ਕਾਗਜ਼ਾਂ ਦੀ ਖੜੀ ਕਰ ਦਿੰਦੇ ਨੇ। ਹਾਥੀ ਕਿਉਂਕਿ ਜਾਨਵਰ ਕਾਮੀ ਬਹੁਤ ਮੰਨਿਆ, ਕਾਮ ਦੇ ਵਸੀਕਾਰ ਹੋ ਕੇ ਉਹ ਹੱਥਣੀ ਵੱਲ ਨੂੰ ਭੱਜਦਾ। ਸੋ ਜਦੋਂ ਉੱਥੇ ਆਉਂਦਾ ਤਾਂ ਛਿਟੀਆਂ ਜਿਹੀਆਂ ਟੁੱਟ ਕੇ ਉਹ ਸਿੱਧਾ ਟੋਏ 'ਚ ਜਾ ਡਿੱਗਦਾ। ਫਿਰ ਉਹਨੂੰ ਵਸੀਕਾਰ ਕਰਕੇ ਮੁਹਾਵਤ ਉਹਦੇ ਸਿਰ ਤੇ ਕੁੰਡਾ ਰੱਖ ਕੇ ਸਾਰੀ ਜ਼ਿੰਦਗੀ ਉਹ ਤੋਂ ਕੰਮ ਲੈਂਦਾ। ਕਹਿੰਦੇ ਇਸੇ ਪ੍ਰਕਾਰ ਇਹ ਬੰਦਿਆ ਤੂੰ ਵੀ ਫਸਿਆ ਹੋਇਆ, ਸਾਰੀ ਉਮਰ ਸਿਰ ਦੇ ਉੱਤੇ ਅੰਕਸ ਕੁੰਡੇ ਸਹਾਰਦਾ ਹਾਥੀ। ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਮੋਹ ਦੇ ਖਾਤੇ ਵਿੱਚ ਪਿਆ ਹੋਇਆ, ਸਾਰੀ ਉਮਰ ਬੋਲ ਕਬੋਲ ਦੇ ਕੁੰਡੇ ਸਹਾਰਦਾ ਹੈ। ਸੋ ਮੋਹ ਦੇ ਜਿਹੜੇ ਟੋਏ 'ਚ ਡਿੱਗ ਪਿਆ ਹੈ। ਇਹ ਵੀ ਇਸ ਪ੍ਰਕਾਰ ਕਾਲਬੂਤ ਕੀ ਹਥਨੀ ਦੀ ਬਨਾਵਟੀ ਦੇਹ ਵਾਂਗੂ ਇਹ ਸੋ ਇਸਤਰੀ ਰੂਪ ਕੌਤਕ ਪਰਮਾਤਮਾ ਨੇ ਰਚਿਆ ਹੋਇਆ ਜੀਵ ਦੇ ਲਈ। ਸੋ ਜੀਵ ਰੂਪ ਹਾਥੀ ਵਿਸ਼ੇ ਸਵਾਦ ਲੈਣ ਵਾਸਤੇ ਔਰਤਾਂ ਦੇ ਪਿੱਛੇ ਇਹ ਗ੍ਰਸਥ ਰੂਪ ਟੋਏ ਵਿੱਚ ਡਿੱਗ ਪੈਂਦਾ ਤੇ ਸਾਰੀ ਉਮਰ ਔਰਤ ਦੇ ਬੋਲੀ ਕਬੋਲੀ ਰੂਪ ਕੁੰਡੇ ਨੂੰ ਸਹਾਰਦਾ। 336 ਅੰਗ ਤੇ ਅਗਲੀ ਪੰਕਤੀ ਹੈ, ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾਰੇ। ਬੌਰਾਰੇ ਤੋਂ ਭਾਵ ਝੱਲਿਆ ਮਨਾ, ਆਪਣੇ ਦਿਲ ਵਿੱਚ ਸਮਝ ਕੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਵਾਹਿਗੁਰੂ ਨਾਮ ਦੇ ਸਿਮਰਨ ਕਰਨ ਵਿੱਚ ਰਚਿਆ। ਹਰੀ ਹਰੀ ਜਪਿਆ ਕਰ, ਨਿਰਭਉ ਹੋਏ ਨਾ ਹਰ ਭਜੇ, ਮਨ ਬੌਰਾਰੇ ਗਹਿਓ ਨਾ ਰਾਮ ਜਹਾਜ ਰਹਾਓ। ਕਹਿੰਦੇ ਝੱਲਿਆ ਮਨਾ, ਸੰਸਾਰ ਵੱਲੋਂ ਬੇਖੌਫ ਹੋ ਕੇ ਤੂੰ ਹਰੀ ਨਾਮ ਨੂੰ ਕਿਉਂ ਨਹੀਂ ਜਪਦਾ ਅਤੇ ਨਾ ਹੀ ਤੂੰ ਆਰਾਮ ਨਾਮ ਰੂਪੀ ਜਹਾਜ਼ ਨੂੰ ਫੜਨਾ ਕੀਤਾ ਹੈ। ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੂੰ ਹਰੀ ਦਾ ਚਿੰਤਨ ਕਰ ਰਹਾਓ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਕਈ ਲੋਕ ਪ੍ਰਸ਼ਨ ਕਰਦੇ ਜਹਾਜ਼ ਦਾ ਨਾਮ ਬਾਣੀ 'ਚ ਕਿੱਥੇ ਆ ਗਿਆ? ਆਹ ਦੇਖੋ ਇੱਥੇ ਆਇਆ ਹੋਇਆ, ਗਹਿਓ ਨਾ ਰਾਮ ਜਹਾਜ਼, ਵਾਹਿਗੁਰੂ ਨਾਮ ਜਹਾਜ਼ ਹੈ। ਇਹ ਜਹਾਜ਼ ਪੁਰਾਣਾ ਹੀ ਅੱਖਰ ਆ। ਸੋ ਕਿਉਂਕਿ ਜਹਾਜ਼ ਜਿਹੜਾ ਹੁੰਦਾ ਉਹ ਸਮੁੰਦਰ 'ਤੇ ਚੱਲਣ ਵਾਲਾ ਵੀ ਹੁੰਦਾ, ਸਮੁੰਦਰੀ ਜਹਾਜ਼, ਹਵਾਈ ਜਹਾਜ਼। ਸੋ ਹਵਾ ਚੱਲਣ ਵਾਲਾ ਇੱਕ ਰੇਗਿਸਤਾਨ ਦਾ ਜਹਾਜ਼, ਜਿਵੇਂ ਊਠ ਨੂੰ ਕਹਿੰਦੇ ਨੇ। ਕਹਿੰਦੇ ਤੂੰ ਸਾਰੀ ਜ਼ਿੰਦਗੀ ਵਾਹਿਗੁਰੂ ਨਾਮ ਜਹਾਜ਼ ਤੇ ਚੜ੍ਹਿਆ ਹੀ ਨਹੀਂ, ਚੜ੍ਹੇ ਸੋ ਉਤਰੇ ਪਾਰ। ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੂੰ ਹਰੀ ਦਾ ਚਿੰਤਨ ਕਰਿਆ ਕਰ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾਰੇ, ਲੀਨੀ ਹਾਥ ਪਸਾਰੇ। ਕਹਿੰਦੇ ਝੱਲੇ ਮਨ, ਜਿਵੇਂ ਮਰਕਟ ਹੁੰਦਾ ਬਾਂਦਰ। ਬਾਂਦਰ ਨੇ ਕਲੰਦਰ ਦੀ ਘੜੀ ਵਿੱਚੋਂ, ਭਾਵ ਜਿਹੜਾ ਕਲੰਦਰ ਹੁੰਦਾ ਮਦਾਰੀ, ਮਦਾਰੀ ਦੀ ਘੜੀ ਹੁੰਦੀ ਆ। ਜੇ ਇੱਥੇ ਉਹ ਘੜੀ ਨਹੀਂ ਟਾਈਮ ਵਾਲੀ ਨਹੀਂ, ਘੜਾ ਹੁੰਦਾ ਵੱਡਾ, ਘੜੀ ਛੋਟੀ ਜਿਹੀ ਕੁੱਜੀ ਹੁੰਦੀ ਆ ਮਿੱਟੀ ਦੀ ਬਣੀ ਹੋਈ। ਉਹਦੇ ਵਿੱਚੋਂ ਛੋਲਿਆਂ ਦੀ ਮੁੱਠੀ ਹੱਥ ਪਸਾਰ ਕੇ ਭਰ ਲਈ। ਛੂਟਨ ਕੋ ਸਹਸਾ ਪਰਿਆ ਮਨ ਬੌਰਾਰੇ, ਨਾਚਿਓ ਘਰ ਘਰ ਬਾਰ। ਕਹਿੰਦੇ ਝੱਲੇ ਮਨ, ਪਰ ਜਦੋਂ ਮਦਾਰੀ ਨੇ ਆ ਕੇ ਸਿਰੋਂ ਫੜ ਲੈਂਦਾ, ਮਦਾਰੀ ਜਦੋਂ ਸਿਰੋਂ ਫੜ ਲਿਆ ਤੈਨੂੰ, ਤਾਂ ਫਿਰ ਛੁਟਕਾਰੇ ਦਾ ਸੰਸਾ ਪੈ ਜਾਂਦਾ। ਤੇ
ਘਰਾਂ ਘਰਾਂ ਦੇ ਹੁੰਦਾ ਬਾਰ ਹੁੰਦੇ ਦਰਵਾਜ਼ੇ, ਦਰਵਾਜ਼ਿਆਂ ਦੇ ਅੱਗੇ ਨੱਚਦਾ ਟੱਪਦਾ। ਸੋ ਭਾਈ ਗੁਰਦਾਸ ਜੀ ਨੇ 32ਵੀਂ ਵਾਰ ਦੇ ਵਿੱਚ ਵੀ ਲਿਖਿਆ, ਬਾਂਦਰ ਮੁੱਠ ਨਾ ਛੱਡਈ, ਘਰ ਘਰ ਨੱਚੈ ਝੀਕਣ ਝੀਕੈ। ਸੋ ਇਸ ਤਰ੍ਹਾਂ ਹੀ ਇਹ ਜੀਵ ਰੂਪੀ ਬਾਂਦਰ ਨੇ ਇਸਤਰੀ ਰੂਪੀ ਘੜੀ ਵਿੱਚੋਂ ਵਿਸ਼ੇ ਵਿਕਾਰ ਰੂਪੀ ਛੋਲਿਆਂ ਦੀ ਮੁੱਠੀ ਮਨ ਅਤੇ ਬੁੱਧੀ ਰੂਪੀ ਹੱਥ ਪਸਾਰ ਕੇ ਲੈਣਾ ਕੀਤੀ ਹੈ। ਪਰ ਜਦੋਂ ਜਮ ਰੂਪ ਕਲੰਦਰ ਨੇ ਆ ਕੇ ਫੜ ਲਿਆ ਤਾਂ ਫਿਰ ਇਸ ਜੀਵ ਰੂਪ ਬਾਂਦਰ ਨੂੰ ਛੁਟਕਾਰੇ ਦਾ ਸੰਸਾ ਫਿਕਰ ਪੈ ਜਾਣਾ। 84 ਲੱਖ ਜੂਨੀਆਂ ਰੂਪੀ ਘਰਾਂ ਘਰਾਂ ਦੇ ਦਰਵਾਜ਼ੇ ਦਰਵਾਜ਼ੇ ਉੱਤੇ ਨੱਚਦਾ ਫਿਰਦਾ। ਹੁੰਦਾ ਇਸ ਤਰ੍ਹਾਂ ਵੀ ਸ਼ਿਕਾਰੀ ਜੰਗਲ ਵਿੱਚ ਜਾਂਦੇ ਨੇ, ਛੋਟੀ ਜੀ ਮਿੱਟੀ ਦੀ ਇੱਕ ਕੁੱਜੀ ਜੀ ਲੈ ਕੇ ਉਹ 'ਚ ਹੁੰਦੀ, ਉੱਤੋਂ ਮੂੰਹ ਦਾ ਤੰਗ ਹੁੰਦਾ, ਟੋਆ ਪੱਟ ਕੇ ਛੋਟਾ ਜਿਹਾ ਉਹਦੇ 'ਚ ਕੁੱਜੀ ਦੱਬ ਕੇ ਉਹਦਾ ਮੂੰਹ ਧਰਤੀ ਦੇ ਪੈਰਲਲ ਕਰਕੇ ਉਹਦੇ ਵਿੱਚ ਜਦੋਂ ਬਾਂਦਰ ਦੇਖਦੇ ਹੋਣ ਤਾਂ ਉਸ ਵਕਤ ਛੋਲੇ ਪਾ ਦਿੰਦੇ ਨੇ। ਸੋ ਜਦੋਂ ਛੋਲੇ ਉਹਨੂੰ ਦਿਖਾ ਕੇ ਪਾਉਂਦੇ ਨੇ ਤਾਂ ਉਹ ਫਿਰ ਬਾਂਦਰ ਦੇਖਦਾ, ਸ਼ਿਕਾਰੀ ਆਪ ਜਾਣ ਕੇ ਪਰੇ ਚਲਿਆ ਜਾਂਦਾ, ਓਹਲੇ ਜਿਹੇ ਹੋ ਕੇ। ਬਾਂਦਰ ਹੌਲੀ ਹੌਲੀ ਅੱਗੇ ਨੂੰ ਵੱਧਦਾ ਹੈ। ਉਹ ਬਾਂਦਰ ਦੀ ਜਿਹੜੀ ਹੱਥ ਹੁੰਦਾ ਹੈ ਉਹ ਪਤਲਾ ਹੁੰਦਾ। ਸੋ ਬਾਂਦਰ ਦਾ ਹੱਥ ਪਤਲਾ ਹੋਣ ਕਰਕੇ ਐਂ ਸਿੱਧਾ ਪੈ ਜਾਂਦਾ ਹੈ। ਛੋਲਿਆਂ ਦੀ ਜਦੋਂ ਮੁੱਠੀ ਭਰਦੇ ਤਾਂ ਉਹ ਚੌੜੀ ਹੋ ਜਾਂਦੀ ਮੁੱਠੀ। ਫਿਰ ਉਹ ਜਦੋਂ ਖਿੱਚਦਾ ਉਹਦਾ ਕੁੱਜੀ ਦਾ ਮੂੰਹ ਪਤਲਾ ਹੋਣ ਕਰਕੇ ਉਹ ਐਂ ਖਿੱਚਦਾ, ਫਿਰ ਹੱਥ ਨਿਕਲਦਾ ਨਹੀਂ, ਛੋਲਿਆਂ ਨੂੰ ਉਹ ਛੱਡਦਾ ਨਹੀਂ। ਜੇ ਤਾਂ ਸਿਆਣਾ ਹੋਵੇ ਛੋਲੇ ਛੱਡ ਕੇ ਦੌੜ ਜੇ। ਸ਼ਿਕਾਰੀ ਫਿਰ ਇਸ ਉਹਦੀ ਮਜਬੂਰੀ ਦਾ ਫਾਇਦਾ ਉਠਾਉਂਦਾ, ਉਹਨੂੰ ਆ ਕੇ ਫੜ ਕੇ ਕਾਬੂ ਕਰ ਲੈਂਦਾ, ਜਾਲ 'ਚ ਪਾ ਕੇ ਜਾਂ ਪਿੰਜਰੇ 'ਚ ਪਾ ਕੇ ਫਿਰ ਘਰੇ ਲਿਜਾ ਕੇ ਉਹਨੂੰ ਫਿਰ ਚੰਗੀ ਟ੍ਰੇਨਿੰਗ ਦੇ ਕੇ ਨੱਚਣਾ ਟੱਪਣਾ ਸਭ ਸਿਖਾ ਕੇ। ਸੋ ਇਸ ਤਰ੍ਹਾਂ ਘਰ ਘਰ ਨਚਾਉਂਦਾ ਲਿਜਾ ਕੇ ਤੇ ਫਿਰ ਪੈਸੇ ਇਕੱਠੇ ਕਰਕੇ ਉਹਦੀ ਰੋਜੀ ਰੋਟੀ ਥੋੜ੍ਹਾ ਬਹੁਤ ਬਾਂਦਰ ਨੂੰ ਦੇਤਾ ਖਾਣ ਨੂੰ, ਬਹੁਤ ਆਪ ਖਾ ਲਿਆ। ਮਹਾਰਾਜ ਜੀ ਕਹਿੰਦੇ ਨੇ ਇਸ ਪ੍ਰਕਾਰ ਜਿਹੜੇ ਸੰਸਾਰ ਦੇ ਪਦਾਰਥ ਨੇ, ਮਾਇਆ ਹੈ, ਇਹ ਬੰਦਾ ਜਦੋਂ ਇਹਨਾਂ ਦੀ ਪ੍ਰਾਪਤੀ ਕਰਦਾ ਉਦੋਂ ਤਾਂ ਸੌਖਾ ਹੀ ਪ੍ਰਵਿਰਤ ਹੋ ਜਾਂਦਾ, ਵਿੱਚ ਮੁੜ ਕੇ ਛੱਡਣਾ ਬਹੁਤ ਔਖਾ ਹੁੰਦਾ। ਘਰ ਬਣਾ ਲੈਣਾ ਸੌਖਾ, ਫਿਰ ਛੱਡਣਾ ਔਖਾ ਹੈ। ਪਦਾਰਥ ਬਣਾਉਣੇ ਸੌਖੇ ਨੇ, ਛੱਡਣੇ ਔਖੇ ਨੇ। ਤੀਸਰਾ ਪ੍ਰਮਾਣ ਦਿੰਦਿਆਂ ਫਰਮਾਉਂਦੇ ਨੇ, ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾਰੇ, ਮਾਇਆ ਇਹੋ ਵਿਵਹਾਰ। ਬਉਰਾਰੇ ਮਨ ਬਉਰਾਰੇ ਸੁਣ, ਬੌਲਿਆ ਸੁਣ। ਜਿਵੇਂ ਸੂਅਟਾ ਹੁੰਦਾ ਨਾ ਤੋਤਾ, ਉਹ ਭਰਮ ਕਰਕੇ ਨਲਨੀ ਨੂੰ ਫੜਦਾ ਤੇ ਨਾਲ ਹੀ ਆ ਫਸ ਜਾਂਦਾ। ਤੋਤੇ ਦੇ ਫੜਨ ਵਾਲੇ ਪੁਰਸ਼ ਦੋ ਲੱਕੜਾਂ ਪੈਰਲਲ ਐ ਜ਼ਮੀਨ 'ਚ ਗੱਡ ਦਿੰਦੇ ਨੇ। ਗੱਡ ਕੇ ਵਿੱਚ ਇੱਕ ਲੰਬੀ ਰਾੜ ਹੁੰਦੀ ਆ ਸੂਏ ਵਿੱਚ, ਜੋ ਨਲਕੀ ਹੁੰਦੀ ਆ ਅੰਦਰੋਂ ਖੋਖਲੀ, ਉਹਦੇ ਉੱਤੇ ਚੜ੍ਹਾ ਦਿੰਦੇ ਨੇ ਪਰੋ ਕੇ, ਤੇ ਹੇਠਾਂ ਪਾਣੀ ਦੀ ਇੱਕ ਬਰਤਨ ਭਰ ਕੇ ਰੱਖ ਦਿੰਦੇ ਨੇ, ਜਿਵੇਂ ਤਸਲਾ ਕਹਿ ਲਓ ਜਾਂ ਕੋਈ ਠੂਠੀ ਜੀ ਕਹਿ ਲਓ, ਪਾਣੀ ਦੀ ਕੌਲਾ ਕਹਿ ਲਓ। ਜਦ ਉਹ ਨਲਨੀ ਉੱਤੇ ਆ ਕੇ ਇਹ ਤੋਤਾ ਬੈਠਦਾ ਪੰਜੇ ਪਾ ਕੇ, ਉਹ ਨਲਨੀ ਹੁੰਦੀ ਅੰਦਰੋਂ ਖੋਖਲੀ ਤੇ ਉਹ ਐਂ ਘੁੰਮ ਜਾਂਦੀ ਹੈ, ਤੋਤਾ ਪੁੱਠਾ ਹੋ ਜਾਂਦਾ ਤੇ ਤੋਤਾ ਪੁੱਠਾ ਲਟਕ ਜਾਂਦਾ ਨੀਚੇ। ਉਸ ਨੂੰ ਉਹ ਜਿਹੜਾ ਪਾਣੀ ਖੜਾ ਹੁੰਦਾ ਐਂ ਲੱਗਦਾ ਬੜੀ ਵੱਡੀ ਨਦੀ ਹੈ, ਕਿਉਂਕਿ ਪੁੱਠੇ ਲਟਕੇ ਨੂੰ ਤਸਲਾ ਹੀ ਨਦੀ ਲੱਗਦਾ। ਐਡਾ ਕੁ ਭਾਂਡਾ, ਇੰਨੀ ਚੌੜੀ ਦੂਰੀ ਤੇ ਲੱਕੜੀਆਂ ਰੱਖ ਕੇ ਜੇ ਐਂ ਤੱਕਲਾ ਜਿਹਾ ਪਾ ਕੇ ਉਹਦੇ ਉੱਤੇ ਖੋਲ ਜੇ ਵਾਲੀ ਐਂ ਚੀਜ਼ ਪਾ ਦਿੰਦੇ ਨੇ, ਉਹ ਘੁੰਮ ਜਾਂਦੀ ਹੈ। ਤੇ ਉਹ ਜਦੋਂ ਉੱਤੇ ਆਉਂਦਾ ਤੇ ਪੁੱਠਾ ਲਟਕਦਾ, ਉਹਨੂੰ ਥੱਲੇ ਵਾਲੀ ਚੀਜ਼ ਐਂਦੀ ਬੜਾ ਪਾਣੀ ਖੜਾ, ਬੜੀ ਤਕੜੀ ਨਦੀ ਹੈ, ਜੇ ਮੈਂ ਛੱਡਤਾ ਮੈਂ ਵਿੱਚ ਡੁੱਬ ਜਾਊਂਗਾ। ਇਹ ਉਹਨੂੰ ਭੁਲੇਖਾ ਹੁੰਦਾ ਤੇ ਨਲਨੀ ਫਿਰ ਜਾਂਦੀ, ਘੁੰਮ ਜਾਂਦੀ, ਤੋਤਾ ਪੁੱਠਾ ਲਟਕ ਜਾਂਦਾ। ਉਹਨੂੰ ਇਉਂ ਪ੍ਰਤੀਤ ਹੁੰਦਾ ਕਿ ਨਦੀ ਹੈ, ਸਮਝਦਾ ਮੈਂ ਫਿਰ ਛੱਡ ਦਿਆਂਗਾ ਤਾਂ ਡੁੱਬ ਜਾਵਾਂਗਾ। ਫਿਰ ਇੰਨੇ ਨੂੰ ਫੜਨ ਵਾਲੇ ਸ਼ਿਕਾਰੀ ਵੀ ਤਕੜੇ ਹੁੰਦੇ, ਉਹ ਆ ਕੇ ਫੜ ਲੈਂਦੇ ਨੇ। ਕਹਿੰਦੇ ਐਵੇਂ ਜੀਵ ਰੂਪ ਤੋਤਾ ਮਾਇਆ ਵਿੱਚ ਫਸਿਆ ਹੋਇਆ ਸਾਰੀ ਉਮਰ ਦੁੱਖ ਸਹਾਰਦਾ ਰਹਿੰਦਾ। ਕਹਿੰਦੇ ਝੱਲੇ ਪੁਰਸ਼ਾ, ਮਾਇਆ ਦਾ ਵੀ ਇਸੇ ਤਰ੍ਹਾਂ ਵਿਹਾਰ ਹੈ। ਇਹ ਜੀਵ ਰੂਪ ਜਿਹੜਾ ਤੋਤਾ ਭਰਮ ਕੇ ਮਾਇਆ ਨੂੰ ਆਪ ਫੜੀ ਬੈਠਾ ਤੇ ਮੂੰਹੋਂ ਆਖਦਾ ਕਿ ਮੈਨੂੰ ਮਾਇਆ ਨੇ ਫੜਿਆ ਹੋਇਆ। ਇਹ ਗੱਲ ਸਮਝਣ ਦੀ ਲੋੜ ਹੈ। ਤੇ ਮਾਇਆ ਨੇ ਨਹੀਂ ਤੈਨੂੰ ਫੜਿਆ, ਤੂੰ ਹੀ ਇਹਨੂੰ ਫੜਿਆ, ਤੂੰ ਛੱਡ ਦੇ, ਹੁਣ ਛੱਡਣੀ ਹੁੰਦੀ ਇਹ ਤੋਂ। ਜੈਸਾ ਰੰਗ ਕਸੁੰਭ ਕਾ ਮਨ ਬਉਰਾਰੇ, ਤਿਉਂ ਪਸਰਿਓ ਪਾਸਾਰ।
ਪੱਪੇ ਕੰਨਾ ਆ ਸਾ ਰੋ, ਰਾਰੇ ਔਂਕੜ ਰੋ। ਜੇ ਰਾਰੇ ਨੂੰ ਔਂਕੜ ਨਾ ਬੋਲੀਏ ਫਿਰ ਹੁੰਦਾ ਰ ਤੇ ਰੋ। ਬਹੁਤ ਸੂਖਮ ਆਵਾਜ਼ ਹੁੰਦੀ ਹੈ। ਸੋ ਸੰਥਿਆ ਵੇਲੇ ਅਸੀਂ ਜ਼ਿਆਦਾ ਬੁਲਵਾਉਂਦੇ ਹਾਂ ਪਾਸਾਰੋ, ਇਉਂ ਬੋਲ। ਮੰਤਰੋ, ਜਿਵੇਂ ਭਗਤ ਜਸਵੰਤ ਸਿੰਘ ਜੀ ਦੌਧਰ ਵਾਲੇ ਜੋ ਹੁਣ ਇੱਧਰ ਕੈਨੇਡਾ 'ਚ ਰਹਿੰਦੇ ਨੇ, ਉਹ ਸਾਡੇ ਸੰਥਿਆ ਦੇ ਉਸਤਾਦ ਆ। ਉਹਨਾਂ ਨੇ ਇੰਟਰਨੈਟ 'ਤੇ ਵੀ ਕਾਫੀ ਸੰਥਿਆ ਪਾਈ ਹੋਈ ਆ। ਉਹ ਤਾਂ ਇੰਨਾ ਜ਼ਿਆਦਾ ਬੁਲਾਉਂਦੇ ਸੀ, ਉਹਨਾਂ ਨੇ ਕਹਿਣਾ ਮੰਤਰ, ਉਹ ਰਾਰੇ ਨੂੰ ਔਂਕੜ ਛੱਡ ਗਿਆ ਥੱਲੇ, ਮੰਤਰੋ, ਮੇਰੇ ਮੂੰਹ ਵੱਲ ਦੇਖ, ਉਹਨਾਂ ਨੇ ਮੰਤਰੋ। ਅਤੇ ਉਹ ਫਿਰ ਇਉਂ ਬੁਲਾ ਕੇ ਕਹਿੰਦੇ ਸੀ, ਕਹਿੰਦੇ ਮੈਂ ਜ਼ਿਆਦਾ ਬੁਲਾਊਂ, ਹੌਲੀ ਹੌਲੀ ਇਹ ਪੱਕ ਜੂ ਤੁਹਾਨੂੰ। ਸੋ ਜਦੋਂ ਹੁਣ ਆਪਾਂ ਪਾਠ ਕਰਦੇ ਹਾਂ, ਕਈ ਵਾਰੀ ਕਈਆਂ ਨੂੰ ਇਉਂ ਭੁਲੇਖਾ ਪੈ ਜਾਂਦਾ ਕਿ ਮੈਂ ਬੋਲ ਕੇ ਨਹੀਂ ਗਿਆ। ਜਿਹੜਾ ਉਹਨਾਂ ਕੋਲੋਂ ਸੰਥਿਆ ਕੀਤੀ ਹੈ, ਜਿਨ੍ਹਾਂ ਨੇ, ਜਿਹੜਾ ਸਾਡਾ ਪੁਰਾਣਾ ਗਰੁੱਪ ਸਾਰਾ ਹੀ ਆ, ਭਾਈ ਜਰਨੈਲ ਸੋਹਣੀ ਵੀ ਅਤੇ ਇਸੇ ਪ੍ਰਕਾਰ ਭਾਈ ਮੋਹਕਮ ਸੋਹਣੀ ਵੀ, ਪੁਰਾਣੇ ਭਾਈ ਪ੍ਰੇਮ ਸੋਹਣੀ ਵੀ, ਕਿਤਨੇ ਹੀ ਵਿਦਿਆਰਥੀ ਉਹਨਾਂ ਦੇ ਖਾਸ ਅੱਜ ਦੁਨੀਆ ਭਰ ਦੇ ਵਿੱਚ ਨੇ। ਉਹਨਾਂ ਦੀ ਕਰਾਈ ਹੋਈ ਸੰਥਿਆ ਵਾਲਾ ਵਿਦਿਆਰਥੀ ਕਦੇ ਡੋਲਦਾ ਨਹੀਂ। ਇੰਨੀ ਉਹਦੀ ਪ੍ਰੋਨਾਊਂਸੀਏਸ਼ਨ ਵਧੀਆ ਹੁੰਦੀ ਆ। ਜਿਵੇਂ ਉਹਨਾਂ ਨੇ ਦੋਹਰੇ ਕਰਾਏ ਸੀ ਜਦ ਰਹਿ ਰਾਸ ਦੇ ਬੜੇ ਦਿਨ ਲੱਗੇ ਸੀ। ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ। ਸੋ ਇਸ ਪ੍ਰਕਾਰ ਉਹਨਾਂ ਨੇ ਜਿਹੜੇ ਇਹ ਕਰਾਏ ਸੀ। ਫਿਰ ਇੱਕ ਵਾਰ ਰਾਮਪੁਰ ਖੇੜੇ ਮਹਾਂਪੁਰਖਾਂ ਕੋਲ ਜੋ ਰਹਿ ਰਾਸ ਸੁਣਾਉਣੀ, ਫਿਰ ਉਸ ਵਕਤ ਬੜੇ ਪਿਆਰ ਨਾਲ ਸੁਣਦੇ ਹੁੰਦੇ, ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਰਹਿ ਰਾਸ ਸਾਰੀ ਸੰਗਤ ਬਹਿਣੀ। ਉੱਥੇ ਮਹਾਂਪੁਰਖਾਂ ਦੇ ਵੱਡੇ ਵਿਦਿਆਰਥੀ ਭਾਈ ਗੁਰਨਾਮ ਸਿੰਘ ਜੀ ਛੀਨੀਵਾਲ ਵਾਲੇ ਆਏ ਹੋਏ ਸੀ। ਮੈਨੂੰ ਕਹਿੰਦੇ ਇਹ ਕਿੱਥੋਂ ਸੰਥਿਆ ਕੀਤੀ ਆ, ਸ਼ੁੱਧ ਬੜੇ ਆ ਦੋਹਰੇ। ਮੈਂ ਹੱਸ ਪਿਆ, ਮੈਂ ਕਿਹਾ ਜਿੱਥੋਂ ਤੁਸੀਂ ਕੀਤੀ ਹੈ। ਕਹਿੰਦੇ ਠੀਕ ਹੈ ਠੀਕ ਹੈ। ਸੋ ਇਸ ਪ੍ਰਕਾਰ ਹੈ ਸਾਧ ਸੰਗਤ, ਜਿਹੜੀ ਸੰਥਿਆ ਪਕਾਉਣ ਉੱਤੇ ਸਾਨੂੰ ਕਾਫੀ ਦੇਰ ਲੱਗੀ, ਪਰ ਜਿਹੜੀ ਸੰਥਿਆ ਪਕਾਉਣ ਉੱਤੇ ਦੇਰ ਲੱਗੀ ਹੈ, ਅੱਜ ਉਹ ਸੰਸਾਰ ਭਰ ਦੇ ਵਿੱਚ ਕਰਾ ਰਹੇ ਹਾਂ। ਇਸ ਤੋਂ ਵੀ ਹੋਰ ਜਿਨ੍ਹਾਂ ਨੇ ਜ਼ਿਆਦਾ ਵੱਧ ਮਿਹਨਤ ਕੀਤੀ ਆ ਉਹ ਜ਼ਿਆਦਾ, ਪਰ ਅਸਲ ਜਿਹੜੀ ਸੰਥਿਆ ਹੁੰਦੀ ਉਦੋਂ ਜਦੋਂ ਕਥਾ ਸਿੱਖ ਲਈਏ। ਕਥਾ ਦੇ ਅਰਥਾਂ ਦੇ ਆਧਾਰ ਨਾਲ ਫਿਰ ਅਸੀਂ ਦੇਖਦੇ ਹਾਂ ਇੱਥੇ ਅਰਥ ਕੀ ਬਣਦਾ। ਇਸ ਕਰਕੇ ਇੱਥੇ ਮੈਂ ਤਾਂ ਦੱਸਿਆ ਪਾਸਾਰੋ, ਨਿਰਵੈਰੋ। ਜੇ ਨਿਰਵੈਰ ਰਾਰੇ ਨੂੰ ਔਂਕੜ ਤਾਂ ਬੋਲ ਜਾਈਏ, ਜੇ ਨਾ ਔਂਕੜ ਬੋਲੀਏ ਨਿਰਵੈਰਾ ਰਾ ਬਣਦਾ ਰੋ, ਮਾੜਾ ਜਿਹਾ ਫਰਕ ਪੈਂਦਾ। ਇਹਦੇ ਨਾਲ ਜਿਹੜੀ ਕਥਾ ਵੇਲੇ ਪਾਠੀ ਪਾਠ ਕਰਦਾ, ਉਹਨੇ ਜੇ ਪਾਠ ਸ਼ੁੱਧ ਬੋਲ ਦਿੱਤਾ ਤਾਂ ਮਨ 'ਚ ਪਤਾ ਹੁੰਦਾ ਔਂਕੜ ਲੱਗਣ ਨਾਲ ਕੀ ਅਰਥ ਬਣਦਾ। ਪਾ ਸਾ ਰੇ ਐਂ ਤਾਂ ਬੋਲੀ ਦਾ, ਇਹਦੇ ਨਾਲ ਅਰਥਾਂ ਦਾ ਪਤਾ ਲੱਗ ਜਾਂਦਾ। ਸਿਹਾਰੀ ਬੋਲੀ ਆ ਪਾਠੀ ਨੇ, ਔਂਕੜ ਬੋਲਿਆ ਜਾਂ ਮੁਕਤਾ ਬੋਲਿਆ। ਸੋ ਇਸ ਤਰ੍ਹਾਂ ਜਿਹੜੇ ਅੱਜ ਕੱਲ੍ਹ ਦੇ ਨਵੇਂ ਜੇ ਨੇ ਉਹ ਹੱਸਦੇ ਨੇ ਵੀ ਟਕਸਾਲ ਵਾਲੇ ਇਉਂ ਕਿਉਂ ਬੋਲਦੇ ਨੇ। ਅਤੇ ਇਹ ਪਿਛਲੀ ਜਿਹੜੀ ਆ ਨਾ ਆਪਣੀ ਟਕਸਾਲੀ ਬੋਲੀ ਇਸ ਤਰ੍ਹਾਂ ਦੀ ਹੈ, ਜਿੱਥੇ ਬਿੰਦੀ ਲੱਗੀ ਆ ਉੱਥੇ ਬੋਲਣੀ ਆ, ਜਿੱਥੇ ਨਹੀਂ ਲੱਗੀ ਉੱਥੇ ਨਹੀਂ ਬੋਲਣੀ। ਇਹ ਵੀ ਨਹੀਂ ਹੈ ਵੀ ਨਹੀਂ ਬੋਲਣੀ, ਜਿੱਥੇ ਲੋੜ ਅਨੁਸਾਰ ਬੋਲਿਆ ਵੀ ਜਾ ਸਾਈਂ ਨਾਮ ਅਮੋਲ 'ਤੇ ਬੋਲਦੇ ਆ। ਸੋ ਭਰੀਆ ਮਤ ਪਾਪਾ ਕਾ ਸੰਗ ਨਹੀਂ ਕਹਿਣਾ ਪਾਪਾ, ਕਿਉਂਕਿ ਉੱਥੇ ਜ਼ਰੂਰਤ ਪੈ ਗਈ ਆਪਾਂ ਨੂੰ। ਸੋ ਇਹ ਮਹਾਰਾਜ ਜੀ ਨੂੰ ਬੇਨਤੀ ਵੀ ਕੀਤੀ ਸੀ ਪਿੱਛੇ ਜੇ 10ਵੇਂ ਪਾਤਸ਼ਾਹ ਨੂੰ ਸਿੰਘਾਂ ਨੇ। ਸੋ ਕਿਉਂਕਿ ਮੈਨੂੰ ਹੀ ਥੋੜ੍ਹੀ ਜਿਹੀ ਦਿੱਕਤ ਆ ਰਹੀ ਸੀ ਬਿੰਦੀਆਂ ਟਿੱਪੀਆਂ ਦੀ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਸੀ, ਭਾਈ ਜਿੱਥੇ ਲੋੜ ਸਮਝੋ ਬਹੁਤ ਵੀ ਇੱਥੇ ਅਰਥ ਨਹੀਂ ਬਣਦਾ, ਉੱਥੇ ਲਾ ਲਿਆ ਕਰੋ। ਐਵੇਂ ਨਹੀਂ ਲਾਈ ਜਾਣੀਆਂ, ਸੋਚਣਾ ਹੋਵੇਂ ਹੀ ਵੀ ਬਿਲਕੁਲ ਹੀ ਬਿੰਦੀਆਂ ਹੀ ਲਾਈ ਜਾਣੀਆਂ ਨੇ। ਨਾਵਨ ਕਉ ਤੀਰਥ ਕਨੇ ਮਨ ਬਉਰਾ ਰੇ, ਪੂਜਨ ਕਉ ਬਹੁ ਦੇਵ। ਸੋ ਕਹਿੰਦੇ ਕੀ ਸ਼ੰਕਾ ਤੇ ਸੋ ਇਸ ਪ੍ਰਕਾਰ ਦੁਬਾਰਾ ਕਹਿੰਦੇ ਕੀ ਤੀਰਥਾਂ 'ਤੇ ਇਸ਼ਨਾਨ ਕਰਨ ਅਤੇ ਦੇਵਤਿਆਂ ਦੀ ਪੂਜਾ ਕਰਨ ਨਾਲ ਮੁਕਤੀ ਹੋ ਜਾਂਦੀ ਹੋਵੇਗੀ। ਕਹਿੰਦੇ ਝੱਲਿਆ ਪੁਰਸ਼ਾ, ਇਹ 'ਚ ਕੋਈ ਸ਼ੱਕ ਨਹੀਂ। ਨਹਾਉਣੇ ਵਾਸਤੇ ਤੀਰਥ ਬਹੁਤ ਸਾਰੇ ਨੇ, ਪੂਜਣ ਵਾਸਤੇ ਦੇਵਤਿਆਂ ਦੇ ਬੁੱਤ ਵੀ ਬੜੇ ਨੇ। ਨਾਵਨ ਕਉ ਤੀਰਥ ਕਨੇ ਮਨ ਬਉਰਾ ਰੇ, ਪੂਜਨ ਕਉ ਬਹੁ ਦੇਵ। ਕਉ ਕਬੀਰ ਛੂਟਨ ਨਹੀਂ ਮਨ ਬਉਰਾ ਰੇ, ਛੂਟਨ ਹਰ ਕੀ ਸੇਵ। ਪਰ ਕਬੀਰ ਜੀ ਕਹਿੰਦੇ ਝੱਲਿਆ ਪੁਰਸ਼ਾ, ਇਹਨਾਂ ਗੱਲਾਂ ਦੇ ਕਰਨ ਨਾਲ ਛੁਟਕਾਰਾ ਨਹੀਂ ਹੁੰਦਾ। ਜਮਾਂ ਤੋਂ ਛੁਟਕਾਰਾ ਹਰੀ ਦੀ ਸੇਵਾ ਕਰਨ ਨਾਲ ਹੀ ਹੁੰਦਾ। ਇਸ ਲਈ ਹਰ ਮਨੁੱਖ ਨੂੰ ਤਨ ਮਨ ਧਨ ਕਰਕੇ
ਮਹਾਂਪੁਰਖਾਂ ਦੀ, ਸੰਤਾਂ ਦੀ, ਸਤਿਗੁਰਾਂ ਦੀ, ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਕਈ ਵਾਰੀ ਕਈ ਵੀਰ ਸਾਡੇ ਨਾਲ ਥੋੜ੍ਹੇ ਜਿਹੇ ਹੋ ਜਾਂਦੇ ਨੇ ਨਾਰਾਜ਼ ਵੀ ਇਹ ਜੀ ਦੇਵਤਿਆਂ ਬਾਰੇ ਐਂ ਬੋਲਦੇ ਨੇ ਜਾਂ ਸਾਡੇ ਵੱਡਿਆਂ ਦੀ ਨਿੰਦਿਆ ਕਰਦੇ। ਜੇ ਇੰਨਾ ਨਹੀਂ ਤੁਹਾਨੂੰ ਪਤਾ, ਤੁਸੀਂ ਗੀਤਾ ਨਹੀਂ ਸਾਰੀ ਪੜ੍ਹੀ। ਗੀਤਾ ਪੜ੍ਹ ਕੇ ਦੇਖੋ, ਵੇਦ ਪੜ੍ਹ ਕੇ ਦੇਖੋ, ਸ਼ਾਸਤਰ ਸਿਮਰਤੀਆਂ ਪੜ੍ਹ ਕੇ ਦੇਖੋ, ਉਪਨਿਸ਼ਦਾਂ ਪੜ੍ਹ ਕੇ ਦੇਖੋ। ਮੇਰੇ ਖਿਆਲ 'ਚ ਤਾਂ ਬਹੁਤ ਲੋਕਾਂ ਨੇ ਇਹ ਪੜ੍ਹੀਆਂ ਹੀ ਨਹੀਂ ਹੈਗੀਆਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਦੱਸਦੇ ਹਨ ਇਹ ਚੀਜ਼ਾਂ ਆਪਾਂ ਪੜ੍ਹੀਆਂ ਹੀ ਨਹੀਂ ਕਦੇ। ਨਾ ਪੜ੍ਹਨੇ ਕਰਕੇ ਨਾ ਇਹ ਸਾਰੀਆਂ ਚੀਜ਼ਾਂ ਉਹ ਫਿਰ ਇੱਧਰੋਂ ਮੈਂ ਸਾਰਿਆਂ ਦੇ ਵਿੱਚ ਵਿਚਰਦਾ, ਗੁਰਸਿੱਖਾਂ ਵਿੱਚ ਵੀ ਇਹੀ ਗੱਲ ਹੈ। ਸੋ 1 2 3% ਜਾਂ 5% ਲਾ ਲਓ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥਾਂ ਨੂੰ, ਇਤਿਹਾਸ ਨੂੰ, ਦਸਮ ਦੇ ਅਰਥਾਂ ਨੂੰ, ਔਰ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਇਤਿਆਦਿਕ ਹੋਰ ਬਹੁਤ ਸਾਰੀਆਂ ਧਾਰਮਿਕ ਚੀਜ਼ਾਂ, ਜਿਨ੍ਹਾਂ ਨੇ ਇਹ ਖਾਸਾ ਡੂੰਘਾ ਕੰਮ ਹੁੰਦਾ, ਪੜ੍ਹਨਾ ਪੈਂਦਾ। ਸਾਰੇ ਇੰਨੇ ਸਾਲ, ਸਾਨੂੰ 10 ਸਾਲ ਤਾਂ ਅਸੀਂ ਪੜ੍ਹਦੇ ਹੀ ਰਹੇ ਹਾਂ। ਕਿੱਥੇ 3 ਸਾਲ ਵਿੱਚ ਡਿਪਲੋਮਾ, 3 'ਚ ਡਿਗਰੀ, ਫਿਰ 1 ਸਾਲ 7 ਸਾਲ ਲੱਗਦੇ ਆ, ਫਿਰ ਅੱਗੇ ਹੋਰ ਜੇ MBA ਆਦਿ ਕਰਨੀ ਫਿਰ ਹੋਰ ਟਾਈਮ ਲੱਗਦਾ। ਸੋ ਸਾਡੀ ਪੜ੍ਹਾਈ ਵੀ ਉਹਨਾਂ ਦੇ ਮੁਕਾਬਲੇ 10ਵੀਂ ਤੋਂ ਬਾਅਦ ਚਲੀ ਗਈ। 10 ਸਾਲ ਤਾਂ ਪੜ੍ਹਨ 'ਤੇ ਹੀ ਲਾਏ, 10 ਸਾਲ ਅਸੀਂ ਸਕੂਲ 'ਚ ਲਾਏ। ਇੰਨੀ ਸੂਝ-ਬੂਝ ਦੇ ਨਾਲ ਸਾਨੂੰ ਇਹ ਨੇ, ਕਈ ਬੰਦੇ ਐ ਸਮਝਦੇ ਖਨੀ ਅਨਪੜ੍ਹ ਜਿਹੀ, ਇਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਬਹੁਤ ਮਿਹਨਤ ਤੋਂ ਬਾਅਦ ਇੱਥੇ ਪਹੁੰਚੇ ਹਾਂ, ਔਰ ਐਨ ਤਸੱਲੀ ਕੀਤੀ ਹੋਈ, ਆਪਣੀ ਤਸੱਲੀ ਕਰਕੇ ਹੀ ਮੈਂ ਕਿਸੇ ਗੱਲ ਨੂੰ ਬੋਲਦਾ ਹੁੰਦਾ। ਇੰਨੀਆਂ ਸੰਤਾਂ, ਮਹਾਤਮਾ, ਬ੍ਰਹਮ ਗਿਆਨੀਆਂ, ਅਵਸਥਾ ਵਾਲਿਆਂ ਦੀ ਸੰਗਤ ਕੀਤੀ ਆ, ਮੈਂ ਵੀ ਛੱਡਦਾ ਨਹੀਂ ਜਦੋਂ ਤੱਕ ਗੱਲ ਦਾ ਮੈਨੂੰ ਪੂਰਾ ਸਿਰਾ ਨਾ ਮਿਲ ਜੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸੋ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਜੇ ਤਾਂ ਛੁੱਟਣਾ ਹਰੀ ਦੀ ਸੇਵਾ, ਕਿਉਂਕਿ ਸਾਰੇ ਦੇਵਤੇ ਵੀ ਕਰਦੇ ਨੇ ਹਰੀ ਦੀ ਸੇਵਾ, ਹਰੀ ਦੀ ਬੰਦਗੀ ਵੀ ਸਾਰੇ ਕਰਦੇ ਨੇ। ਇਸ ਕਰਕੇ ਸਭ ਤੋਂ ਉੱਤੇ ਪਰਮਾਤਮਾ ਦਾ ਨਾਮ ਹੀ ਹੈ। ਗੌੜੀ ਕੋਈ ਇਸ ਪ੍ਰਕਾਰ ਇਹ ਬਚਨ ਐਸਾ ਆਇਆ ਵੀ ਕੋਈ ਰਾਜਾ ਕਬੀਰ ਜੀ ਦੀ ਉਸਤਤ ਸੁਣ ਕੇ ਦਰਸ਼ਨ ਕਰਨ ਆਇਆ ਅਤੇ ਬਹੁਤ ਸਾਰਾ ਧਨ ਅੱਗੇ ਰੱਖ ਕੇ ਨਮਸਕਾਰ ਕੀਤੀ। ਤਾਂ ਕਬੀਰ ਜੀ ਨੇ ਆਖਿਆ, ਇਸ ਧਨ ਦੀ ਸਾਨੂੰ ਲੋੜ ਨਹੀਂ, ਸਾਡੇ ਪਾਸ ਬਹੁਤ ਹੀ ਉੱਤਮ ਧਨ ਦੇ ਖਜ਼ਾਨੇ ਭਰੇ ਪਏ ਨੇ। ਤਾਂ ਰਾਜਾ ਹੈਰਾਨ ਹੋ ਕੇ ਪੁੱਛਦਾ ਕਿ ਮਹਾਰਾਜ ਜੀ ਉਹ ਧਨ ਕਿਹੋ ਜਿਹਾ ਹੈ? ਇਹ ਗੱਲ ਸੁਣ ਕੇ ਕਬੀਰ ਜੀ ਕਥਨ ਕਰਦੇ ਨੇ ਰਹਾਉ ਦੀ ਪੰਕਤੀ ਤੋਂ, ਹਾਮਰਾ ਧਨ ਮਾਧਵ ਗੋਬਿੰਦ ਧਰਣੀ ਧਰ, ਇਹ ਹੈ ਸਾਰ ਧਨ ਕਹੀ ਹੈ। ਜਿਹੜਾ ਅਸਲ ਨਾਮ ਧਨ ਹੈ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਨਾਮ ਧਨ ਹੈ। ਕਹਿੰਦੇ ਰਾਜਨ ਸਾਡਾ ਧਨ ਮਾਧਵ ਗੋਬਿੰਦ ਧਰਣੀ ਧਰ ਪਰਮਾਤਮਾ ਰੂਪ ਹੈ। ਸੋ ਮਾਇਆ ਦੇ ਪਦਾਰਥਾਂ ਨਾਲੋਂ ਇਹ ਧਨ ਸੈਂਕੜੇ ਹਿੱਸੇ ਸ੍ਰੇਸ਼ਟ ਕਥਨ ਕੀਤਾ ਹੈ। ਜੋ ਸੁਖ ਪਰਮਾਤਮਾ ਦੀ ਸੇਵਾ ਦੇ ਵਿੱਚੋਂ ਮਿਲਣਾ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ ਰਹਾਉ। ਪ੍ਰਭੂ ਗੋਬਿੰਦ ਦੀ ਸੇਵਾ ਕਰਨ ਕਰਕੇ ਜਿਹੜਾ ਆਤਮਿਕ ਸੁਖ ਮਿਲਦਾ, ਉਹ ਸੁਖ ਰਾਜ ਭਾਗ ਵਿੱਚ ਰਾਜਿਆਂ ਨੂੰ ਨਹੀਂ ਮਿਲ ਸਕਦਾ। ਫਿਰ ਪ੍ਰਤੱਖ ਧਨ ਨਾਸ ਹੋ ਜਾਂਦਾ, ਅੱਗ ਸਾੜ ਦਿੰਦੀ ਹੈ, ਚੋਰਾਂ ਦਾ ਡਰ ਹੁੰਦਾ। ਪਰ ਇਹ ਨਾਮ ਧਨ ਇਹੋ ਜਿਹਾ, ਆਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇਰ ਨ ਆਵੈ। ਕਹਿੰਦੇ ਇਹਨੂੰ ਅੱਗ ਨਹੀਂ ਸਾੜ ਸਕਦੀ, ਨਾਮ ਧਨ ਨੂੰ ਪਾਉਣ ਨਹੀਂ ਮਗਨੈ ਹੁੰਦੀ, ਉਡਾ ਸਕਦੀ। ਚੋਰ ਉਚੱਕਾ ਵੀ ਇਹਦੇ ਨੇੜੇ ਨਹੀਂ ਆਉਂਦਾ। ਕਹਿਣ ਤੋਂ ਭਾਵ ਇਸ ਧਨ ਨੂੰ ਤ੍ਰਿਸ਼ਨਾ ਦੀ ਅੱਗ ਨਹੀਂ ਸਾੜ ਸਕਦੀ, ਵਾਸ਼ਨਾ ਦੀ ਪਾਉਣ ਵੀ ਇਹਨੂੰ ਉਡਾ ਕੇ ਨਹੀਂ ਲਿਜਾ ਸਕਦੀ, ਕਾਮ ਕ੍ਰੋਧ ਆਦਿਕ ਚੋਰ ਵੀ ਨੇੜੇ ਨਹੀਂ ਆ ਸਕਦੇ। ਸੋ ਐਸਾ ਹਰ ਧਨ ਸੰਚੀ ਹੈ ਭਾਈ, ਭਾਹੇ ਨਾ ਜਲੈ ਜਲ ਨਹੀਂ ਡੂਬੈ, ਸੰਗ ਛੋੜ ਕਰ ਕਤਹੁ ਨ ਜਾਈ। ਰਾਮ ਨਾਮ ਧਨ ਕਰ ਸੰਚਉਨੀ, ਸੋ ਧਨ ਕਤਹੀ ਨ ਜਾਵੈ। ਇਸ ਲਈ ਇਹ ਰਾਜਨ ਤੂੰ ਵੀ ਰਾਮ ਨਾਮ ਰੂਪੀ ਧਨ ਨੂੰ ਇਕੱਤਰ ਕਰ, ਕਿਉਂਕਿ ਇਸ ਧਨ ਨੂੰ ਇਕੱਤਰ ਕਰਨ ਵਾਲਾ ਪੁਰਸ਼ ਕਿਸੇ ਜੂਨੀਆਂ ਦੇ ਅੰਦਰ ਨਹੀਂ ਜਾਂਦਾ। ਰਾਮ ਨਾਮ ਧਨ ਇਕੱਠਾ ਕਰੋ, ਕਿਉਂਕਿ ਧਨ ਨਿਸ਼ਚੇ ਕਰਕੇ ਕਿਧਰੇ ਵੀ ਨਹੀਂ ਜਾਂਦਾ। ਪੱਕਾ ਹੈ ਜਿੰਨਾ ਇੱਕ ਵਾਰੀ ਵਾਹਿਗੁਰੂ ਕਹਿ ਲਿਆ ਤੇਰਾ ਹੀ ਹੈ, ਕਹਿ ਵਾਹਿਗੁਰੂ ਤੇਰਾ ਹੀ ਹੈ, ਕਰ ਮੁਗਲ ਮੰਤਰ ਤੇਰਾ ਹੀ ਹੈ, ਤੇਰਾ ਸਭ ਕੁਝ ਜਪਜੀ ਸਾਹਿਬ ਪੜ੍ਹੇਗਾ ਤੇਰਾ ਹੀ ਹੈ, ਦੂਜੇ ਦਾ ਨਹੀਂ ਹੋ ਸਕਦਾ। ਇਹ ਜਿੰਨਾ ਵੀ ਨਾਮ ਧਨ ਹੈ ਇਹ ਆਪਣਾ ਹੀ ਹੈ। ਜਿਹੜਾ ਕਮਾਇਆ ਹੋਇਆ ਧਨ ਜਿੰਨਾ ਮਰਜ਼ੀ ਕਮਾ ਲਾ, ਲਾ ਲਾ ਜ਼ੋਰ,
ਲਾਲਾ ਜੋਰ ਝੂਠ ਬੋਲ ਲੈ, ਹੇਰਾ ਫੇਰੀਆਂ ਕਰ ਲੈ, ਕਿੱਥੇ ਕੁ ਤੱਕ ਕਰੇਗਾ? ਉਹ ਜਦ ਮਰਨਾ ਫਿਰ ਤਾਂ ਨਿਆਣਾ ਨਹੀਂ ਸਾਂਭਣਾ, ਤੇ ਝੂਠ ਬੋਲੇਗਾ, ਹੇਰਾ ਫੇਰੀ ਕਰੇਗਾ, ਜੋ ਵੀ ਗਲਤੀ ਕਰੇਗਾ ਲੇਖਾ ਤੇਰੇ ਤੋਂ। ਸੋ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਬਹੁਤੀਆਂ ਠੱਗੀਆਂ ਠੋਰੀਆਂ ਮਾਰ ਕੇ ਸੋ ਲਿਆ ਕੇ ਬੱਚਿਆਂ ਨੂੰ ਦਿੰਦਾ, ਇਸਤਰੀ ਨੂੰ ਦਿੰਦਾ। ਇਸ ਪ੍ਰਕਾਰ ਫਿਰ ਬਚਨ ਕੀ ਕਰਦੇ ਨੇ? ਕਹਿੰਦੇ ਜਿੰਨਾ ਮਰਜ਼ੀ ਕਰ ਲੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਭੁੱਲ ਕੇ ਵੀ ਨਾ ਕਿਸੇ ਨਾਲ ਛਲ ਕਰੀ। ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਅੰਤ ਨੂੰ ਤੇਰੇ ਜੀ ਆਤਮਾ ਤੋਂ ਹੀ ਇਹ ਨਿਬੇੜਾ ਹੋਣਾ, ਇਹ ਨਾ ਕਹੀਂ ਵੀ ਨਿਆਣਿਆਂ ਨੂੰ ਦੇ ਆਇਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਧਨ ਇਕੱਠਾ ਕਰਨਾ, ਨਾਮ ਧਨ ਜ਼ਿਆਦਾ ਇਕੱਠਾ ਕਰੋ। ਸੰਸਾਰੀ ਧਨ ਤਾਂ ਗੁਜ਼ਾਰੇ ਲਾਇਕ ਹੀ ਠੀਕ ਹੈ, ਬਾਕੀ ਵਾਹਿਗੁਰੂ ਦੇ ਦੇਵੇ, ਉਹਦੀ ਮਰਜ਼ੀ ਹੈ। ਰਾਮ ਨਾਮ ਧਨ ਕਰ ਸੰਚਾਉਣੀ, ਸੋ ਧਨ ਕਤਹੀ ਨਾ ਜਾਵੇ। ਉਹ ਕਦੇ ਕਿਤੇ ਵੀ ਨਹੀਂ ਜਾਂਦਾ। ਹਮਰਾ ਧਨ ਮਾਧਵ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ ਰਹਾਉ। ਇਹ ਪੰਕਤੀਆਂ ਦੇ ਅਰਥ ਆਪਾਂ ਸ਼ੁਰੂ ਚ ਕਰ ਆਏ ਆ। ਇਹ ਰਹਾਉ ਦੀਆਂ ਪੰਕਤੀਆਂ, ਸਾਰਾ ਸ਼ਬਦ ਸੋ ਇਸੇ ਦੋਨਾਂ ਪੰਕਤੀਆਂ ਦੇ ਸੋ ਕਹਿ ਲਓ ਸਨਾਭੀ ਟੀਕਾ ਹੈ। ਰਹਾਉ ਦੀ ਪੰਕਤੀ ਜਿਹੜੀ ਹੁੰਦੀ ਹੈ, ਇਹ ਮੁੱਖ ਪ੍ਰਯੋਜਨ ਹੁੰਦਾ ਸ਼ਬਦ ਦਾ। ਇਸ ਧਨ ਕਾਰਣ ਸਿਵ ਸੰਕਾਦਿਕ ਖੋਜਤ ਪਏ ਉਦਾਸੀ। ਇਹ ਨਾਮ ਧਨ ਵਾਸਤੇ ਸ਼ਿਵ ਜੀ ਤੇ ਸਨਕ ਸਨੰਦਨ ਆਦਿਕ ਚਾਰੇ ਭਾਈ ਉਦਾਸ ਹੋ ਕੇ ਢੂੰਡਦੇ ਫਿਰਦੇ ਨੇ। ਮਨ ਮੁਕੰਦ ਜੇਬਾ ਨਾਰਾਇਣ, ਪਰੈ ਨ ਜਮ ਕੀ ਫਾਸੀ। ਹੁਣ ਜਿਹਦੇ ਮਨ ਵਿੱਚ ਮੁਕਤੀ ਦਾਤਾ ਮੁਕੰਦ ਨਾਮ ਹੈ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਆਂ ਕਰੀਆਂ ਨਾਮੇ ਅਕਾਮੇ। ਕਈ ਇੱਥੇ ਉਹ ਵੀ ਪੁੱਛ ਲੈਂਦੇ ਆ ਜੀ ਚਾਚਰੀ ਛੰਦ ਪੜ੍ਹਨਾ ਕਿ ਨਹੀਂ ਨਾਲ? ਕੀ ਗੱਲ ਚਾਚਰੀ ਛੰਦ ਤੋਂ ਹੈ ਪ੍ਰਸਾਦ ਬਾਣੀ ਨਹੀਂ? ਚਾਚਰੀ ਛੰਦ ਤੋਂ ਹੈ ਪ੍ਰਸਾਦ 10ਵੇਂ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਨਾਲ ਲਿਖਿਆ ਜਾਂ ਉਚਾਰਨ ਕੀਤਾ, ਭਾਈ ਮਨੀ ਸਿੰਘ ਤੋਂ ਲਿਖਵਾਇਆ ਕਿ ਉਹ ਨਹੀਂ ਪੜ੍ਹਨਾ। ਉਹਦਾ ਵੀ ਫਲ ਮਿਲਦਾ। ਜਿਵੇਂ ਗੌੜੀ ਮਹੱਲਾ ਪੰਜਵਾਂ, ਜੇ ਉਦੋਂ ਪਹਿਲਾਂ ਮੂਲ ਮੰਤਰ ਪੜ੍ਹ ਲਓ ਇੱਕ, ਉਹਦਾ ਵੀ ਫਲ ਨਾਲ ਮਿਲੂਗਾ। ਇਸ ਕਰਕੇ ਚਾਚਰੀ ਛੰਦ ਮਨ ਮੁਕੰਦ ਜੇ ਬਾ ਨਾਰਾਇਣ, ਜਿਸ ਨੇ ਮਨ ਵਿੱਚ ਮੁਕਤੀ ਦਾਤਾ ਮੁਕੰਦ ਨਾਮ ਹੈ। ਮੁਕੰਦ ਨਾਮ ਹੈ ਹੀ ਮੁਕਤੀ ਦਾ। ਸੋ ਇਸੇ ਪ੍ਰਕਾਰ ਕਈ ਅਰਥ ਪੁੱਛ ਲੈਂਦੇ ਨੇ। ਗੋਬਿੰਦੇ, ਗੋ ਨਾਮ ਸੋ ਧਰਤੀ ਦਾ, ਬਿੰਦ ਨਾਮ ਰੱਖਿਆ ਦਾ, ਗੋ ਨਾਮ ਸਰੀਰ ਦਾ ਇੰਦਰੀਆਂ ਦਾ, ਬਿੰਦ ਨਾਮ ਪ੍ਰਕਾਸ਼ਕ ਦਾ, ਗੋ ਨਾਮ ਦੇਵਤਿਆਂ ਦਾ, ਇਹਨਾਂ ਨੂੰ ਬਿੰਦ ਪ੍ਰਕਾਸ਼ ਕਰਨ ਵਾਲਾ, ਗੋ ਨਾਮ ਬੁੱਧੀ ਦਾ ਬਿੰਦ ਹੁੰਦਾ ਪ੍ਰਕਾਸ਼ ਕਰਨਾ। ਅਤੇ ਜੀਵ ਉੱਤੇ ਵੀ ਨਾਰਾਇਣ ਦਾ ਨਾਮ ਵਸ ਰਿਹਾ, ਜਿਨ੍ਹਾਂ ਦੇ ਜੋ ਸਵਾਸ ਸਵਾਸ ਨਾਮ ਜਪਦਾ ਉਹਨੂੰ ਫਿਰ ਜਮਾਂ ਦੀ ਫਾਹ ਹੀ ਨਹੀਂ ਪੈਂਦੀ। ਮੁਕੰਦੇ ਹੁੰਦਾ ਜਿਵੇਂ ਮੁਕਤੀ ਦੇ ਦੇਣ ਵਾਲਾ, ਉਦਾਰੇ ਹੁੰਦਾ ਜਿਵੇਂ ਖੁੱਲਾ ਦਰਿਆ ਦਿਲ ਹੈ ਜਿਹਦਾ। ਆਪਾਂ ਤਾਂ ਐਵੇਂ ਮਾੜਾ ਜਿਹਾ ਦੇ ਕੇ ਫਿਰ ਜਲਾਉਣ ਲੱਗ ਜਾਂਦੇ ਆ। ਮਾੜੇ ਜਿਹੇ ਪੈਸੇ ਦੇ ਕੇ ਇੰਨੀ ਪ੍ਰਚਾਰ ਕਰਦੇ ਨੇ, ਮੈਂ ਦਾਨ ਕੀਤਾ, ਮੈਂ ਦਿੱਤਾ। ਉਹ ਨਹੀਂ ਹੈ ਜਿਹਾ। ਦੇਖ ਲਓ ਉਹਨੇ ਕਿੰਨੀ ਵੱਡੀ ਧਰਤੀ, ਤਾਰੇ, ਚੰਦਰਮਾ, ਆ ਇੰਨਾ ਸਮੁੰਦਰ, ਪੌਣ, ਪਾਣੀ, ਪੰਜੇ ਤੱਤ, ਅੱਗ, ਸਭ ਕੁਝ ਦਿੱਤਾ ਵਾਹਿਗੁਰੂ ਨੇ, ਪਰ ਕਦੇ ਨਹੀਂ ਕਹਿੰਦਾ ਮੈਂ ਦਿੱਤਾ ਤੈਨੂੰ। ਇੱਥੇ ਬੰਦਾ ਮਾੜੇ ਜਿਹੇ ਪੈਸੇ ਦੇ ਕੇ, ਕੋਈ ਪਦਾਰਥ ਦੇ ਕੇ ਖਰੀਦਣ ਤੱਕ ਚਲੇ ਜਾਂਦਾ ਅਗਲੇ ਨੂੰ, ਮੈਂ ਦਿੱਤਾ ਖਾਨੀ ਮੇਰਾ ਹੁਣ ਤੂੰ ਗੁਲਾਮ ਹੀ ਬਣ ਜਾ। ਇਸ ਕਰਕੇ ਆ ਉਦਾਰੇ ਖੁੱਲੇ ਦਿਲ ਵਾਲਾ, ਅਪਾਰੇ ਪਾਰਾਵਾਰ ਤੋਂ ਰਹਿਤ, ਹਰੀਆਂ ਹਰੇ ਭਰੇ ਕਰਨ ਵਾਲਾ, ਕਰੀਆਂ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਿਰਨਾਮੇ ਜੋ ਨਾਮ ਤੋਂ ਰਹਿਤ ਹੈ, ਕਾਮੇ ਜੋ ਕਾਮਨਾ ਤੋਂ ਰਹਿਤ ਹੈ। ਕਹਿੰਦੇ ਉਹ ਮਨ ਮੁਕੰਦ ਜੇ ਬਾ ਨਾਰਾਇਣ। ਕਹਿੰਦੇ ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਆਹਾਰ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਇਹ ਮੁਕੰਦੇ ਅੱਖਰ ਦੇ ਉੱਤੇ ਸਾਰਾ ਸ਼ਬਦ 875 ਅੰਗ ਤੇ ਪੜ੍ਹ ਸਕਦੇ ਹਾਂ ਆਪਾਂ। ਨਿਜ ਧਨ ਗਿਆਨ ਭਗਤ ਗੁਰ ਦੀਨੀ, ਤਾਸ ਸੁਮਤ ਮਨ ਲਾਗਾ। ਗਿਆਨ ਅਤੇ ਭਗਤੀ ਰੂਪੀ ਆਪਣੇ ਧਨ ਨੂੰ ਪ੍ਰਾਪਤ ਕਰਨ ਦੀ ਸਿੱਖਿਆ ਜਦੋਂ ਸਤਿਗੁਰੂ ਜੀ ਨੇ ਦਿੱਤੀ ਤਾਂ ਸ੍ਰੇਸ਼ਟ ਮੱਤ ਵਾਲਿਆਂ ਦਾ ਮਨ ਉਸ ਵਿੱਚ ਲੱਗ ਗਿਆ। ਨਿਜ ਧਨ ਗਿਆਨ ਭਗਤ ਗੁਰ ਦੀਨੀ,
ਗਿਆਨ ਅਤੇ ਭਗਤੀ ਰੂਪੀ ਆਪਣੇ ਧਨ ਨੂੰ ਪ੍ਰਾਪਤ ਕਰਨ ਦੀ ਸਿੱਖਿਆ ਤਾਸ ਸਮਤ ਮਨ ਲਾਗਾ ਗੁਰਦੀਨੀ। ਜਦੋਂ ਸਤਿਗੁਰੂ ਨੇ ਦਿੱਤੀ ਤਾਂ ਸ੍ਰੇਸ਼ਟ ਮਤ ਵਾਲਿਆਂ ਦਾ ਮਨ ਉਹਦੇ 'ਚ ਲੱਗ ਗਿਆ। ਜਲਤ ਅੰਭ ਥੰਭ ਮਨ ਧਾਵਤ ਭਰਮ ਬੰਧਨ ਭਉ ਪਾਗਾ। ਤ੍ਰਿਸ਼ਨਾ ਦੀ ਅੱਗ ਵਿੱਚ ਜਲਤ ਹੁੰਦਾ, ਸੜਦੇ ਹੋਏ ਮਨ ਨੂੰ ਸੀਤਲ ਕਰਨ ਲਈ ਰਾਮ ਨਾਮ ਅੰਬ ਹੁੰਦਾ। ਅੰਬ ਦਾ ਐੜੇ ਉੱਤੇ ਟਿੱਪੀ ਤੇ ਭੱਬਾ ਅੰਬ। ਅੰਬ ਮਤਲਬ ਹੁੰਦਾ ਪਾਣੀ। ਅੰਬ ਬੱਬੇ ਨਾਲ ਵੀ ਪਾਣੀ ਹੁੰਦਾ। ਜਲ ਵਾਂਗੂ ਇਹ ਜਿਹੜਾ ਹੈ ਨਾ, ਤੇ ਦੌੜਦੇ ਹੋਏ ਮਨ ਨੂੰ ਰੋਕਣ ਲਈ ਥੰਮੇ ਵਾਂਗੂ ਜਲਤ ਅੰਬ ਥੰਬ ਮਨ ਧਾਵਤ। ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹੋਏ ਮਨ ਨੂੰ ਸੀਤਲ ਕਰਨ ਲਈ ਪਰਮਾਤਮਾ ਜਿਹੜਾ ਨਾਮ ਹੈ ਵਾਹਿਗੁਰੂ ਦਾ, ਉਹ ਜਲ ਵਾਂਗੂ ਹੈ, ਠੰਡੇ ਪਾਣੀ ਵਾਂਗੂ ਐ ਠਾਰ ਦਿੰਦਾ। ਤੇ ਦੌੜਦੇ ਹੋਏ ਮਨ ਨੂੰ ਰੋਕਣ ਲਈ ਜਿਹੜਾ ਨਾਮ ਹੈ ਥੰਮੇ ਵਾਂਗੂ ਹੈ। ਓਟ ਲੈਹੋ ਨਾਰਾਇਣ ਹੈ ਦੀਨ ਦੁਨੀਆ ਝੱਲੈ। ਸੋ ਇਸ ਕਰਕੇ ਨਾਰਾਇਣ ਦੀ ਓਟ ਲੈਣੀ ਚਾਹੀਦੀ ਹੈ। ਥੰਮੇ ਨਾ ਕੋਏ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ। ਸੋ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਾਂ ਮੰਦਰ ਕੋ ਥੰਮ ਹੈ ਥੰਮਨ। ਮੰਦਰ ਹੁੰਦਾ ਘਰ ਨੂੰ ਜਿਵੇਂ ਥੰਮਾਂ ਦਈਏ ਵਿਚਕਾਰ ਛੱਤ ਟਿਕੀ ਰਹਿੰਦੀ ਹੈ, ਇਸ ਤਰ੍ਹਾਂ ਹੀ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਸੋ ਬਿਨ ਥੰਮਾਂ ਗਗਨ ਰਹਾਇਆ। ਇਹ ਮਹਾਰਾਜ ਨੇ ਚੰਡੀ ਦੀ ਵਾਰ 'ਚ ਲਿਖਿਆ। ਦੇਖ ਲਓ ਬਿਨਾਂ ਥੰਮਾਂ ਤੋਂ ਹੀ ਆਕਾਸ਼ ਉੱਤੇ ਕਿਵੇਂ ਟਿਕਿਆ। ਕੀ ਚੀਜ਼ ਹੈ ਇਹ? ਆ ਮਾੜਾ ਜਿਹਾ ਪੁਲ ਬਣਾ ਕੇ ਨਾ ਛੋਟਾ ਜਿਹਾ ਸਮੁੰਦਰ ਦੇ ਉੱਤੇ, ਤਾਂ ਫਿਰ ਕਹਿਣਗੇ ਥੱਲੇ ਕੋਈ ਥੰਮਾ ਨਹੀਂ ਦਿੱਤਾ। ਦੇਖੋ ਜੀ ਕਿੱਡੀ ਸਾਇੰਸ ਦੀ ਕਰਾਮਾਤ ਹੈ, ਵਾਹ। ਨਿੱਕੀ ਜੀ ਪੁਲੀ ਜੀ ਬਣਾਈ ਹੋਈ ਆ, ਤੇ ਆ ਇੰਨਾ ਵੱਡਾ ਆਕਾਸ਼ ਤੇ ਉਹਦੇ ਤਾਰੇ ਟਿਕਾ ਕੇ ਰੱਖਣੇ। ਖੰਡ ਬ੍ਰਹਿਮੰਡ ਡੋਲਦੇ ਨਹੀਂ, ਧਰਤੀ ਨਿਸ਼ਚਿੰਤ ਚੱਲ ਰਹੀ ਆ। ਤੇ ਆਪਣੇ ਟਾਈਮ ਦੇ ਉੱਤੇ ਐਨ ਪਾਬੰਦ ਸੂਰਜ ਚੜ੍ਹ ਜਾਂਦਾ, ਚੰਦਰਮਾ ਆ ਜਾਂਦਾ। ਇਹ ਨਹੀਂ ਦੇਖਿਆ ਕਦੇ। ਬਿਨ ਥੰਮਾ ਗਗਨ ਰਹਾਇਆ। ਕਿਹਾ ਵਾਹਿਗੁਰੂ ਨੇ ਕਿੱਡਾ ਵੱਡਾ ਕੌਤਕ ਰਚਿਆ। ਰਾਮ ਨਾਮ ਦਾ ਚਿੰਤਨ ਕਰਨ ਕਰਕੇ ਗੁਰਮੁਖਾਂ ਦੇ ਚਿੱਤ ਵਿੱਚੋਂ ਭਰਮ ਬੰਧਨ ਅਤੇ ਜਮਾਂ ਦਾ ਡਰ ਜਿਹੜਾ ਭਾਗਾ ਭੱਜ ਗਿਆ। ਕਹਿ ਕਬੀਰ ਮਦਨ ਕੇ ਮਾਤੇ ਹਿਰਦਾ ਦੇਖ ਵਿਚਾਰੀ। ਕਬੀਰ ਜੀ ਕਹਿੰਦੇ ਇਹ ਮਦਨ ਹੁੰਦਾ ਕਾਮ। ਕਹਿੰਦੇ ਕਾਮ ਦੇ ਵਿੱਚ ਮਸਤ ਹੋਏ ਹੋਏ ਰਾਜਨ, ਇੰਨੀਆਂ ਇੰਨੀਆਂ ਰਾਣੀਆਂ ਰੱਖੀਆਂ ਹੋਈਆਂ, ਵਿਕਾਰ ਭੋਗਦਾ ਹੈ। ਤੂੰ ਆਪਣੇ ਹਿਰਦੇ 'ਚ ਉਚਾਰ ਕੇ ਦੇਖ, ਸੁੱਖ ਕਿਹੜੀ ਗੱਲ ਵਿੱਚ ਹੈ? ਰਾਜ ਭਾਗ ਕਰਨ ਵਿੱਚ ਸੁੱਖ ਹੈ ਜਾਂ ਰਾਮ ਨਾਮ ਦੇ ਸਿਮਰਨ ਵਿੱਚ ਸੁੱਖ ਹੈ? ਤੁਮ ਘਰ ਲੱਖ ਕੋਟ ਅਸਵ ਹਸਤੀ ਹਮ ਘਰ ਏਕ ਮੁਰਾਰੀ। ਅਸਵ ਐੜਾ ਸੱਸਾ ਤੇ ਵਾਹਵਾ ਪੈਰ ਵਿੱਚ ਹੈ ਅਸਵ। ਕਹਿੰਦੇ ਰਾਜਨ ਤੁਹਾਡੇ ਘਰ ਵਿੱਚ ਤਾਂ ਲੱਖਾਂ ਕਰੋੜਾਂ ਘੋੜੇ ਹਾਥੀ ਨੇ। ਦੇਖ ਲੈ, ਪਰ ਸਾਡੇ ਘਰ ਵਿੱਚ ਇਹਨਾਂ ਸਾਰਿਆਂ ਪਦਾਰਥਾਂ ਦਾ ਦਾਤਾ ਇੱਕ ਵਾਹਿਗੁਰੂ ਹੈ। ਸੋ ਇਸ ਲਈ ਮੈਂ ਤੇਰੇ ਨਾਲੋਂ ਜ਼ਿਆਦਾ ਵਿਭੂਤੀ ਵਾਲਾ, ਭਾਵ ਸੰਪਤੀ ਵਾਲਾ। ਸੋ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਵਿਭੂਤੇ ਤੋਂ ਭਾਵ ਵਿਭੂਤੀ ਮਾਇਆ ਧਨ ਦੌਲਤ। ਇਹ ਕਹਿੰਦੇ ਵਿਭੂਤੀ ਵਾਲਾ ਹਾਂ। ਫਿਰ ਤੂੰ ਕਹਿੰਦੇ ਝੂਠਾ ਬਾਦਸ਼ਾਹ, ਮੈਂ ਸੱਚਾ। ਰੱਬ ਦੇ ਪਿਆਰੇ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਨਾਮ ਲਿਵ ਲਾਈ। ਇਹ ਪਰਮਾਤਮਾ ਦੇ ਪਿਆਰੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ ਗੌੜੀ ਜਿਉਂ ਕਾਪ ਕੇ ਕਰ ਮੁਸ਼ਟ ਚੰਨਨ ਕੀ। ਲੁਬਧ ਨਾ ਤਿਆਗ ਦਇਓ। ਕੱਪ ਨਹੀਂ ਕਹਿਣਾ ਕੱਸ ਕੇ, ਕੱਪ। ਕੱਪ ਨਾਮ ਹੁੰਦਾ ਬਾਂਦਰ ਦਾ। ਮੁਸ਼ਟ ਚੰਨਨ ਕੀ ਪਹਿਲਾ ਪ੍ਰਸੰਗ ਜਿਹੜਾ ਪਿਛਲੇ ਸ਼ਬਦ ਵਿੱਚ ਕਹਿ ਕੇ ਆਏ ਆ, ਇਸ ਸ਼ਬਦ ਵਿੱਚ ਪੂਰਾ ਪ੍ਰਸੰਗ ਬਾਂਦਰ ਦਾ ਦੱਸਦੇ ਨੇ। ਕਹਿੰਦੇ ਜਿਵੇਂ ਬਾਂਦਰ ਦੇ ਹੱਥ ਵਿੱਚ ਜਦੋਂ ਛੋਲਿਆਂ ਦੀ ਮੁੱਠੀ ਆਉਂਦੀ ਹੈ ਤਾਂ ਉਹ ਲੋਭ ਕਰਕੇ ਉਹਨੂੰ ਛੱਡ ਨਹੀਂ ਸਕਦਾ, ਤੇ ਫੜਨ ਵਾਲੇ ਆ ਕੇ ਫੜ ਲੈਂਦੇ ਨੇ। ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗ੍ਰਹਿ ਪਰਿਓ। ਇਸੇ ਪ੍ਰਕਾਰ ਹੀ ਇਹ ਜੀਵ ਰੂਪ ਬਾਂਦਰ ਨੇ ਜਿਹੜੇ ਜਿਹੜੇ ਵੀ ਕਰਮ ਕੀਤੇ ਨੇ ਉਹ ਪਦਾਰਥਾਂ ਦੀ ਪ੍ਰਾਪਤੀ ਦੇ ਲਾਲਚ ਵਿੱਚ ਲੱਗ ਕੇ ਕੀਤੇ ਨੇ। ਇਸੇ ਲਈ ਉਹ ਕਰਮ ਫਿਰ ਇਹਦੇ ਗਲ ਵਿੱਚ ਫਾਹੀ ਰੂਪ ਬਣ ਕੇ ਪੈ ਗਏ, ਮੁੜ ਕੇ ਗਲੋਂ ਹੀ ਨਹੀਂ ਲੈਂਦੇ। ਫਿਰ ਤਾਂ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਪਰ ਕਿਵੇਂ ਕਹਿੰਦੇ ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਬਸ ਫਿਰ ਸਤਿਗੁਰ ਦੇ ਚਰਨੀ ਪੈ ਕੇ ਕਿਹਾ ਮਹਾਰਾਜ ਇਹ ਸੰਗਲ ਖੋਲ ਦਿਓ, ਹੁਣ ਫਸ ਗਿਆ ਮੈਂ ਤਾਂ। ਭਗਤ ਬਿਨ ਬਿਰਥੇ ਜਨਮ ਗਇਓ।
ਨਿਰੰਕਾਰ ਦੀ ਭਗਤੀ ਤੋਂ ਬਿਨਾ ਜਨਮ ਜਿਹੜਾ ਸੀ ਵਿਅਰਥ ਕਰਮਾਂ ਦੇ ਕਰਨ ਵਿੱਚ ਮਨੁੱਖ ਐਵੇਂ ਗਵਾ ਕੇ ਹੀ ਚਲਿਆ ਜਾਂਦਾ, ਕਦਰ ਨਹੀਂ ਹੁੰਦੀ। ਬਹੁਤ ਜ਼ੋਰ ਸਾਡਾ ਇੰਨਾ ਜ਼ੋਰ ਲੱਗ ਜਾਂਦਾ, ਪਰਉਪਕਾਰ ਕਰਦੇ ਆ, ਰੋਟੀਆਂ ਤਾਂ 2 ਖਾਣੀਆਂ, ਮੈਨੂੰ 2 ਕੁੜਤੇ ਪਜਾਮੇ ਨਹੀਂ ਮੁੱਕਦੇ ਸਾਰੇ ਸਾਲ 'ਚ। ਅਸੀਂ ਘਰੋਂ ਕਿਉਂ ਨਿਕਲੇ? ਬਈ ਦੁਨੀਆ ਨੂੰ ਵੀ ਸਮਝਾ ਦਈਏ, ਆ ਪ੍ਰਚਾਰ ਗੁਰੂ ਕਾ ਕਰ ਦਈਏ, ਬਾਣੀ ਰਾਹੀਂ ਸਮਝਾ ਦਈਏ, ਗਿਆਨ ਦੇ ਦਈਏ। ਨਹੀਂ ਤਾਂ ਘਰੇ ਬਹਿ ਕੇ ਵੀ ਆਰਾਮ ਨਾਲ ਭਗਤੀ ਕਰ ਸਕਦੇ ਆ। ਨਿਕਲੇ ਤਾਂ ਪਰਉਪਕਾਰ ਲਈਆਂ, ਭਲੇ ਵਾਸਤੇ ਹੈ। ਇੰਨੀ ਉਮਰ ਹੋ ਗਈ, 30 ਸਾਲ ਹੋ ਗਏ, 31ਵਾਂ ਸਾਲ ਲੱਗ ਚੱਲਿਆ ਪ੍ਰਚਾਰ ਕਰਦਿਆਂ ਨੂੰ ਇਸ ਲਾਈਨ ਦੇ ਵਿੱਚ। ਪੰਥ ਦੀ ਸੇਵਾ ਵਾਹਿਗੁਰੂ ਨੇ ਬਹੁਤ ਜ਼ਿਆਦਾ ਕਰਵਾਈ, ਪਹਿਲਾਂ ਤੋਂ ਹੀ ਲੈ ਕੇ। ਇੰਨੀ ਸੇਵਾ ਦੇ ਬਾਵਜੂਦ ਵੀ ਇਹ ਕਿਰਤ ਘਣ ਹਲੇ ਸਾਡੇ ਮਗਰ ਪਏ ਹੋਏ ਨੇ। ਕਹਿੰਦੇ ਇਹ ਕਿਰਤ ਘਣ ਜਿਹੜਾ ਹੁੰਦਾ ਨਾ, ਬਾਹਲਾ ਹੀ ਭੈੜਾ ਹੁੰਦਾ। ਉਹ ਹਲੇ ਵੀ ਇਹ ਕਿਰਤ ਘਣ ਕੋਈ ਨਾ ਕੋਈ ਬੋਲਦੇ ਨੇ, ਉਹਨਾਂ ਨੂੰ ਧੇਲੇ ਦੀ ਅਕਲ ਨਹੀਂ ਹੁੰਦੀ। ਗੱਲਾਂ ਮਾਰਦੇ ਏਡੀ ਏਡੀ, ਜਿਹਨੇ ਆਪ ਨਾ ਦੇ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਨੀ। ਸੋ ਵਾਹਿਗੁਰੂ ਆ ਕਿਰਤ ਘਣਾ ਨੂੰ ਸਮੱਤ ਬਖਸ਼ੇ। ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾਓ। ਸਤ ਸੰਗਤ ਵਿੱਚ ਜਾ ਕੇ ਭਗਵਾਨ ਦੇ ਭਜਨ ਤੋਂ ਬਿਨਾਂ ਇਹ ਜੀਵ ਕਿਸੇ ਤਰ੍ਹਾਂ ਵੀ ਸੱਚੋ ਚੱਚੇ ਨੂੰ ਔਂਕੜ ਸੁੱਖ ਵਿੱਚ ਨਹੀਂ ਰਹਿੰਦਾ। ਕਹਿੰਦੇ ਕਹੀਂ ਨਾ ਸੱਚ ਰਹਿਓ, ਕਿਤੇ ਵੀ ਸੁੱਖ ਨਹੀਂ, ਕਿਤੇ ਵੀ ਸੱਚ ਨਹੀਂ, ਸੱਚਾ ਨਾਮ ਕਿਤੇ ਵੀ ਨਹੀਂ। ਸਾਧ ਸੰਗਤ ਭਗਵਾਨ ਭਜਨ ਬਿਨ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹੈ ਨਾ ਘਰਾਓ ਲਿਓ। ਕਹਿੰਦੇ ਜਿਵੇਂ ਜੰਗਲ ਬੀਆਬਾਨ ਵਿੱਚ ਖਿੜੇ ਹੋਏ ਫੁੱਲਾਂ ਦੀ ਘਰਾਓ ਹੁੰਦੀ, ਖੁਸ਼ਬੂ ਕਿਸੇ ਨੇ ਵੀ ਘਰਾਓ ਹੁੰਦਾ। ਘਰਾਣ ਇੰਦਰੀਆ ਨੱਕ ਨੂੰ ਕਹਿੰਦੇ ਨੇ, ਨੱਕ ਦੁਆਰਾ ਨਹੀਂ ਲਈ ਕਿਸੇ ਨੇ ਖੁਸ਼ਬੂ, ਕਿਉਂ ਜੰਗਲ 'ਚ ਫੁੱਲ ਖਿੜਿਆ, ਮੁਰਝਾ ਗਿਆ, ਖਤਮ ਹੋ ਗਿਆ। ਇਸੇ ਤਰ੍ਹਾਂ ਹੀ ਉਹਨਾਂ ਮਨਮੁਖਾਂ ਦਾ ਜਨਮ ਵੀ ਵਿਅਰਥੀ ਚਲਿਆ ਗਿਆ। ਉਹ ਮਨੁੱਖਾ ਜਨਮ ਦੇ ਸਹੀ ਪ੍ਰਯੋਜਨ ਨੂੰ ਪ੍ਰਾਪਤ ਨਹੀਂ ਕੀਤਾ। ਬਸ ਸਾਰੀ ਜ਼ਿੰਦਗੀ ਬਸ ਖਾ ਲਓ, ਪੀ ਲਓ, ਮੌਜਾਂ ਕਰ ਲਓ, ਆਹ 5-4 ਕੰਮ ਜੇ ਕਰੀ ਜਾਂਦੇ ਨੇ। ਅਖੀਰ ਮਰਨ ਵੇਲੇ ਕਹਿੰਦੇ ਮੈਂ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ, ਮੈਨੂੰ ਪਤਾ ਨਹੀਂ ਰੱਬ ਨੇ ਕਿਉਂ ਦੁੱਖ ਦੇਤਾ ਇੰਨਾ। ਤੈਸੇ ਭ੍ਰਮਤ ਅਨੇਕ ਜੋਨ ਮੈਂ ਫਿਰ ਕਾਲ ਹਇਓ। ਕਹਿੰਦੇ ਇਵੇਂ ਹੀ ਇਹ ਜੀਵ ਨਾਮ ਸਿਮਰਨ ਤੋਂ ਬਿਨਾਂ ਅਨੇਕਾਂ ਜੂਨੀਆਂ 'ਚ ਫਿਰਦਾ, ਤੇ ਕਾਲ ਭਗਵਾਨ ਇਹਨੂੰ ਬਾਰ-ਬਾਰ, ਹਇਓ ਦਾ ਅਰਥ ਹੈ ਮਾਰਦਾ, ਬਾਰ-ਬਾਰ ਹਇਓ ਕਰਦਾ, ਮਾਰਦਾ ਇਹਨੂੰ। ਇਹ ਆ ਧਨ ਜੋਬਨ ਅਰ ਸੁਤਦਾਰਾ ਪੇਖਣ ਕੋ ਜੋ ਦਇਓ। ਇਹ ਧਨ, ਇਹ ਜਵਾਨੀ, ਪੁੱਤਰ, ਇਸਤਰੀ, ਇਹ ਸਾਰੇ ਪਦਾਰਥ ਜੋ ਵਾਹਿਗੁਰੂ ਨੇ ਦਿੱਤੇ ਆ, ਉਹ ਪੇਖਣ ਕੀ ਹੈ, ਜਮੈਸ਼ ਕਰਨ ਵਾਸਤੇ ਦਿੱਤੇ ਆ ਉਹਨੇ। ਦੇਖਾਂ ਇੱਧਰ ਫਸਦਾ ਕਿ ਨਹੀਂ ਫਸਦਾ, ਜਾਣ ਕੇ ਦਿੱਤੇ ਆ ਕਿ ਵੇਖਾਂ ਇੱਧਰ ਲੱਗਦਾ ਕਿ ਮੇਰੇ ਵੱਲ ਲੱਗਦਾ, ਮੇਰਾ ਭਜਨ ਕਰਦਾ ਜਾਂ ਇੱਧਰ ਲੱਗਦਾ। ਇਸ ਕਰਕੇ ਪੁਰਸ਼ਾ ਤੂੰ ਇਹਨਾਂ ਨੂੰ ਪੇਖ ਨਾ, ਇਹਨਾਂ ਨੂੰ ਵੇਖ, ਇਹ ਤਾਂ ਤੇਰੀ ਪਰਖ ਵਾਸਤੇ ਆ। ਪੇਖਣ ਕੋ ਜੋ ਦਿਓ, ਰੱਬ ਦੇਖਦਾ ਵੀ ਕੀ ਕਰਦਾ, ਦੇਖਾਂ ਇਹ ਜਿੰਨੇ ਕੁ ਪਦਾਰਥ ਦਿੱਤੇ ਨੇ ਉਹ ਪੇਖਣ ਹੁੰਦਾ। ਬਾਜੀਗਰ ਦੀ ਮਾਇਆ ਵਾਂਗੂ ਝੂਠੇ ਹੀ ਨੇ ਸਾਰੇ। ਇਹ ਧਿਆਨ ਰੱਖ ਕੇ ਬੰਦਗੀ ਬਹੁਤੀ ਤਾਂ ਕਰਨੀ ਹੈ, ਉਧਰ ਨਹੀਂ ਜਾਣਾ। ਤਿਨ ਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਿਓ। ਉਹਨਾਂ ਪਦਾਰਥਾਂ ਵਿੱਚ ਜੋ ਪੁਰਸ਼ ਅਟਕ ਕੇ ਉਰਜੇ ਹੁੰਦੇ ਨੇ, ਫਸੇ ਪਏ ਨੇ, ਉਹਨਾਂ ਨੂੰ ਇੰਦਰੀਆਂ ਨੇ ਆਪਣੀ ਤਰਫ ਹੀ ਖਿੱਚ ਲਿਆ, ਪ੍ਰੇਰ ਲਿਆ। ਆਹ ਖਾਣ ਵਾਲੀ ਚੀਜ਼ ਬੜੀ ਸਵਾਦ, ਆਹ ਦੇਖਣ ਵਾਲੀ, ਚੰਗਾ ਭਲਾ ਮਨ ਟਿਕਿਆ ਹੋਵੇ ਨਾਮ ਦੇ ਵਿੱਚ, ਕੋ ਖਾਣ ਲੱਗ ਜੋ ਇੱਕਦਮ ਸਵਾਦ 'ਚ ਮਨ ਚਲੇ ਜਾ, ਆਹ ਬੜਾ ਸਵਾਦ, ਆਹ ਬੜਾ ਵਧੀਆ, ਦੇਖਣ ਵਾਲਾ, ਸੁਣਨ ਵਾਲੀ ਚੀਜ਼ 'ਚ ਫਸ ਜਾਂਦਾ। ਇਸ ਪ੍ਰਕਾਰ ਕਹਿੰਦੇ ਨੇ ਕਿ ਇਹ ਤੈਨੂੰ ਪਰਖਣ ਨੂੰ ਹੀ ਸਾਰੀਆਂ ਚੀਜ਼ਾਂ ਰੱਖੀਆਂ। ਬਾਜ਼ਾਰਾਂ ਵਿੱਚ ਵੀ ਨਵੀਆਂ ਚੀਜ਼ਾਂ ਰੋਜ਼ ਕੱਢਦੇ ਆ। ਆਹ ਮੋਬਾਈਲ ਵਾਲੇ ਮਹੀਨੇ ਕੇ ਬਾਅਦ ਨਵਾਂ ਮੋਬਾਈਲ ਕੱਢਦੇ, ਨਿਆਣੇ ਭੱਜ ਜਾਂਦੇ, ਕਮਲੇ ਹੋ, ਨਵਾਂ ਮੋਬਾਈਲ ਆ ਗਿਆ, ਨਵਾਂ ਟੀਵੀ ਆ ਗਿਆ, ਹੁਣ ਇੱਕ ਨਵੀਂ ਕਾਰ ਆਈ ਹੈ, ਇੱਕ ਨਵੀਂ ਘੜੀ ਆ ਗਈ ਦੁਨੀਆ ਤੇ, ਨਵੀਂ ਚੀਜ਼ ਆ ਗਈ। ਇਹ ਸਾਰੀਆਂ ਪੇਖਣ ਕੁਝ ਦਿਓ, ਇਹ ਸਾਰੀਆਂ ਦੇਖਣ ਨੂੰ ਪਰਖਣ ਨੂੰ ਹੀ ਹੈ, ਗੱਲਾਂ ਕੁਝ ਵੀ ਨਹੀਂ ਹੁੰਦੀਆਂ। ਸਾਰੀਆਂ ਚੀਜ਼ਾਂ ਐਵੇਂ ਇੱਕ ਸਵਾਦ ਪਏ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਕਹਿੰਦੇ ਕਿ ਥਾਂ ਥਾਂ ਦੇ ਉੱਤੇ ਖੇਹ ਖਾਂਦਾ ਫਿਰਦਾ, ਤਾਂ ਇਹ ਸਿਰਫ ਐਵੇਂ ਹੀ ਭਟਕਿਆ ਹੋਇਆ ਜੀਵ ਹੈ। ਮਨ ਇੱਕ ਜਗ੍ਹਾ ਦੇ ਉੱਤੇ ਟਿਕਦਾ ਨਹੀਂ ਇਹ ਜੀਵ ਦਾ। ਤਾਂ ਇੰਦਰੀਆਂ ਦਾ ਪ੍ਰੇਰ ਲਿਆ ਹੋਇਆ ਜੋ ਪੁਰਸ਼ ਇਹਨਾਂ ਸੰਬੰਧੀਆਂ ਵਿੱਚ ਪਦਾਰਥਾਂ 'ਚ ਅਟਕ ਕੇ ਫਸ ਰਿਹਾ, ਉਹ ਫਿਰ ਜੰਮਦਾ ਮਰਦਾ ਹੀ ਰਹਿੰਦਾ। ਔਦ ਅਨਲ ਤਨ ਤਿੰਨ ਕੋ ਮੰਦਰ ਚੌਂਦਿਸ ਠਾਠ ਠਾਇਓ। ਸਰੀਰ ਇੱਕ ਕਹਿੰਦੇ ਨੇ 3 ਤ੍ਰਿਣ ਹੁੰਦਾ, ਕੱਖਾਂ ਦਾ ਮੰਦਰ ਹੈ। ਇਸ ਦੇਹੀ ਦੇ ਚੌਹੀਂ ਪਾਸੇ ਔਦ ਉਮਰ ਰੂਪੀ ਅਨਲ ਅਗਨੀ ਦਾ ਬਣਾਓ ਬਣਿਆ ਹੋਇਆ। ਪਾਵਕ ਤਲਾ ਜਲਾਵਤ ਹੈ, ਪਾਵਕ ਤਲਾ ਜਲਾਵਤ ਹੈ। ਕਹਿੰਦੇ ਉਹ ਥੱਲੇ ਅੱਗ ਬਾਲੀ ਹੋਈ ਹੈ,
ਕਿ ਤ੍ਰਿਣ ਕੋ ਮੰਦਰ ਸਾਸ ਸਵਾਰਿਓ। ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਬਿਲਾਵਲ ਰਾਗ ਵਿੱਚ ਵੀ ਇਹ ਬਚਨ ਲਿਖੇ ਨੇ। ਕਹਿੰਦੇ ਉਮਰਾ ਸਹਿਜ ਜੋ ਸਰੀਰ ਹੈ ਇਹੀ ਕੱਖਾਂ ਦਾ ਮੰਦਰ ਹੈ, ਇਸ ਦੇ ਚੌਹੀਂ ਪਾਸੀ ਕਾਲ ਰੂਪੀ ਅਗਨੀ ਦਾ ਬਣਾਓ ਬਣਿਆ ਹੋਇਆ। ਤ੍ਰਿਣ ਕੋ ਮੰਦਰ ਸਾਸ ਸਵਾਰਿਓ, ਪਾਵਕ ਤਲਾ ਜਰਾਵਤ ਹੈ 821 ਅੰਗ ਤੇ ਆਏ। ਕਹਿ ਕਬੀਰ ਭੈ ਸਾਗਰ ਤਰਨ ਕਉ, ਮੈਂ ਸਤਿਗੁਰ ਓਟ ਲਿਓ। ਸੋ ਇਸ ਕਉ ਨਾਨਕ ਬੰਧਨ ਕਾਟਨ ਕਉ, ਮੈਂ ਸਤਿਗੁਰ ਪੁਰਖ ਧਿਆਵਤ ਹੈ। ਉਹ ਅਖੀਰਲੀ ਪੰਕਤੀ ਉਸ ਸ਼ਬਦ ਦੀ ਇਹ ਹੈ। ਸੋ ਇਸ ਕਰਕੇ ਇੱਥੇ ਕਬੀਰ ਜੀ ਕਹਿੰਦੇ ਨੇ ਭੈ ਦਾ ਸੰਸਾਰ ਸਮੁੰਦਰ ਦੇ ਤਰਨੇ ਨੂੰ ਮੈਂ ਸਤਿਗੁਰਾਂ ਦੀ ਓਟ ਨੂੰ ਲੈਣਾ ਕੀਤਾ। ਕਬੀਰ ਜੀ ਕਹਿੰਦੇ ਸਤਿਗੁਰਾਂ ਬਿਨਾਂ ਕੋਈ ਨਹੀਂ ਛੁਡਾ ਸਕਦਾ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਬਈ ਮੈਂ ਸਤਿਗੁਰ ਪੁਰਖ ਧਿਆਵਤ ਹੈ। ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਆਪਣੇ ਆਪ ਨਹੀਂ ਬਚਿਆ ਜਾਂਦਾ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ। ਭੱਜ ਕੇ ਗੁਰਾਂ ਦੀ ਸ਼ਰਨ ਪੈ ਜਾਓ, ਗੁਰੂ ਵਾਲੇ ਬਣ ਜਾਓ, ਨਾਮ ਜਪ ਲਓ। ਗੌੜੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਕੋਈ ਹੰਕਾਰੀ ਬੰਦਾ ਆਇਆ ਉਹਨੂੰ ਉਪਦੇਸ਼ ਕਰਦੇ ਨੇ। ਬਾਹਲਾ ਹੀ ਕਈਆਂ ਸਰੀਰ ਦੀ ਆਕੜ, ਪੈਸੇ ਦੀ ਆਕੜ, ਮੇਰਾ ਰੰਗ ਬੜਾ ਵਧੀਆ, ਸਾਡੇ ਐ ਲੰਬਾ ਕੱਦ ਜੇ ਉਹ, ਪਤਾ ਨਹੀਂ ਕਿੱਥੇ ਤੱਕ ਹੰਕਾਰ ਚੜਿਆ ਹੁੰਦਾ ਉਹਨਾਂ ਨੂੰ। ਇਹੋ ਜਿਹੇ ਬੰਦਿਆਂ ਨੂੰ ਫਿਰ ਉਹਦਾ ਮੂਲ ਯਾਦ ਕਰਾਈਦਾ ਵੀ ਤੂੰ ਹੈ ਕੀ ਓਏ, ਕੀ ਚੀਜ਼ ਹੈ ਤੂੰ। ਪਾਣੀ ਮੈਲਾ, ਪਿਤਾ ਦਾ ਜਿਹੜਾ ਬੀਰਜ ਅਪਵਿੱਤਰਾ ਤੇ ਮਾਟੀ ਗੋਰੀ, ਮਾਤਾ ਦੀ ਰਕਤ ਜਿਹੜੀ ਗੋਰੀ ਤੋਂ ਭਾਵ ਲਾਲ ਹੈ, ਖੂਨ ਹੈ, ਉਹ ਵੀ ਅਪਵਿੱਤਰ ਹੈ। ਇਸ ਅਪਵਿੱਤਰ ਵੀਰਜ ਦੇ ਮਿਲਾਪ ਕਰਕੇ ਦੇਹ ਦੀ ਪੁਤਲੀ ਜੋੜਨਾ ਕੀਤੀ ਪਰਮਾਤਮਾ ਨੇ। ਜਿਵੇਂ ਕਹਿੰਦੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪ ਆਰਾ। ਤੂੰ ਵਾਹਿਗੁਰੂ ਅੱਗੇ ਪ੍ਰਾਰਥਨਾ ਹੈ ਕਿ ਤੂੰ ਐਵੇਂ ਗੰਦਗੀ ਤੋਂ ਥੈਲਾ, ਗੰਦਗੀ ਤੋਂ ਬਣਿਆ। ਸੋ ਇਹ ਜਿਹੜਾ ਮੈਲਾ ਪਾਣੀ ਤੋਂ ਤੇਰਾ ਉਤਪਤੀ ਹੋਈ ਹੈ, ਕੀ ਹੈ ਹਮ ਕੀਰੇ ਕਰਮ ਹੈ, ਔਰ ਇਸ ਤੋਂ ਉੱਤੇ ਕੀ ਹੈ। ਬਹੁਤਾ ਜ਼ਿਆਦਾ ਆਪਣੇ ਆਪ ਜਦੋਂ ਹੰਕਾਰ ਚੜ੍ਹ ਜੇ, ਫਿਰ ਉਹਦੇ ਹੰਕਾਰ ਦੇ ਲੈਵਲ ਨੂੰ ਘਟਾਉਣ ਲਈ ਫਿਰ ਇਸ ਤਾੜਨਾ ਦਾ ਉਪਦੇਸ਼ ਕਰਦੇ ਨੇ। ਮੈਂ ਨਾਹੀ ਕਛ ਆਹੇ ਨਾ ਮੋਰਾ, ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾਓ। ਕਹਿੰਦੇ ਆਓ ਬੇਨਤੀ ਕਰੋ ਵਾਹਿਗੁਰੂ ਦਾ ਹੱਥ ਜੋੜ ਕੇ, ਮੈਂ ਕੋਈ ਚੀਜ਼ ਨਹੀਂ ਆ ਅਤੇ ਨਾ ਹੀ ਮੇਰਾ ਕੁਝ ਪਦਾਰਥ ਆਹੇ ਹੈ। ਹੇ ਪਰਮੇਸ਼ਰ, ਹੇ ਗੋਬਿੰਦ, ਸਰੀਰ, ਦੌਲਤ, ਸਾਰਿਆਂ ਰਸਾਂ ਦਾ ਸਵਾਦ ਇਹ ਸਭ ਆਪ ਦਾ ਹੀ ਦਿੱਤਾ ਹੋਇਆ ਜੀ ਮੈਨੂੰ। 337 ਅੰਗ ਤੇ ਫਰਮਾਉਂਦੇ ਨੇ ਵਿਸ਼ਰਾਮ ਦੇ ਕੇ। ਇਸ ਮਾਟੀ ਮਹਿ ਪਵਨ ਸਮਾਇਆ, ਝੂਠਾ ਪਰਪੰਚ ਜੋਰ ਚਲਾਇਆ। ਇਸ ਮਿੱਟੀ ਰੂਪ ਦੇਹ ਵਿੱਚ ਉਸ ਵਾਹਿਗੁਰੂ ਦੇ ਹੁਕਮ ਨਾਲ ਪਵਨ ਹੁੰਦਾ ਸਵਾਸ ਸਮਾ ਰਹੇ ਨੇ। ਸੋ ਜਿਸ ਵਾਹਿਗੁਰੂ ਨੇ ਆਪਣੇ ਜ਼ੋਰ ਨਾਲ ਝੂਠੇ ਸੰਸਾਰ ਨੂੰ ਸੱਚਾ ਕਰਕੇ ਚਲਾਇਆ, ਇਸ ਸੰਸਾਰ ਵਿੱਚ ਜੀਵ ਨੇ ਆਪਣਾ ਆ ਕੇ ਝੂਠਾ ਹੁਕਮ ਚਲਾਉਣਾ ਕੀਤਾ। ਸਮਝਦਾ ਤਾਂ ਹੈ ਨਹੀਂ ਇਹ। ਕਿਨਹੂ ਲਾਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀ ਆਫੋਰੀ। ਜੇ ਕਿਸੇ ਨੇ ਹਿੰਮਤ ਕਰਕੇ ਕਰਮਾਂ ਅਨੁਸਾਰ 5 ਲੱਖ ਰੁਪਈਆਂ ਦੀ ਕੁੰਨੀ ਜੋੜ ਲਈ ਤਾਂ ਕੀ ਲਾਭ ਹੈ, ਕਿਉਂਕਿ ਪ੍ਰਾਣ ਛੱਡਣ ਵੇਲੇ ਤਾਂ ਨਾਲ ਨਹੀਂ ਜਾਣੀ। ਸਭ ਦੇ ਸਿਰ ਕੋਲ 2 ਪੈਸਿਆਂ ਦੀ ਮਿੱਟੀ ਦੀ ਘੜੀ ਭੰਨੀ ਜਾਂਦੀ ਹੈ। ਸੋਨੇ ਦੀ ਘੜੀ ਨੂੰ ਕੋਈ ਨਹੀਂ ਭੰਨਦਾ। ਲਿਆ ਤੇਰੇ ਸੋਨੇ ਦੀ ਕੁੱਜੀ ਭੰਨਦੀ ਹੈ ਸਿਰ ਕੋਲੇ। ਕਹਿੰਦੇ ਮਨੁੱਖ ਜਿਸ ਦੇਹ ਦਾ ਤੂੰ ਹੰਕਾਰ ਕਰਦਾ ਨਾ, ਇਹ ਦੇਹ ਤਾਂ ਇਉਂ ਨਾਸ ਹੋ ਜਾਣ ਵਾਲੀ ਹੈ ਜਿਸ ਤਰ੍ਹਾਂ ਕਿਸੇ ਨੇ ਲਾਖ ਦੇ ਟਾਂਕੇ ਨਾਲ ਟੁੱਟੀ ਹੋਈ ਗਾਗਰ ਜੋੜ ਲਈ। ਜੋੜ ਤਾਂ ਲਈ ਪਰ ਅਖੀਰ ਨੂੰ ਉਹ ਗਾਗਰ ਛੇਤੀ ਤੋਂ ਛੇਤੀ ਟੁੱਟ ਜਾਂਦੀ ਹੈ। ਇਸੇ ਤਰ੍ਹਾਂ ਬੜੀਆਂ ਬੜੀਆਂ ਦਵਾਈਆਂ ਖਵਾ ਕੇ ਦੇਹ ਨੂੰ ਖੜਿਆ ਤਾਂ ਕਰ ਲਿਆ, ਪਰ ਅੰਤ ਨੂੰ ਫੇਰ ਇਹ ਨਾਸ ਹੋ ਜਾਣਾ। ਕਿਸੇ ਨੇ ਲਾਖ ਹੁੰਦਾ ਜਾਣ ਲਿਆ ਕਿ ਇਹ ਦੇਹ 5 ਤੱਤਾਂ ਦੀ ਜੋੜੀ ਹੋਈ ਹੈ, ਤੇ ਕਿਸੇ ਨੇ ਜਾਣ ਲਿਆ ਕਿ ਨਾਮ ਤੇ ਰੂਪ ਇਹ 2 ਅੰਸ਼ਾਂ ਮਾਇਆ ਦੀਆਂ ਹਨ। ਅਸਤੀ ਭਾਂਤੀ ਪ੍ਰਿਯ ਰੂਪ 3 ਅੰਸ਼ਾਂ ਪਰਮੇਸ਼ਰ ਦੀਆਂ ਹਨ। ਇਹਨਾਂ 5 ਅੰਸ਼ਾਂ ਕਰਕੇ ਦੇਹ ਜੋੜੀ ਹੋਈ ਹੈ। ਨਾਮ ਤੇ ਰੂਪ, ਅਸਤੀ ਭਾਂਤੀ ਪ੍ਰਿਯ, ਇਹਨਾਂ 5 ਤੋਂ ਇਹ ਦੇਹ ਹੀ ਜੋੜੀ ਹੋਈ ਹੈ। ਪਰ ਇਹ ਦੇਹ ਰੂਪੀ ਗਾਗਰ ਕਹਿੰਦੇ ਅੰਤ ਨੂੰ ਟੁੱਟ ਜਾਣੀ ਹੈ। ਇਤਨੇ ਕੁ ਲੱਗ ਗਿਆ ਠਣਕਾ, ਬਸ ਮਾੜੇ ਜਿਹੇ ਠਣਕੇ ਜੀ ਟੁੱਟ ਜਾਣੀ ਹੈ। ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮਹਿ ਬਿਨ ਸਜਾਏ ਹੰਕਾਰੀ। ਕਬੀਰ ਜੀ ਕਹਿੰਦੇ ਹੰਕਾਰੀ ਪੁਰਸ਼ਾ, ਇਹ ਜਿਹੜੀ ਤੂੰ ਦੇਹ ਰੂਪ ਨੀਂਹ ਪਦਾਰਥਾਂ ਦਾ ਚਿੱਕੜ ਗਾਰਾ ਲਾ ਕੇ ਉਸਾਰੀ ਹੈ ਨਾ, ਸੋ ਇਹ ਤਾਂ ਇੱਕ ਦਿਨ ਕਹਿੰਦੇ ਨਾਸ ਹੋ ਜਾਣ ਵਾਲੀ ਹੈ। ਕਹਿੰਦੇ ਫਿਰ ਤਰਦਾ ਕੌਣ ਆ, ਕਿਰਪਾ ਕਰਕੇ ਦੱਸੋ। ਕਬੀਰ ਜੀ ਕਹਿੰਦੇ ਬ੍ਰਹਮ ਰੂਪ ਕੋਟ ਦੇ ਉਸਾਰਨ ਲਈ ਜਿਨ੍ਹਾਂ ਨੇ ਸ਼ਰਧਾ ਰੂਪ ਨੀਂਹ ਰੱਖ ਕੇ ਭਗਤੀ ਰੂਪੀ ਕੰਧ, ਪ੍ਰੇਮ ਰੂਪੀ ਚੂਨਾ ਲਾ ਕੇ ਉਸਾਰਨਾ ਕੀਤੀ ਹੈ, ਉਹਨਾਂ ਦੇ ਅੰਤःਕਰਨ ਵਿੱਚੋਂ ਹੰਕਾਰ ਆਦਿਕ ਵਿਕਾਰ ਇੱਕ ਖਿਣ ਵਿੱਚ ਹੀ ਦੂਰ ਹੋ ਜਾਂਦੇ ਨੇ।
ਗੌੜੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਅਜਿਹੇ ਰਾਮ ਨੂੰ ਜੀ ਚਿੱਤ ਵਿੱਚ ਇਸ ਪ੍ਰਕਾਰ ਜਪਣਾ ਕਰੋ ਜਿਵੇਂ ਧਰੂ ਜੀ ਨੇ, ਭਗਤ ਜੀ ਨੇ ਅਤੇ ਪ੍ਰਹਿਲਾਦ ਭਗਤ ਜੀ ਨੇ ਜਗਤ ਤੋਂ ਉਪਰਾਮ ਹੋ ਕੇ ਪੂਰਨ ਵਿਸ਼ਵਾਸ ਰੱਖ ਕੇ ਜਪਿਆ ਸੀ। ਐਸੇ ਐਸੇ ਪਦ ਦੋ ਹਨ ਅਤੇ ਦੋ ਹੀ ਭਗਤਾਂ ਦੇ ਨਾਂ ਨੇ। ਇਸ ਲਈ ਇੰਜ ਭਾਵ ਹੈ ਕਿ ਜੀ ਵਿਖੇ ਰਾਮ ਨੂੰ ਇਉਂ ਜਪੋ ਜਿਵੇਂ ਧਰੂ ਭਗਤ ਜੀ ਨੇ ਹਰੀ ਨੂੰ ਜਪਿਆ, ਜੀ ਵਿਖੇ ਰਾਮ ਨੂੰ ਇਉਂ ਜਪੋ ਜਿਵੇਂ ਪ੍ਰਹਿਲਾਦ ਭਗਤ ਜੀ ਨੇ ਜਪਿਆ। ਪ੍ਰਾਰਥਨਾ ਕਰੋ ਪਰਮਾਤਮਾ ਅੱਗੇ। ਰਾਮ, ਉਦੋਂ ਤਾਂ ਰਾਮ ਜੀ ਕਿੱਥੇ ਸੀਗੇ? ਕਹਿੰਦੇ ਨਹੀਂ, ਉਹ ਰਾਮ ਜੋ ਰਮਿਆ ਹੋਇਆ ਪਰਮੇਸ਼ਰ, ਉਹਦੀ ਗੱਲ ਕਰਦੇ ਆ। ਜਿਸ ਰਾਮ ਦਾ ਨਾਮ ਜੋ ਨਿਰਗੁਣ ਰਾਮ ਹੈ, ਵਿਆਪਕ ਰਾਮ ਹੈ, ਰਮਿਆ ਹੋਇਆ ਰਾਮ ਹੈ, ਰਮੰਤੀ ਰਾਮ ਹੈ, ਸਰਬ ਵਿਆਪਕ ਪਰਿਪੂਰਨ ਪਰਮਾਤਮਾ ਹੈ। ਸੋ ਜਿਵੇਂ ਦ੍ਰੋਪਦੀ ਦੀ ਲੱਜਾ ਜਦੋਂ ਲਾਉਣ ਲੱਗੇ ਸਾੜੀ ਉਤਾਰਦੇ, ਕਈ ਨਾਂ ਲਏ, ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ, ਇਹ ਮੁਰਾਰੀ ਮੇਰੀ ਰੱਖਿਆ ਕਰੋ, ਵਾਸੂਦੇਵ ਮੇਰੀ ਰੱਖਿਆ ਕਰੋ ਕਰਦੇ ਰਹੇ। ਜਦੋਂ ਦੇਖਿਆ ਤਾਂ ਕੰਮ ਖਰਾਬ ਹੋਣ ਲੱਗਿਆ, ਫਿਰ ਇੱਕਦਮ ਮਨ 'ਚੋਂ ਅਰਦਾਸ ਨਿਕਲੀ, ਹੇ ਸਰਬ ਵਿਆਪਕ ਮੇਰੀ ਰੱਖਿਆ ਕਰੋ। ਉਹ ਜਦੋਂ ਸਰਬ ਵਿਆਪਕ ਨੂੰ ਧਿਆਇਆ ਤਾਂ ਰੱਖਿਆ ਹੋਈ। ਇਸ ਕਰਕੇ ਆਪਾਂ ਥੋੜ੍ਹੇ ਜਿਹੇ ਭੁਲੇਖੇ 'ਚ ਨਾ ਪਈਏ। ਸਰਬ ਵਿਆਪਕ ਜੋ ਰਾਮ ਹੈ, ਸਰਬ ਵਿਆਪਕ ਜੋ ਵਾਹਿਗੁਰੂ ਹੈ, ਸਰਬ ਵਿਆਪਕ ਹੈ ਪਰਮਾਤਮਾ, ਸਰਬ ਵਿਆਪਕ ਪਰਮਾਤਮਾ ਦਾ ਨਾਮ ਲੈਣਾ। ਰਾਮ ਜਪੋ ਜੀ ਐਸੇ ਐਸੇ, ਜਿਵੇਂ ਉਹਨਾਂ ਨੇ ਜਪਿਆ ਸੀ ਉਹਨਾਂ ਨੂੰ ਪ੍ਰਾਪਤੀ ਹੋਈ ਸੀ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ ਰਹਾਓ। ਤੋ ਇਸ ਪ੍ਰਕਾਰ ਪ੍ਰਾਰਥਨਾ ਕਰਨੀ ਹੀ ਦੀਨ ਦਿਆਲ ਪਰਮਾਤਮਾ ਤੇਰੇ ਭਰੋਸੇ ਕਰਕੇ ਹੀ ਅਸਾਂ ਨੇ ਸਾਰੇ ਇੰਦਰੀਆਂ ਆਦਿਕ ਪਰਿਵਾਰ ਨਾਮ ਰੂਪ ਜਿਹੜਾ ਹੈ ਨਾ, ਬੇੜੇ ਹੁੰਦਾ ਜਹਾਜ਼ ਉੱਤੇ ਚੜਾਇਆ। ਇੱਥੇ ਫੇਰ ਉਹੀ ਅੱਖਰ ਆਇਆ ਜਹਾਜ਼, ਸਭ ਪਰਿਵਾਰ ਚੜਾਇਆ ਬੇੜੇ। ਬੇੜੇ ਦਾ ਭਾਵ ਇੱਥੇ ਜਹਾਜ਼ ਆ, ਜੇ ਜਹਾਜ਼ ਲਿਖਿਆ ਫਿਰ ਬੇੜਾ। ਜਹਾਜ਼ ਜਿਹੜਾ ਨਾਮ ਦਾ, ਸੰਸਾਰ ਸਮੁੰਦਰ ਹੈ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਜਾਂ ਤਿਸ ਨਿਰੰਕਾਰ ਨੂੰ ਇਹ ਜੀਅ ਭਾ ਜਾਵੇ ਨਾ, ਤਾਂ ਉਹ ਆਪਣਾ ਹੁਕਮ ਮਨਾਉਂਦਾ, ਤਾਂ ਫਿਰ ਇਸ ਮਨੁੱਖਾ ਦੇਹ ਰੂਪ ਬੇੜੇ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ। ਸਤਿਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਇਸ ਪ੍ਰਕਾਰ ਦੀ ਬੁੱਧੀ ਆ ਕੇ ਸਮਾਈ ਆ ਨਾ, ਉਹਨਾਂ ਦੀ ਆਵਨ ਜਾਨੀ ਹੁੰਦਾ ਜੰਮਣ ਮਨ ਦੀ ਕਹਾਣੀ ਚੂਕ ਗਈ, ਮੁੱਕ ਗਈ, ਖਤਮ ਹੋ ਗਈ। ਉਹ ਕਹੋ ਕਬੀਰ ਭਜ ਸਾਰਿੰਗ ਪਾਨੀ, ਔਰ ਵਾਰ ਪਾਰ ਸਭ ਏਕੋ ਦਾਨੀ। ਕਬੀਰ ਜੀ ਕਹਿੰਦੇ, ਹੈ ਜੀਵ ਤੂੰ ਸਾਰੰਗ ਪਾਨੀ ਨਾਮ ਪਰਮਾਤਮਾ ਦਾ, ਪਰਮਾਤਮਾ ਨੂੰ ਇਸ ਪ੍ਰਕਾਰ ਭਜਨਾ ਕਰ ਜਿਵੇਂ ਸਾਰੰਗ ਹੁੰਦਾ ਪਪੀਹਾ, ਪਾਨੀ ਹੁੰਦਾ ਸਵੰਤੀ ਬੂੰਦ ਨੂੰ ਭਜਦਾ, ਔਰ ਵਾਰ ਹੁੰਦਾ ਉਰਲਾ ਪਾਸਾ ਇਹ ਲੋਕ, ਪਾਰ ਹੁੰਦਾ ਪਰਲੋਕ। ਤੇ ਸਭ ਜਗ੍ਹਾ ਪਰ ਇੱਕ ਕਹਿੰਦੇ ਦਾਨੀ ਨੂੰ ਪਰਮਾਤਮਾ ਜਾਣਨਾ ਕਰ। ਕਹਿੰਦੇ ਲੋਕ ਪਰਲੋਕ ਦੇ ਸਾਰਿਆਂ ਜੀਵਾਂ ਨੂੰ ਇੱਕ ਪਰਮਾਤਮਾ ਹੀ ਦਾਨ ਦੇਣ ਵਾਲਾ ਜਾਣਨਾ ਕਰ। ਗੌੜੀ ਨਾਵੀਂ ਜੋਨ ਛਾੜ ਜੋ ਜਗ ਮਹਿ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਗੌੜੀ ਨਾਵੀਂ, ਨੌਵੀਂ ਜਾਤੀ ਗੌੜੀ ਦੀ ਹੈ, ਇਸ ਕਰਕੇ ਗੌੜੀ ਨਾਵਾਂ ਨਹੀਂ ਕਹਿਣਾ, ਗੌੜੀ ਨਾਵੀਂ। ਸੋ ਇਸ ਪ੍ਰਕਾਰ ਪਿੱਛੇ ਪੌੜੀ ਆਇਆ ਸੀ, ਇੱਥੇ ਪੌੜੀ ਪੰਜਵਾਂ, ਉਹ ਪੰਜਵੇਂ ਪਾਤਸ਼ਾਹ ਦੀ ਪੌੜੀ ਕਰਕੇ ਉੱਥੇ ਪੌੜੀ ਪੰਜਵੀਂ ਨਹੀਂ ਕਹਿਣਾ। ਕਹਿੰਦੇ ਇਹ ਜੀਵ ਮਾਂ ਦੀ ਜੋ ਗਰਭ ਜੋਨੀ ਨੂੰ ਛੱਡ ਕੇ ਜਦੋਂ ਤੂੰ ਸੰਸਾਰ 'ਚ ਆਇਆ ਸੀ, ਸੋ ਉਦੋਂ ਮਾਇਆ ਦੀ ਵਾਸ਼ਨਾ ਰੂਪੀ ਹਵਾ ਲੱਗਦਿਆਂ ਨਾਲ ਹੀ ਲੱਗਦੇ ਸਾਰ ਹੀ ਖਸਮ ਨੂੰ ਭੁਲਾਤਾ। ਬਸ ਜਿਉਂ ਹੀ ਜਨਮ ਲੈਂਦਾ, ਸੋ ਬਾਹਰ ਆਉਂਦਿਆਂ ਹੀ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜੀਰਾ ਹਰ ਕੇ ਗੁਨਾ ਗਾਓ ਰਹਾਓ। ਕਹਿੰਦੇ ਜੀਵ ਹੁਣ ਵੀ ਤੂੰ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਪੁੱਠੇ ਕੰਮਾਂ ਨੂੰ ਛੱਡ ਦੇ। ਨਿੰਦਾ ਚੁਗਲੀ ਉਹਦਾ ਕੰਮ ਮੈਂ ਵਿਗਾੜ ਦਿਆਂਗਾ, ਫਲਾਣੇ ਦਾ ਮੈਂ ਕਰ ਦਿਆਂਗਾ, ਕਰ ਲੈ ਫਿਰ, ਦੇਖ ਕਰਕੇ ਦੇਖ ਲੈ, ਜੇ ਤੈਥੋਂ ਹੁੰਦਾ ਤਾਂ ਕਰਕੇ ਦਿਖਾ। ਜੇ ਵਾਹਿਗੁਰੂ ਨਾ ਕਰੇ ਫੇਰ ਨਹੀਂ ਹੁੰਦਾ। ਇਸ ਕਰਕੇ ਤੂੰ ਛੱਡ ਦੇ ਜ਼ੋਰ ਲਾਉਣੇ, ਰੱਬ ਦਾ ਨਾਂ ਜਪਿਆ ਕਰ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਗਰਭ ਜੋਨ ਮਹਿ ਉਰਧ ਤਪ ਕਰਤਾ, ਤਾਉ ਜਠਰ ਅਗਨ ਮਹਿ ਰਹਿਤਾ। ਸੋ ਮਾਤਾ ਦੀ ਗਰਭ ਜੋਨੀ ਵਿੱਚ ਤੂੰ ਕਹਿੰਦੇ ਉਰਧ ਉਲਟਾ ਲਟਕਿਆ ਹੋਇਆ ਸੀ, ਤਪ ਕਰ ਰਿਹਾ ਸੀ,
ਤਾਂ ਹੀ ਤੂੰ ਮਾਤਾ ਦੀ ਜਠਰ ਅਗਨ ਪੇਟ ਦੀ ਅੱਗ ਵਿੱਚ ਸੜਨ ਤੋਂ ਬਚਿਆ ਰਹਿੰਦਾ ਸੀ, ਕਿਉਂਕਿ ਉੱਥੇ ਬੰਦਗੀ ਕਰਦਾ ਸੀ, ਸਿਮਰਨ ਹਰ ਵਕਤ ਜੁੜਿਆ ਰਹਿੰਦਾ। 100 ਜਨਮ ਦਾ ਗਿਆਨ ਸੀ, ਉੱਥੇ ਬੰਦਗੀ ਕਰਦਾ ਸੀ। ਕਹਿੰਦਾ ਇਹ ਵਾਹਿਗੁਰੂ ਇਹ ਕਾਲ ਕੋਠੜੀ ਚੋਂ ਕੱਢ ਲੈ, ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰੂੰਗਾ। ਸੋ ਜਦੋਂ ਹੀ ਜਨਮ ਲੈ ਲਿਆ ਬਸ ਗਿਆ, ਉਸੇ ਵਕਤ ਹੀ ਸਭ ਕੁਝ ਛੱਡ ਕੇ ਮਾਇਆ ਵੱਲ ਹੋ ਲਿਆ। ਤਾਂ ਮਹਾਰਾਜ ਕਹਿੰਦੇ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਜਿਹੜੇ ਗੁਰਮੁਖ ਨੇ ਉਹਨਾਂ ਨੇ ਕੌਲ ਕਰਾਰ ਕੀਤੇ ਹੋਏ ਅਨੁਸਾਰ ਵਾਹਿਗੁਰੂ ਨੂੰ ਯਾਦ ਕੀਤਾ, ਤੇ ਮਨਮੁਖ ਜਿਹੜਾ ਸੀ ਉਹ ਭੁੱਲ ਗਿਆ ਪਰਮਾਤਮਾ ਨੂੰ। 184 ਜੋਨ ਭ੍ਰਮ ਆਇਓ, ਅਬ ਕੇ ਛੁੱਟ ਕੇ ਠੌਰ ਨਾ ਠਾਇਓ। ਕਹਿੰਦੇ ਭਾਈ ਤੂੰ 84 ਲੱਖ ਜੂਨਾਂ 'ਚ ਭਰਮਦਾ ਮਨੁੱਖਾ ਦੇਹ ਵਿੱਚ ਆਇਆ। ਅਬ ਕੇ ਹੁੰਦਾ ਹੁਣ ਦੇ ਸਮੇਂ ਤੋਂ ਛੁੱਟਣ ਕਰਕੇ ਮਨੁੱਖਾ ਜਿਹੜੀ ਹੈ ਨਾ ਦੇਹ, ਇਹਨੂੰ ਨਿਸਫਲ ਗਾਉਣ ਕਰਕੇ ਠਹਿਰਨ ਨੂੰ ਕੋਈ ਤੈਨੂੰ ਜਗ੍ਹਾ ਨਹੀਂ ਮਿਲਣੀ, ਪ੍ਰਾਪਤੀ ਨਹੀਂ ਹੋਣੀ ਕਿਸੇ ਜਗ੍ਹਾ ਦੀ, ਹੋਰ ਫਿਰ ਤੈਨੂੰ ਜਨਮ ਨਹੀਂ ਮਿਲਣਾ। ਮਨੁੱਖਾ ਜੂਨਾਂ 'ਚ ਪੈ ਜਾਏਗਾ, ਕੀ ਫਾਇਦਾ? ਤਰਸ ਕਰ ਆਪਣੇ ਉੱਤੇ, ਦਇਆ ਕਰ। ਕਹੋ ਕਬੀਰ ਭਜ ਸਾਰਿੰਗ ਪਾਣੀ, ਆਵਤ ਦੀਸੈ ਜਾਤ ਨਾ ਜਾਣੀ। ਕਬੀਰ ਜੀ ਕਹਿੰਦੇ ਭਾਈ ਜਿਹੜਾ ਹੈ ਨਾ ਪਾਣੀ ਹੁੰਦਾ ਹੱਥਾਂ ਵਿੱਚ, ਸਾਰੰਗ ਨਾਮਾ ਧਨਖ ਜੀ ਨੇ ਫੜਿਆ ਹੋਇਆ, ਉਹ ਪ੍ਰਮਾਤਮਾ ਦਾ ਨਾਮ ਰੱਖਿਆ ਸਾਰੰਗ ਪਾਣੀ। ਉਹਦਾ ਭਜਨ ਕਰਿਆ ਕਰ। ਜੋ ਪ੍ਰਮਾਤਮਾ ਨਾਮ ਦਾ ਦਿਸਦਾ ਨਾ ਹੀ ਜਾਂਦਾ ਹੋਇਆ, ਜਾਨੀ ਤੋਂ ਭਾਵ ਜਾਣਿਆ ਜਾਂਦਾ। ਆਵਤ ਕਿਨਾਂ ਨਾ ਪੇਖਿਆ, ਕਵਨਾ ਜਾਣਾ ਰੀ ਬਾਈ, ਕੌਣ ਕਹੈ ਕਿਣ ਬੂਝੀ ਯਾਰ ਮਈਆ ਆਕੁਲ ਰੀ ਬਾਈ। ਸੋ ਇਹ ਜੀਵ ਆਉਂਦਾ ਤਾਂ ਦਿਸਦਾ ਪਰ ਜਾਂਦਾ ਨਹੀਂ, ਜਾਣਿਆ ਜਾਂਦਾ। ਜੋ ਕਿੱਧਰ ਚਲਿਆ ਗਿਆ ਇਹ ਜੀਵ। ਗੌੜੀ ਪੂਰਬੀ ਸੁਰਗ ਬਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ। ਹੁਣ ਸਵਰਗਾਂ ਵਿੱਚ ਵਸਣ ਦੀ ਇੱਛਾ ਨਾ ਕਰੀਏ ਅਤੇ ਨਰਕਾਂ ਵਿੱਚ ਵਸਣ ਤੋਂ ਵੀ ਨਾ ਡਰੀਏ, ਕਿਉਂਕਿ ਹੋਣਾ ਹੈ ਸੋ ਹੋਈ ਹੈ, ਮਨ ਹੈ ਨਾ ਕੀਜੈ ਆਸ। ਵਾਹਿਗੁਰੂ ਦੇ ਹੁਕਮ ਅਨੁਸਾਰ ਜੋ ਕੁਝ ਹੋਣਾ ਜ਼ਰੂਰ ਹੋ ਜਾਣਾ, ਸਾਡੀ ਮਰਜ਼ੀ ਅਨੁਸਾਰ ਕੁਝ ਨਹੀਂ ਹੋਣਾ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਮੇਰੇ ਚਿੱਤ ਦੇ ਵਿੱਚ ਤਾਂ ਹੈ ਹੀ ਨਹੀਂ ਸੀ ਇਹ ਗੱਲ, ਉਹ ਦੇਖੋ ਉਹੀ ਹੋ ਗਈ ਜਿਹੜੀ ਚਿੱਤ ਵਿੱਚ ਨਹੀਂ ਸੀਗੀ। ਜੋ ਗੱਲ ਨਹੀਂ ਚਿੱਤ ਨਾ ਚੇਤੇ ਸਨ, ਸੋ ਗੱਲ ਨਹੀਂ ਰੱਬ ਕੀਆਂ। ਇਸ ਕਰਕੇ ਆਪਣੇ ਮਨ ਵਿੱਚ ਕੋਈ ਆਸਾ ਨਾ ਕਰੀਏ। ਕਹਿੰਦਾ ਫਿਰ ਮੇਰੇ ਕਰਨ ਲਈ ਕਿਹੜਾ ਕਰਤੱਵ ਹੈ? ਮੈਂ ਤਾਂ ਚਾਹੁੰਦਾ ਮੈਂ ਬਾਜਾਂ, ਮੈਂ ਸੱਚਖੰਡ ਨੂੰ ਜਾਵਾਂ, ਤਰ ਜਾਵਾਂ। ਸੋ ਕਹਿੰਦੇ ਫਿਰ ਮੇਰੇ ਕਰਨ ਵਾਲਾ ਕਰਮ ਦੱਸੋ। ਰਮਈਆ ਗੁਣ ਗਾਈਐ, ਜਾਂ ਤੇ ਪਾਈਐ ਪਰਮ ਨਿਧਾਨ ਰਹਾਓ। ਕਹਿੰਦੇ ਤੂੰ ਐ ਕਰਿਆ ਕਰ, ਉਸ ਵਾਹਿਗੁਰੂ ਦੇ ਗੁਣਾਂ ਦਾ ਗਾਉਣਾ ਕਰਿਆ ਕਰ। ਗੁਣ ਗਾ, ਮੂਲ ਮੰਤਰ ਗੁਣ ਹੀ ਹੈ। ਜਾਪ ਸਾਹਿਬ ਸਾਰੀ ਬਾਣੀ ਗੁਣ ਹੈ। ਇੱਕ ਓੰਕਾਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ 'ਚ ਲਿਖਿਆ ਇੱਕ ਓੰਕਾਰ। ਇਸ ਦੀ ਸਾਰੀ ਵਿਆਖਿਆ, ਸਾਰੇ ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ, ਸਾਰੇ ਜਪਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ 'ਚ। ਇਸ ਕਰਕੇ ਇਹ ਨਾਮ ਦੀ ਹੋਈ ਮਹਿਮਾ ਕਥੀ ਹੈ। ਗੁਰੂ ਗ੍ਰੰਥ ਸਾਹਿਬ ਨਾਮ ਰੂਪ ਹੈ। ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ, ਜਿਸ ਕਰਕੇ ਉਹ ਪਰਮ ਨਿਧਾਨ ਹੁੰਦਾ, ਵੱਡਿਆਂ ਖਜ਼ਾਨਿਆਂ ਦਾ ਮਾਲਕ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ। ਜਾਂ ਤੇ ਪਾਈਆ ਪਰਮ ਨਿਧਾਨ ਰਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਕਿਆ ਜਪ ਕਿਆ ਤਪ ਸੰਜਮ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਨੀਐ, ਭਾਉ ਭਗਤ ਭਗਵਾਨ। ਹੁਣ ਜਦੋਂ ਤੱਕ ਇਹ ਜੀਵ ਭਗਵਾਨ ਦੀ ਪ੍ਰੇਮਾ ਭਗਤੀ ਵਿੱਚ ਜੁੜਨਾ ਨਹੀਂ ਜਾਣਦਾ, ਉਦੋਂ ਤੱਕ ਜਪ ਕਰਨੇ ਸੇ ਕੀ ਹੋਣਾ, ਤਪ ਕਰਨੇ ਨਾਲ ਕੀ ਹੋਣਾ, ਸੰਜਮੋਂ ਖਾਣ ਪੀਣ ਦੇ ਸੰਕੋਚ ਨਾਲ ਕੀ ਹੋਣਾ। ਆਖਿਆ ਇਸ ਤਾਂ ਜੀ ਚਾਹ ਵੀ ਨਹੀਂ ਪੀਂਦੇ। ਇੱਕ ਬੰਦਾ ਬੜਾ ਚਲਾਕ ਸੀਗਾ, ਕਹਿੰਦਾ ਜੀ ਤੁਸੀਂ ਆਹ ਖਾ ਲਓ, ਆਹ ਖਾ ਲਓ। ਅਸੀਂ ਤਾਂ ਦੇਖੋ ਜੀ ਚਾਹ ਵੀ ਨਹੀਂ ਪੀਂਦੇ। ਕਹਿੰਦੇ ਆਮਲੇਟ ਖਾ ਲੈਣ, ਕਹਿੰਦਾ ਉਹ ਤਾਂ ਖਾ ਲੈਣੇ ਆ, ਇੱਕ ਵਾਰ ਤਾਂ ਅਗਲੇ ਨੂੰ ਪ੍ਰਭਾਵਿਤ ਕਰ ਲੈਣਾ। ਅਸੀਂ ਤਾਂ ਦੇਖੋ ਜੀ ਆਹ ਵੀ ਨਹੀਂ ਖਾਂਦੇ। ਅੱਛਾ ਫਿਰ ਇਹ ਅਸੀਂ ਤਾਂ ਆਹ ਛੱਡਿਆ ਹੋਇਆ ਖਾਣਾ, ਅਸੀਂ ਆਹ ਨਹੀਂ ਖਾਂਦੇ, ਆਹ ਨਹੀਂ, ਮੈਂ ਤਾਂ ਜੀ ਆਹ ਕਰਦਾ, ਉਹ ਕਰਦਾ। ਭਗਤੀ ਤਾਂ ਕਰਦਾ ਨਹੀਂ। ਜੇ ਭਗਤੀ ਨਹੀਂ ਕਰਦਾ ਸਾਰਾ ਕੁਝ ਠੱਪ। ਕਹਿੰਦੇ ਇਹ ਵਰਤ ਰੱਖਣੇ ਨਾਲ ਕੀ ਹੋ ਜੂ? ਲਓ ਵਰਤ ਸਾਡੇ, ਚਲੋ ਹੋਰ ਕਿਸੇ ਧਰਮ ਦੇ ਲੋਕਾਂ 'ਚ ਠੀਕ ਹੈ ਪ੍ਰਚਲਿਤ ਹੈ, ਸਾਡੇ ਗੁਰਸਿੱਖ ਤਾਂ ਐਸੇ ਬੀਬੀਆਂ ਜਿਹੜੀਆਂ ਨੇ ਉਹ ਕਹਿੰਦੇ ਚਲੇ ਉਹ ਵਰਤ ਰੱਖਦੇ, ਅਸੀਂ ਰੱਖ ਲੈਂਦੇ ਹਾਂ। ਹੌਲੀ ਹੌਲੀ ਆਹ ਇੱਕ ਵਰਤ ਆ ਕਰਵਾ ਚੌਥ ਦਾ ਕਿ ਪਤੀ ਲਈ ਰੱਖਣਾ, ਬੰਦੇ ਵੀ ਰੱਖਣ ਲੱਗ ਪਏ। ਇਸ ਪ੍ਰਕਾਰ ਇਹ ਲੋਕ ਐਸੇ ਚੱਕਰ 'ਚ ਪੈਂਦੇ ਨੇ, ਇਹ ਸਮਝਦੇ ਵੀ ਨਾਮ ਤੋਂ ਬਿਨਾਂ ਹੋਰਾਂ ਥਾਵਾਂ ਤੇ ਪਤਾ ਨਹੀਂ ਕੀ ਬਣ ਜਾਣਾ। ਕੁਛ ਨਹੀਂ ਹੋਣਾ। ਨਾਮ ਹੀ ਵੱਡਾ ਵਰਤ ਹੈ। ਸੰਕੋਚ ਰੱਖਣਾ ਮਾੜੇ ਕੰਮਾਂ ਤੋਂ, ਅੱਖਾਂ ਦਾ ਵਰਤ ਦੱਸਿਆ, ਕੰਨਾਂ ਦਾ ਵਰਤ ਰੱਖਣਾ, ਮਾੜੇ ਪਾਸੇ ਨਹੀਂ ਲਾਉਣਾ, ਇਹੀ ਵਰਤ ਹੁੰਦਾ। ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ।
ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਇਹੀ ਵਰਤ ਰੱਖ ਲਓ ਤੇ ਨਾਮ ਜ਼ਿਆਦਾ ਜਪੋ। ਇਸ ਕਰਕੇ ਜਿੱਦਣ ਵਰਤ ਰੱਖਿਆ ਹੁੰਦਾ ਉਦੋਂ ਸਾਰੀਆਂ ਇਕੱਠੀਆਂ ਹੋ ਕੇ ਬਹੁਤ ਗੱਲਾਂ ਮਾਰਦੀਆਂ। ਅਸੀਂ ਤਾਂ ਇਹੀ ਕਹਿੰਦੇ ਵਰਤ ਤਾਂ ਇਹੀ ਹੈ, ਜੇ ਰੱਖਣਾ ਪਤੀ ਲਈ 25 ਜਪਜੀ ਸਾਹਿਬ ਕਰੋ, ਮਾੜਾ ਮੋਟਾ ਖਾਣਾ ਖਾ ਕੇ ਸਾਰਾ ਦਿਨ ਚਲੋ ਠੀਕ ਆ ਉਪਹਾਰ ਕਰੋ, ਜਪਜੀ ਸਾਹਿਬ ਦੇ 25 ਪਾਠ ਕਰੋ ਕਿ ਮੇਰੇ ਪਤੀ ਦੀ ਲੰਬੀ ਉਮਰ ਹੋਵੇ ਜਾਂ ਪਤੀ ਦੀ ਚੜ੍ਹਦੀ ਕਲਾ ਲਈ ਕਰਨੇ, ਫੇਰ ਤਾਂ ਮੰਨੀਏ ਵੀ। ਸੋ ਇਸ ਕਰਕੇ ਜੇ ਸਾਰਿਆਂ ਨੇ ਗੱਪ ਗਪੌੜ ਛੱਡੀ ਜਾਣੇ, ਧਿਆਨ ਫਰਿੱਜ ਵਿੱਚ ਪਈਆਂ ਚੀਜ਼ਾਂ ਵੱਲ ਹੋਣਾ, ਰਾਜੇ ਫਿਰ ਰਾਤ ਨੂੰ ਖਾਣਾ, ਫਿਰ ਹੈਜਾ ਹੋ ਜਾਂਦਾ, ਪੇਟ ਖਰਾਬ ਹੋ ਜਾਂਦਾ, ਉਹਦਾ ਕੀ ਫਾਇਦਾ। ਇਸ ਕਰਕੇ ਜਿਹੜੀਆਂ ਲੋਕਾਂ ਦੀਆਂ ਬਣਾਈਆਂ ਹੋਈਆਂ ਢਕੌਂਸਲੇ ਜੇ ਇਹਨਾਂ ਵੱਲ ਜ਼ਿਆਦਾ ਧਿਆਨ ਜਾਂਦਾ, ਤੇ ਜਿਹੜੀ ਅਸਲੀ ਗੱਲ ਆ ਉਧਰ ਧਿਆਨ ਹੀ ਨਹੀਂ ਜਾਂਦਾ ਕਿਸੇ ਦਾ। ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ। ਕਹਿੰਦੇ ਹੁਣ ਇਉਂ ਕਰੋ, ਬਹੁਤੇ ਲੋਕ ਕੀ ਕਰਦੇ ਨੇ, ਜੇ ਬਹੁਤਾ ਪੈਸਾ ਦੇਖਿਆ ਹਾ 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 ਹੀ ਕਰੀ ਜਾਂਦੇ ਨੇ, ਸ਼ਰਾਬਾਂ ਪੀ, ਬੱਕਰੇ ਬੁਲਾ, ਪਤਾ ਨਹੀਂ ਕੀ ਬਣ ਗਏ। ਜਦੋਂ ਵਿਪਤਾ ਪੈਂਦੀ ਹੈ ਫਿਰ ਚੀਕਾਂ ਵੀ ਉਹਨਾਂ ਦੀਆਂ ਸਭ ਤੋਂ ਵੱਡੀਆਂ ਪੈਂਦੀਆਂ ਹੁੰਦੀਆਂ। ਕਹਿੰਦੇ ਬਹੁਤੀ ਰਾਜ ਵਿਭੂਤੀ ਤੇ ਦੌਲਤ ਨੂੰ ਵੇਖ ਕੇ ਖੁਸ਼ ਨਾ ਹੋਈਏ, ਅਤੇ ਅਨੇਕ ਪ੍ਰਕਾਰ ਦੀ ਵਿਪਤਾ ਆਈ ਹੋਈ ਨੂੰ ਵੇਖ ਕੇ ਰੋਣ ਨਾ ਲੱਗ ਜਾਈਏ। ਕਹਿਣ ਤੋਂ ਭਾਵ ਇਹ ਕਿ ਦੁੱਖਾਂ ਤੇ ਸੁੱਖਾਂ ਵਿੱਚ ਚਿੱਤ ਬਿਰਤੀ ਨੂੰ ਇੱਕੋ ਜਿਹੀ ਅਡੋਲ ਅਵਸਥਾ 'ਚ ਰੱਖਣਾ ਕਰੀਏ। ਜਿਉਂ ਸੰਪੈ ਤਿਉਂ ਵਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਇਹ ਭਾਣਾ ਮੰਨਣ ਦੀਆਂ ਪੰਕਤੀਆਂ ਨੇ। ਕਹਿੰਦੇ ਜਿਵੇਂ ਦੌਲਤ ਦੀ ਹਾਲਤ ਹੈ ਉਵੇਂ ਬਿਪਤਾ ਦੀ ਹਾਲਤ ਹੈ। ਜਿਵੇਂ ਤੇਰੇ ਕੋਲ ਦੌਲਤ ਨਹੀਂ ਰਹੀ ਉਵੇਂ ਬਿਪਤਾ ਨੇ ਕਿਹੜਾ ਫਿਰ ਰਹਿਣਾ। ਬਿਪਤਾ ਸਦਾ ਨਹੀਂ ਰਹਿੰਦੀ ਹੁੰਦੀ ਤੇ ਦੌਲਤ ਵੀ ਨਹੀਂ ਸਦਾ ਰਹਿੰਦੀ। ਮਾਇਆ ਦੇ ਪਰਛਾਵੇਂ ਤਾਂ ਆਉਂਦੇ ਜਾਂਦੇ ਨੇ। ਆ ਦਿਨ ਚੜ੍ਹ ਗਿਆ, ਰਾਤ ਹੋ ਜਾਣੀ, ਰਾਤ ਹੋ ਗਈ ਫਿਰ ਕਿਹੜਾ ਰਹਿਣੀ ਹੈ, ਫਿਰ ਦਿਨ ਆ ਜਾਣਾ। ਦੁੱਖ ਆ ਗਿਆ ਚਲੇ ਜਾਣਾ, ਸੁੱਖ ਆ ਗਿਆ ਉਹ ਵੀ ਚਲੇ ਜਾਣਾ। ਸੁੱਖ ਵੀ ਨਹੀਂ ਸਦਾ ਰਹਿੰਦਾ। ਫਿਰ ਕੀ ਕਰੀਏ ਕਿ ਨਾਮ ਦਾ ਸੁੱਖ ਸਦਾ ਰਹਿੰਦਾ, ਉਹ ਕਰਿਆ ਕਰੋ। ਨਾਮ ਨੇ ਆਪਾਂ ਨੂੰ ਸਹਾਇਤਾ ਦੇਣੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ ਸੋ। ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ, ਕਿਉਂਕਿ ਫਲ ਬਰ ਦਾਤੇ ਵਾਹਿਗੁਰੂ ਨੇ ਜੋ ਕੁਝ ਰਚਿਆ ਉਹ ਜ਼ਰੂਰ ਹੋ ਕੇ ਹੀ ਰਹਿਣਾ। ਸੋ ਬੜੇ ਬੜੇ ਗਏ ਕਿ ਨਹੀਂ, ਸਾਰਿਆਂ ਨੂੰ ਸੰਕਟ ਆਏ, ਮੁਸੀਬਤਾਂ ਆਈਆਂ, ਪੀਰਾਂ ਪਗੰਬਰਾਂ ਨੂੰ ਆਈਆਂ। ਖੁਦ ਸਤਿਗੁਰੂ ਨੇ ਭਾਣਾ ਮੰਨ ਕੇ ਦਿਖਾਇਆ, 10 ਸਰੂਪਾਂ ਨੇ ਆਪਾਂ ਨੂੰ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ। ਕਬੀਰ ਜੀ ਕਹਿੰਦੇ ਕਿ ਅਸੀਂ ਸੰਤਾਂ ਦੀ ਸੰਗਤ ਕਰਕੇ ਹੁਣ ਆਪਣੇ ਹਿਰਦੇ ਦੇ ਵਿੱਚ ਇਹ ਜਾਣ ਲਿਆ ਕਿ ਸੇਵਕ ਸੋ ਸੇਵਾ ਭਲੇ, ਜਿਹੇ ਘਟ ਬਸੈ ਮੁਰਾਰ। ਸੇਵਕ ਉਹੀ ਚੰਗਾ ਜਿਹੜਾ ਭਰੀ ਪ੍ਰਕਾਰ ਸੇਵਾ ਕਰਦਾ ਹੈ ਅਤੇ ਜਿਹਦੇ ਹਿਰਦੇ ਅੰਦਰ ਮੁਰਾਰੀ ਦਾ ਨਾਮ ਵਸਦਾ ਹੈ। ਹਿਰਦੇ 'ਚ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਤੇ ਮੂੰਹ ਨਾਲ ਸੇਵਾ ਨਾਮ ਦੀ, ਹੱਥਾਂ ਨਾਲ ਸੇਵਾ ਸੰਗਤ ਦੀ। ਇਹੀ ਵੱਡੀ ਚੀਜ਼ ਹੁੰਦੀ, ਬਸ ਇਹ ਸਮਝਣ ਵਾਲੀ ਗੱਲ ਹੈ। ਗੌੜੀ ਰੇ ਮਨ ਤੇਰੋ ਕੋਇ ਨਹੀਂ, ਖਿੰਚ ਲੈ ਜਿਨ ਪਾਰ। ਸੋ ਇੱਕ ਲੜਕਾ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਠ ਕਰਕੇ ਕਬੀਰ ਦੇ ਸਤਸੰਗਤ ਵਿੱਚ ਬਿਨਾਂ ਨਾਗਾ ਆਉਂਦਾ ਹੁੰਦਾ ਸੀ। ਉਹ ਜਦੋਂ ਜਵਾਨ ਹੋਇਆ ਤਾਂ ਵਿਆਹ ਹੋ ਜਾਣ ਕਰਕੇ ਇਸਤਰੀ ਦੇ ਪਿਆਰ ਵਿੱਚ ਫਸ ਕੇ ਸਤਸੰਗ ਛੱਡਤਾ। ਪੁੱਤਰ ਧੀਆਂ ਹੋ ਜਾਣ ਕਰਕੇ ਕੁਟੰਬ ਨਾਲੋਂ ਫਿਰ ਕੁਟੰਬ ਦੀ ਜ਼ਿੰਮੇਵਾਰੀ ਦਾ ਭਾਰ ਹੋ ਪੈ ਗਿਆ। ਫਿਰ ਭਲਾ ਸਤਸੰਗ ਲਈ ਵੇਲ ਕਿੱਥੋਂ ਮਿਲਣਾ ਸੀ। ਬਹੁਤ ਸਾਰੇ ਸਮੇਂ ਬਾਅਦ ਇੱਕ ਦਿਨ ਕਬੀਰ ਸਾਹਿਬ ਦਾ ਮੇਲ ਹੋ ਗਿਆ। ਤੁਰੇ ਜਾਂਦਿਆਂ ਉਹ ਪ੍ਰੇਮੀ ਨੇ ਨਮਸਕਾਰ ਕੀਤੀ। ਕਬੀਰ ਨੇ ਕਿਹਾ, ਰਾਮ ਰਾਮ ਤਾਂ ਠੀਕ ਆ ਭਾ, ਤੂੰ ਗੁਰਮੁਖਾ, ਤੂੰ ਸਤਸੰਗੀ ਸੀ, ਹੁਣ ਸਤਸੰਗ ਵਿੱਚ ਕਿਉਂ ਨਹੀਂ ਆਉਂਦਾ। ਸੋ ਉਹਨੇ ਆਖਿਆ, ਮਹਾਰਾਜ ਜੀ ਹੁਣ ਤਾਂ ਵੇਲ ਨਹੀਂ ਮਿਲਦਾ, ਰਾਤ ਦਿਨ ਪਰਿਵਾਰ ਦੇ ਪਾਲਣ ਵਿੱਚ ਬਤੀਤ ਹੋ ਜਾਂਦਾ। ਇੰਨੀ ਗੱਲ ਸੁਣ ਕੇ ਕਬੀਰ ਨੇ ਇਹ ਉਪਦੇਸ਼ ਕੀਤਾ। 9ਵੇਂ ਪਾਤਸ਼ਾਹ ਕੋਲੇ ਵੀ ਇਸ ਤਰ੍ਹਾਂ ਇੱਕ ਬੱਚਾ ਆਉਂਦਾ ਹੁੰਦਾ ਸੀਗਾ, 20 ਸਾਲ ਦਾ, ਸ਼ਾਦੀ ਹੋਈ, ਬਾਬੇ ਬਕਾਲੇ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗੀ ਆਉਂਦਾ ਨਹੀਂ ਅੱਜ ਕੱਲ੍ਹ। ਮਿਲਿਆ ਇੱਕ ਦਿਨ ਰਸਤੇ 'ਚ, ਸੁਣਾ ਭਾਈ ਹੁਣ ਆਉਂਦਾ ਨਹੀਂ ਜੀ, ਵਿਆਹ ਹੋ ਗਿਆ, ਪਤਨੀ ਬਹੁਤ ਪ੍ਰੇਮ ਕਰਦੀ ਆ, ਮਾਂ ਬਾਪ ਕਰਦੇ। ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ। ਪ੍ਰੀਤਮ ਵਾਲਾ ਸ਼ਬਦ ਉੱਥੇ ਉਚਾਰਿਆ ਉਹਦੇ ਪ੍ਰਤੀ। ਕਹਿੰਦੇ ਇਹ ਸੰਸਾਰ ਦੇ ਸੁੱਖੇ ਪਤੀ ਪਤਨੀ, ਇਹ ਰਿਸ਼ਤੇ ਦਿਖਾਵੇ ਦੇ ਹੁੰਦੇ ਆ, ਪਿਛਲਾ ਲੈਣ ਦੇਣ ਹੁੰਦਾ, ਬੰਦਗੀ ਕਰਿਆ ਕਰ। ਨਾ ਜੀ, ਮੈਨੂੰ ਤਾਂ ਬਹੁਤ ਪਿਆਰ ਕਰਦੇ। ਸੋ ਮਹਾਰਾਜ ਨੇ ਫਿਰ ਉੱਥੇ ਕੌਤਕ ਦਿਖਾਇਆ ਸੀ। ਘਰੇ ਜਾ ਕੇ ਕਹਿੰਦੇ 10ਮ ਦੁਆਰ 'ਚ ਸਵਾਸ ਚੜਾਉਣੇ ਸਿਖਾ ਤੇ ਚੜਾ ਕੇ ਸਵਾਸ ਪੈ ਗਿਆ। ਤੋ ਉਸ ਵਕਤ ਸਾਰਿਆਂ ਨੇ ਦੇਖਿਆ ਤਾਂ ਮਰ ਗਿਆ। ਪਤਨੀ ਨੇ ਪੰਜੀਰੀ ਚੰਗੀ ਬਣਾ ਕੇ ਚੂਰੀ ਅੰਦਰ ਰੱਖ ਲਈ ਵੀ ਆਉਣਗੇ ਕਈ ਲੋਕ ਰੋਣੇ ਧੋਣੇ ਵਾਲੇ, ਮੈਂ ਤਾਂ ਭੁੱਖੀ ਮਰ ਜਾਵਾਂ, ਅੰਦਰ ਜਾ ਕੇ ਚੂਰੀ ਖਾ ਲਿਆ ਕਰੂੰ। ਉਹ ਵੀ ਇਸ ਤਰ੍ਹਾਂ ਕਰੇ।
ਚਲੋ ਮੁਕਤੀ ਮੁਕਾਉਂਦੀ ਗੱਲ ਮਹਾਰਾਜ ਕੋਲ ਪਹੁੰਚੇ ਜੀ। ਤੁਹਾਡਾ ਸੀ ਸੰਗੀ ਸੀ ਮਹਾਰਾਜ ਜੀ, ਤੁਹਾਡਾ ਸਿੱਖ ਸੀ। ਕਹਿੰਦੇ ਹਾਂ ਭਾਈ, ਤਾਈਓ ਤੁਹਾਨੂੰ ਕਿਹਾ ਸੀ ਆ ਜਾ ਕਰ, ਉਹ ਤਾਂ ਚੜ੍ਹਾਈ ਕਰ ਗਿਆ ਜੀ, ਜਿਉਂਦਾ ਕਰ ਦਿਓ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਉਹਨੂੰ ਕੌਤਕ ਦਿਖਾਉਣਾ ਸੀ ਵੀ ਦੇਖ ਲੈ ਸੰਗੀ ਤੇਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਦੇ ਵਿੱਚ ਮਿਸ਼ਰੀ ਘੋਲੀ ਉਹਦੇ ਘਰ ਜਾ ਕੇ, ਕਹਿੰਦੇ ਜਿਹੜਾ ਪੀ ਲੂਗਾ ਚੜ੍ਹਾਈ ਕਰ ਜੂਗਾ, ਇਹ ਜਿਉਂਦਾ ਹੋ ਜੂ। ਪਤਨੀ ਨੂੰ ਕਹੇ ਲੈ ਭਾਈ ਬੇਟਾ ਇਹ ਜਿਉਂਦਾ ਹੋ ਜੂ, ਤੂੰ ਰੋਂਦੀ ਹੈ। ਕਹਿੰਦੇ ਚਲੋ ਮਹਾਰਾਜ ਕੋਈ ਨਹੀਂ, ਮੈਂ ਐਂ ਕੱਟ ਲੂ ਨਡੇਪਾ, ਕੋਈ ਗੱਲ ਨਹੀਂ, ਹੁਣ ਜਾਣ ਵਾਲਾ ਚਲਿਆ ਗਿਆ। ਮਾਂ ਨੂੰ ਵੀ ਕਿਹਾ, ਉਹਨੇ ਵੀ ਨਾ ਪੀਤਾ। ਕਹਿੰਦੀ ਕੋਈ ਗੱਲ ਨਹੀਂ, ਹੁਣ ਜਾਣ ਵਾਲਾ ਚਲਿਆ। ਪਿਓ ਬਿਨਾ ਮੰਨਿਆ, ਭੈਣ ਬਿਨਾ ਮੰਨੀ, ਭਰਾ ਬਿਨਾ ਮੰਨਿਆ। ਮਹਾਰਾਜ ਕਹਿੰਦੇ ਫਿਰ ਅਸੀਂ ਪੀ ਲਈਏ? ਕਹਿੰਦੇ ਹਾਂ ਮਹਾਰਾਜ ਤੁਸੀਂ ਪੀ ਲਓ, ਤੁਹਾਡਾ ਸਿੱਖ ਸੀ। ਲੋਕ ਤਾਂ ਇਹੋ ਜਿਹੇ ਆ, ਲੋਕ ਤਾਂ ਕਹਿੰਦੇ ਤੂੰ ਮਰ ਜਾ, ਭਾਵੇਂ ਗੁਰੂ ਵੀ ਹੋਵੇ ਭਾਵੇਂ ਕੋਈ ਵੀ ਹੋਵੇ। ਸੋ ਉਸ ਵਕਤ ਮਹਾਰਾਜ ਨੇ ਦੁੱਧ ਛਕ ਲਿਆ। ਉਹ 'ਚ ਕੀ ਸੀ? ਸਤਿਗੁਰਾਂ ਨੇ ਬਦਾਮ ਰੋਗਨ ਕਸਤੂਰੀ ਕੇਸਰ ਕੱਢ ਕੇ ਉਹਦੇ ਮਸਤਕ ਤੇ ਮਲਿਆ, ਸਵਾਸ ਥੱਲੇ ਲਾ ਲਏ। ਉੱਠ ਕੇ ਬੈਠਾ ਹੋ ਕੇ ਸਤਿਨਾਮ ਵਾਹਿਗੁਰੂ ਕਹਿ ਕੇ ਸਿੱਧਾ ਮਹਾਰਾਜ ਦੇ ਸਥਾਨ ਵੱਲ ਨੂੰ ਚੱਲ ਪਿਆ। ਸਾਰੇ ਕਹਿੰਦੇ ਉਹ ਪੁੱਤ ਕਿੱਧਰ ਚੱਲਿਆ? ਉਹ ਕਹਿੰਦਾ ਦੇਖ ਲਿਆ ਤੁਹਾਨੂੰ, ਕੋਈ ਮੇਰਾ ਨਹੀਂ, ਐਵੇਂ ਗੱਲਾਂ ਹੀ ਬਣਾਈਆਂ ਹੋਈਆਂ। ਕਹਿੰਦਾ ਆਓ ਮਹਾਰਾਜ ਜੀ ਚੱਲੀਏ, ਬੰਦਗੀ ਚੰਗੀ ਇਹਦੇ ਨਾਲੋਂ। ਇਸ ਕਰਕੇ ਉਹ ਹੁਣ ਕਹਿੰਦਾ ਵੇਲ ਨਹੀਂ ਮਿਲਦਾ ਜੀ, ਪਰਿਵਾਰ ਪਾਲਣਾ ਜੀ। ਕਬੀਰ ਜੀ ਉਹਨੂੰ ਬਰਾਗ ਦਾ ਉਪਦੇਸ਼ ਦਿੰਦੇ ਆ, ਉਹਦੇ ਰਾਹੀਂ ਸਾਰੀ ਦੁਨੀਆ ਨੂੰ ਉਪਦੇਸ਼ ਦਿੰਦੇ। ਉਹ ਘਰਾਂ 'ਚ ਨਾ ਫਸੇ, ਉਹ ਨਿਆਣਿਆਂ 'ਚ ਫਸ ਗਏ, ਤੁਸੀਂ ਕਿੱਥੇ ਫਸ ਗਏ? ਰੱਬ ਦਾ ਨਾਮ ਛੱਡਤਾ, ਨਿਤਨੇਮ ਛੱਡਤਾ, ਤੁਸੀਂ ਸਭ ਕੁਝ ਛੱਡ ਕੇ ਬਹਿ ਗਏ ਹੋ। ਇਹਨਾਂ ਨੇ ਤੁਹਾਨੂੰ ਕੀ ਦੇਣਾ? ਹਰੇ ਮਨ ਤੇਰੋ ਕੋਈ ਨਹੀਂ, ਖਿੰਚ ਲੈ ਜਿਨ ਪਾਰ। ਕਹਿੰਦਾ ਪਿਆਰਿਆ ਮਨਾ, ਇਹ ਦੁਨੀਆ 'ਚ ਤੇਰਾ ਕੋਈ ਸਹਾਈ ਨਹੀਂ, ਇਸ ਲਈ ਤੂੰ ਇਹਨਾਂ ਸੰਬੰਧੀਆਂ ਦੇ ਪਾਲਣ ਪੋਸ਼ਣ ਦਾ ਭਾਰ ਆਪਣੇ ਉੱਤੇ ਜਿਨ ਹੁੰਦਾ ਮਤਾ ਕਿਤੇ ਐਵੇਂ ਖਿੱਚ ਲਵੇਂ, ਭਾਵ ਜਿਹਾ ਖਿਆਲ ਨਾ ਕਰਕੇ ਮੈਂ ਪਾਲਦਾ। ਇਹਨਾਂ ਦੀ ਰੋਜੀ ਰੋਟੀ ਇਹਨਾਂ ਦੇ ਮਸਤਕ ਤੇ ਲਿਖੀ ਹੋਈ, ਰੱਬ ਨੇ ਸਭ ਨੂੰ ਰੋਜੀ ਰੋਟੀ ਦਾ ਮਾਲਕ ਤਾਂ ਉਹ ਹੈ। ਤੂੰ ਐਵੇਂ ਕਰੀ ਜਾਂਦਾ ਕਿ ਮੈਂ ਪਾਲਦਾ ਇਹਨਾਂ ਨੂੰ। ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਜਿਵੇਂ ਪੰਖ ਕੋ ਹੁੰਦਾ ਪੰਛੀਆਂ ਦਾ, ਰਾਤ ਨੂੰ ਦਰਖਤਾਂ ਦੇ ਉੱਤੇ ਵਾਸਾ ਹੁੰਦਾ, ਫਿਰ ਦਿਨ ਚੜੇ ਸਾਰੇ ਆਪੋ ਆਪਣੇ ਰਾਹ ਤੇ ਪੈ ਜਾਂਦੇ ਨੇ। ਇਵੇਂ ਸੰਸਾਰ ਹੈ। ਅਵਸਥਾ ਰੂਪੀ ਰਾਤ ਦੇ ਸੰਜੋਗ ਕਰਕੇ ਜੀਵਨ ਰੂਪੀ ਪੰਛੀ ਸੰਸਾਰ ਰੂਪੀ ਦਰਖਤ ਦੇ ਉੱਤੇ ਆ ਕੇ ਬੈਠਦੇ ਨੇ। ਜਿਸ ਵੇਲੇ ਕਾਲ ਰੂਪੀ ਦਿਨ ਚੜ੍ਹਦਾ ਤਾਂ ਕਰਮਾਂ ਦੇ ਅਨੁਸਾਰ ਜੀਵਾਂ ਰੂਪੀ ਪੰਛੀਆਂ ਦਾ ਝੁੰਡ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਉੱਡ ਜਾਂਦਾ। ਮਹਾਰਾਜ ਨੇ ਜਿਵੇਂ 10-19 ਅੰਗ ਤੇ ਕਿਹਾ ਨਾ, ਬਿਰਖਾ ਹੇਠ ਸਭ ਜਨ ਤੇ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ, ਅਸਤੂ ਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਤੋ ਇਸ ਕਰਕੇ ਕਹਿੰਦੇ ਸਾਰੇ ਇਕੱਠੇ ਹੁੰਦੇ ਆ ਆਪਣੇ, ਜਿਵੇਂ ਬੇੜੀ ਵਿੱਚ ਮਨੁੱਖ ਇਕੱਠੇ ਹੁੰਦੇ ਨੇ ਜਹਾਜ਼ 'ਚ, ਫਿਰ ਅੱਗੇ ਜਾ ਕੇ ਸਾਰੇ ਉਤਰ ਜਾਂਦੇ ਆ। ਪਰ ਅਲਬਦ ਅਨੁਸਾਰ ਇਹ ਪਰਿਵਾਰ ਇਕੱਠਾ ਹੁੰਦਾ। ਰਾਮ ਰਸ ਪੀਆਰੇ ਜੇ ਰਸ ਬਿਸਰ ਗਏ ਰਸ ਔਰ ਰਹਾਓ। ਇਸੇ ਕਰਕੇ ਪਿਆਰਿਆ ਅਸਾਂ ਤਾਂ ਰਾਮ ਨਾਮ ਰੂਪੀ ਰਸ ਨੂੰ ਪੀਤਾ। ਜਿਸ ਰਾਮ ਨਾਮ ਰੂਪੀ ਅੰਮ੍ਰਿਤ ਰਸ ਦੇ ਪੀਣ ਕਰਕੇ ਬਾਕੀ ਦੇ ਹੋਰ ਸੰਸਾਰਕ ਰਸ ਜਿਹੜੇ ਬਿਸਰ ਗਏ, ਭੁੱਲ ਗਏ ਨੇ। ਸੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਹਿੰਦੇ ਅਜੇ ਇਹਨੂੰ ਇਹ ਉਪਦੇਸ਼ ਕਰ ਹੀ ਰਹੇ ਸੀ, ਜੋ ਕਿਸੇ ਨੇ ਆ ਕੇ ਕਿਹਾ ਮਹਾਰਾਜ ਤੁਹਾਡੀ ਬਰਾਦਰੀ ਵਿੱਚੋਂ ਫਲਾਣਾ ਆਦਮੀ ਚੜ੍ਹਾਈ ਕਰ ਗਿਆ, ਆਪ ਜੀ ਜਾ ਕੇ ਅਫਸੋਸ ਕਰਾਓ। ਤਾਂ ਉਸ ਵਕਤ ਕਬੀਰ ਜੀ ਕਹਿਣ ਲੱਗੇ, ਔਰ ਮੂਏ ਕਿਆ ਰੋਈ ਹੈ, ਜੋ ਆਪਾ ਥਿਰ ਨਾ ਰਹਾਏ। ਹੋਰਨਾਂ ਦੇ ਮਰਨ ਤੇ ਕੀ ਰੋਣਾ, ਜੇ ਅਸੀਂ ਆਪ ਹੀ ਥਿਰ ਨਹੀਂ ਰਹਿਣਾ, ਭਾਵ ਰੋਣ ਦੀ ਕੋਈ ਜ਼ਰੂਰਤ ਨਹੀਂ। ਜੋ ਉਪਜੈ ਸੋ ਬਿਨਸ ਹੈ, ਦੁੱਖ ਕਰ ਰੋਵੈ ਬਲਾਏ। ਕਿਉਂਕਿ ਸੰਸਾਰ ਵਿੱਚ ਜੋ ਵੀ ਉਤਪੰਨ ਹੋਇਆ ਉਹਨੇ ਜ਼ਰੂਰ ਮਰ ਜਾਣਾ। ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਜਾਲ। ਇਹ ਕੋਈ ਅਚਰਜ ਗੱਲ ਨਹੀਂ, ਇਸ ਵਾਸਤੇ ਰੋਣ ਦੀ ਕੋਈ ਲੋੜ ਨਹੀਂ। ਦੁੱਖਾਂ ਨੂੰ ਪਾ ਕੇ ਉਹ ਰੋਵੇ ਜਿਹਨੂੰ ਅਵਿਦਿਆ ਰੂਪੀ ਬਲਾ ਚਿੰਬੜੀ। ਸਾਡੀ ਵਿਦਿਆ ਤਾਂ ਦੂਰ ਹੋ ਚੁੱਕੀ ਹੈ, ਦੁੱਖ ਕਰਕੇ ਸਾਡੀ ਬਲਾ ਰੋਵੇ, ਅਸੀਂ ਕਿਉਂ ਰੋਈਏ? ਦੁੱਖ ਕਰ ਰੋਵੇ ਬਲਾਏ, ਸਾਡੀ ਬਲਾ ਰੋਵੇ ਜਿਹੜੀ ਸਾਨੂੰ ਚਿੰਬੜੀ, ਉਹ ਤਾਂ ਹੁਣ ਗਲੋਂ ਲੈ ਗਈ ਸਾਡੇ ਨਾਮ ਜਪ ਕੇ। ਜੈ ਕੀ ਉਪਜੀ ਤਹਿ ਰਚੀ, ਪੀਵਤ ਮਰਦਨ ਲਾਗ। ਸੋ ਇਸ ਪ੍ਰਕਾਰ ਇਹ ਜੈ ਕੀ ਉਪਜੀ ਤਹਿ ਰਚੀ, ਪੀਵਤ ਮਰਦਨ ਲਾਗ। ਸੋ ਜੀਵਾਂ ਦੀ ਜਮਾਤ, ਸੋ ਜਿਸ ਜੂਨੀ ਤੋਂ ਉਤਪੰਨ ਹੋਈ ਹੈ, ਸੋ ਜਿਸ ਪ੍ਰਕਾਰ ਜਿਸ ਸਥਾਨ ਤੋਂ ਇਹ ਜੀਵ ਜਨਮ ਲੈਂਦਾ ਹੈ, ਜਵਾਨੀ ਦੀ ਮਸਤੀ ਕਰਕੇ ਫਿਰ ਉਸੇ ਭਗ ਜੂਨੀ ਨੂੰ ਭੋਗਣ ਵਿੱਚ ਲੱਗ ਜਾਂਦੀ ਹੈ। ਤੇ ਬਾਲਕ ਅਵਸਥਾ ਜਿਨ੍ਹਾਂ ਆਸਰਾ ਦੁੱਧ ਪੀਂਦਾ ਸੀ, ਜਵਾਨੀ ਦੇ ਵਿੱਚ ਆ ਕੇ ਉਹਨਾਂ ਨੂੰ ਮਲਣ ਲੱਗ ਪੈਂਦਾ। ਸੋ ਇਸ ਪ੍ਰਕਾਰ ਕਹਿੰਦੇ ਹਨ
ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਹੁਣ ਕਬੀਰ ਜੀ ਕਥਨ ਕਰਨੇ, ਪੀਵਤ ਹੁੰਦਾ ਤਿਸ ਪਤੀ ਪ੍ਰਮਾਤਮਾ ਦੇ ਮਰਦ ਜੋ ਮਹਾਤਮਾ ਨੇ, ਉਹਨਾਂ ਦੇ ਚਰਨੀ ਲੱਗ ਕੇ ਜਿਸ ਪੁਰਸ਼ ਨੇ ਵਿਰਾਗ ਆਦਿਕ ਸਾਧਨਾਂ ਧਾਰ ਕੇ ਸੋ ਉਸ ਪ੍ਰਮਾਤਮਾ ਨੂੰ ਚਿੱਤ 'ਚ ਯਾਦ ਕੀਤਾ, ਚੇਤਿਆ ਹੈ, ਅਤੇ ਬਾਣੀ ਦੁਆਰਾ ਜ਼ੁਬਾਨ ਨਾਲ ਕਹਿਣ ਤੋਂ ਭਾਵ ਬਾਣੀ ਦਾ ਮਤਲਬ ਇਹ ਹੁੰਦਾ ਕਈ ਥਾਈਂ ਕਿ ਰਾਮ 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 ਕੀਤਾ, ਵਾਹਿਗੁਰੂ ਵਾਹਿਗੁਰੂ ਕੀਤਾ ਹੈ। ਉਹ ਜੀਵ ਰੂਪ ਇਸਤਰੀ ਜਹ ਕੀ ਉਪਜੀ ਤਹਿ ਮਿਲੀ, ਕਿੱਥੇ ਗਈ? ਤਹਿ ਗਈ, ਉਸ ਬ੍ਰਹਮ ਤੋਂ ਉਤਪੰਨ ਹੋਈ। ਕਹਿੰਦੇ ਉਸੇ ਵਿੱਚ ਹੀ ਬ੍ਰਹਮ ਦੇ ਵਿੱਚ ਅਭੇਦ ਹੋ ਗਏ। ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਇੱਥੇ ਹੁਣ ਖਰੀਆਂ ਖਰੀਆਂ ਸਾਰੀਆਂ ਸੱਚੀਆਂ ਲਿਖੀਆਂ ਜਾਂਦੀਆਂ ਬਾਣੀ 'ਚ, ਬਚਨ ਵਿਲਾਸ ਲਿਖੇ ਹੋਏ ਨੇ ਕਿ ਜਿੱਥੋਂ ਪੈਦਾ ਹੁੰਦਾ ਮੁੜ ਕੇ ਉੱਥੇ ਹੀ ਲੱਗ ਜਾਂਦਾ। ਇਸ ਪ੍ਰਕਾਰ ਰਾਗ ਗੌੜੀ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਆ ਨਾ, ਉਹ ਪਰਮੇਸ਼ਰ ਪ੍ਰਾਪਤੀ ਦੀ ਤੀਬਰ ਇੱਛਾ ਵਾਲਾ ਇੱਕ ਜਗਿਆਸੂ ਕਬੀਰ ਜੀ ਕੋਲ ਆ ਕੇ ਕਹਿੰਦਾ ਮੈਨੂੰ ਉਹਦੀ ਪ੍ਰਾਪਤੀ ਦਾ ਰਾਹ ਦੱਸੋ। ਇਹ ਗੱਲ ਸੁਣ ਕੇ ਕਬੀਰ ਸਾਹਿਬ ਜੀ ਇਸ ਸ਼ਬਦ ਦੁਆਰਾ ਪਤੀ ਵਰਤ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਜਗਿਆਸੂ ਦੀ ਵਿਵਸਥਾ ਕਥਨ ਕਰਦੇ ਹੋ ਪਰਮੇਸ਼ਰ ਪ੍ਰਾਪਤੀ ਦਾ ਰਾਹ ਦੱਸਦੇ ਆ। ਜਿਸ ਵੇਲੇ ਪਤੀ ਵਰਤ ਧਰਮ ਵਾਲੀ ਔਰਤ ਦਾ ਪਤੀ ਕਿਸੇ ਕੰਮਕਾਰ ਨੂੰ ਬਾਹਰ ਚਲਿਆ ਜਾਂਦਾ ਤੇ ਆਪਣੇ ਇਕਰਾਰ ਅਨੁਸਾਰ ਨਹੀਂ ਆਉਂਦਾ, ਸੋ ਉਸ ਵੇਲੇ ਕੀ ਕਰਦੀ ਆ ਉਹ ਵੀ ਆਉਣਾ ਸੀ ਮੁੜ ਕੇ ਨਹੀਂ ਆਏ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਉਹ ਕਾਮਣੀ ਜਿਹੜੀ ਇਸਤਰੀ ਹੁੰਦੀ ਆ ਆਪਣੇ ਪਤੀ ਦੇ ਪੰਥ ਨੂੰ ਜਾਂ ਰਾਹ ਨੂੰ ਕਹਿੰਦੇ ਨਿਹਾਰੈ ਤੋਂ ਭਾਵ ਦੇਖਦੀ ਦਰਵਾਜ਼ੇ 'ਚ ਖੜ ਖੜ ਕੇ, ਹੁਣ ਵੀ ਆਉਂਦਾ ਹੈ ਹੁਣ ਵੀ ਆਉਂਦਾ ਹੈ। ਜਦ ਬਹੁਤ ਸਮਾਂ ਗੁਜ਼ਰ ਜਾਣ ਤੇ ਨਹੀਂ ਆਉਂਦਾ ਉਹ, ਫਿਰ ਲੋਚਨ ਅੱਖਾਂ ਵਿੱਚ ਪਾਣੀ ਆ ਜਾਂਦਾ ਉਹਦੇ, ਤੇ ਉਹ ਸਾਸਾ ਠੰਡੇ ਹੌਂਕੇ ਲੈਂਦੀ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਕੋਠੇ ਚੜ੍ਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵੱਲ ਦੇਖਦੇ ਹੁੰਦੇ ਸਨ, ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਭੇਜਿਆ ਹੋਇਆ ਕੋਈ ਸਿੱਖ ਸਾਨੂੰ ਸੱਦਣ ਵਾਸਤੇ ਸ਼ਾਇਦ ਆਉਂਦਾ ਹੋਵੇ। ਸੋ ਜਿਸ ਵੇਲੇ ਕੋਈ ਨਜ਼ਰ ਨਾ ਆਇਆ ਤਾਂ ਉਸ ਵੇਲੇ ਅੱਖਾਂ 'ਚ ਜਲ ਭਰ ਆਇਆ। ਕਿਉਂ ਬਿਸਰੈ ਉਹ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ, ਮੰਦਰ ਚਰਕੈ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਧੰਨ ਗੁਰੂ ਰਾਮਦਾਸ ਸਾਹਿਬ ਨੇਤਰਾਂ ਵਿੱਚੋਂ ਵਿਰਾਗ ਦੇ ਕਾਰਨ ਵੇਲੇ ਹਰ ਵੇਲੇ ਜਲ ਜਾਂਦਾ ਰਹਿੰਦਾ ਸੀ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੈ ਜੀਓ। ਇੱਥੇ ਪਾਠ ਦਾ ਥੋੜ੍ਹਾ ਧਿਆਨ ਰੱਖਣਾ, ਮੈਂ ਨੀਰ ਵਹੇ ਇੱਕ ਲਾਂ ਲੱਗੀ ਹੋਈ ਆ ਹਾਹੇ ਤੇ, ਵਹਿ ਚੱਲੈ ਜੀਓ। ਉਹ ਕਈ ਰਾਗੀ ਪੜ੍ਹਨਗੇ ਮੈਂ ਨੀਰ ਵਹਿ ਚੱਲੈ ਜੀਓ। ਉਹਨਾਂ ਵਿਚਾਰਿਆਂ ਨੇ ਕਿਹੜਾ ਸੰਥਿਆ ਕੀਤੀ ਹੁੰਦੀ ਹੈ? ਪਹਿਲਾਂ ਸੰਥਿਆ ਕਰਨੀ ਚਾਹੀਦੀ ਹੈ, ਫਿਰ ਕੀਰਤਨ ਸਿੱਖਣਾ ਚਾਹੀਦਾ। 338 ਅੰਗ ਤੇ ਅਗਲੀ ਪੰਕਤੀ ਹੈ, ਹੋਰ ਨਾ ਭੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਉਸ ਪਤੀ ਵਰਤ ਧਰਮ ਵਾਲੀ ਇਸਤਰੀ ਦਾ ਹਿਰਦਾ ਪਤੀ ਤੋਂ ਬਗੈਰ ਹੋਰ ਦੂਜੇ ਪੁਰਸ਼ ਉੱਤੇ ਭੇਜਦਾ ਹੀ ਨਹੀਂ। ਘਰ ਦੇ ਕਿਸੇ ਹੋਰ ਮੈਂਬਰ ਉੱਤੇ ਵੀ ਮਨ ਨਹੀਂ ਭੇਜਦਾ, ਚਾਹੇ ਸਾਰੇ ਘਰ 'ਚ ਨੇ, ਪਰ ਪਤੀ ਵੱਲ ਉਹਦਾ ਧਿਆਨ ਅੰਦਰ ਅੰਦਰ ਜਾਂਦਾ ਹੀ ਰਹਿੰਦਾ। ਸੋ ਜੇ ਜਗ੍ਹਾ ਖਲੋ ਕੇ ਪਤੀ ਨੂੰ ਵੇਖਦੀ ਆ ਉਹ ਜਗ੍ਹਾ ਤੋਂ ਪੈਰ ਵੀ ਨਹੀਂ ਖਿਸਕਦਾ। ਕਹਿੰਦੇ ਅੰਦਰ ਆ ਜਾ, ਕਹਿੰਦੇ ਪਤਾ ਨਹੀਂ ਲੇਟ ਹੋ ਗਿਆ, ਮੈਂ ਇੰਤਜ਼ਾਰ 'ਚ ਖੜੀ ਹਾਂ। ਸੋ ਇੱਕ ਹਰ ਹੁੰਦਾ ਪਤੀ, ਹਰੀ ਪਤੀ ਦੇ ਦਰਸ਼ਨ ਦੀ ਆਸਾ ਲੱਗੀ ਰਹਿੰਦੀ ਆ। ਰੱਬ ਦੇ ਪਿਆਰ ਨੂੰ ਪੈਰ ਨੂੰ ਪਿੱਛੇ ਨਹੀਂ ਖਿਸਕਾਉਂਦੇ ਭਗਤੀ ਦੇ ਮਾਰਗ ਤੋਂ। ਜੇ 10 ਪਾਠ ਨੇ ਜਪਜੀ ਸਾਹਿਬ ਦੇ 11 ਕਰ ਲੈਣਗੇ, 12 ਕਰ ਲੈਣਗੇ, 10 ਦਾ 9 ਨਹੀਂ ਕਰਦੇ। ਟਾਈਮ ਜੇ ਸਵੇਰੇ 3 ਵਜੇ ਉੱਠਣ ਦਾ, 3 ਵਜੇ ਉੱਠਣਾ, ਇਹ ਨਹੀਂ ਕਿ ਹੁਣ 4 ਵਜੇ ਉੱਠਣਾ, 2:45 ਤਾਂ ਉੱਠ ਜਾਣਗੇ, 2:30 ਵਜੇ ਉਹ ਤਾਂ ਠੀਕ ਹੈ। ਉਹ ਫਿਰ ਜਿਨ੍ਹਾਂ ਨੇ ਬਹੁਤ ਕਮਾਈ ਕਰਨੀ ਹੁੰਦੀ ਆ ਪੱਕੇ ਹੁੰਦੇ ਨੇ। ਸੋ ਜਿਵੇਂ ਪੱਟੀ ਵਾਲੇ ਰਾਜੇ ਦੀ ਸਪੁੱਤਰੀ ਰਜਨੀ ਦੀ ਹਾਲਤ ਹੋਈ ਸੀ, ਜਦੋਂ ਆਪਣੇ ਲੂਲੇ ਪਤੀ ਨੂੰ ਖਾਰੇ ਵਿੱਚ ਬਿਠਾ ਕੇ ਤੁੰਗ ਪਿੰਡ 'ਚ ਗਈ, ਉੱਥੋਂ ਰੋਟੀ ਮੰਗ ਕੇ ਆਈ ਤਾਂ ਵੇਖਿਆ ਮੇਰਾ ਪਤੀ ਤਾਂ ਕੋਈ ਹੈ ਹੀ ਨਹੀਂ, ਹੋਇਆ ਤਾਂ ਹੋਰ ਹੀ ਕੋਈ ਬੈਠਾ ਮੇਰੀ ਟੋਕਰੀ ਤੇ ਸੁੰਦਰ ਬੰਦਾ। ਉਹ ਕਹੇ ਹੇ ਸੁਭਦਰੇ ਮੈਂ ਤੇਰਾ ਹੀ ਪਤੀ ਹਾਂ, ਪਰ ਉਹ ਰਜਨੀ ਦਾ ਹਿਰਦਾ ਭਿੱਜਿਆ ਨਾ, ਕਹਿੰਦੀ ਨਾ। ਸੋ ਪੈਰ ਵੀ ਨਾ ਉੱਥੋਂ ਖਿਸਕਿਆ ਅੱਗੇ ਨੂੰ, ਕਿਉਂਕਿ ਉਹਨੂੰ ਇੱਕ ਪਤੀ ਦੇ ਦਰਸ਼ਨ ਦੀ ਆਸਾ ਲੱਗ ਰਹੀ ਸੀ। ਸੋ ਇਸ ਪ੍ਰਕਾਰ ਹੈ, ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ ਰਹਾਓ। ਉੱਥੇ ਖਲੋਤੀ ਹੋਈ ਸ਼ਗਨ ਮਨਾਉਂਦੀ ਹੈ, ਕਾਲੇ ਕਾਉ ਤੁਸੀਂ ਉੱਡਦੇ ਕਿਉਂ ਨਹੀਂ? ਉੱਡ ਜਾਓ। ਜੇ ਤੁਸੀਂ ਉੱਡ ਜਾਓਗੇ ਤਾਂ ਬੇਗ ਹੁੰਦਾ ਸ਼ੀਘਰੀ ਮੈਂ ਆਪਣੇ ਪਿਆਰੇ ਪਤੀ ਨੂੰ ਮਿਲ ਪਵਾਂਗੀ। ਭਾਵ ਜਗਿਆਸੂ ਕਹਿੰਦੇ ਨੇ ਕਾਵਾਂ ਦੇ ਉਡਾਉਣ ਦਾ ਪ੍ਰਸੰਗ ਅੱਗੇ ਜਾ ਕੇ ਵੀ ਲਿਖਿਆ, ਕਾਗ ਉਡਾਵਤ ਭੁਜਾ ਪਿਰਾਨੀ, ਕਹਿ ਕਬੀਰੇ ਕਥਾ ਸਰਾਨੀ। ਰੱਬ ਦੇ ਪਿਆਰੇ ਵੀ ਕਹਿੰਦੇ ਨੇ। ਹੁਣ ਦਾ ਦ੍ਰਿਸ਼ਟਾਂਤ ਕਿਵੇਂ ਆ? ਕਹਿੰਦੇ ਹੁਣ ਦ੍ਰਿਸ਼ਟਾਂਤ ਇਸ ਪ੍ਰਕਾਰ ਦਿੰਦੇ ਨੇ ਕਿ ਇਸੇ ਤਰ੍ਹਾਂ ਜਗਿਆਸੂ ਰੂਪੀ ਇਸਤਰੀ ਪਰਮੇਸ਼ਰ ਪਤੀ ਦੀ ਭਗਤੀ ਤੇ ਗਿਆਨ ਰੂਪੀ ਪੰਥ ਨਿਹਾਰਾ ਜੋ ਹੁੰਦਾ ਰਸਤੇ ਨੂੰ ਦੇਖਦੀ ਹੈ, ਅਤੇ ਬੁੱਧੀ ਰੂਪੀ ਨੇਤਰਾਂ 'ਚ ਵਿਰਾਗ ਰੂਪੀ ਜਲ ਭਰਦੀ ਹੈ, ਤੇ ਕਿਧਰੇ ਵਿਰਾਗ ਵਿੱਚ ਨਿਊਨਤਾ ਘਾਟ ਨਾ ਹੋ ਜਾਏ। ਭਾਵ ਤੇ ਉਹ ਸਾਸਾ ਠੰਡੇ ਹੋ ਕੇ ਕਿਹੜੇ ਭਰਦੀ ਹੈ? ਪ੍ਰਾਰਥਨਾ ਕਰਦੀ ਹੈ, ਲੰਮੇ ਸਾਹ ਲੈ ਕੇ ਅਫਸੋਸ ਕਰਦੀ ਹੈ। ਉਰ ਨਾ ਭੀਜੈ,
ਪਰਮੇਸ਼ਰ ਪਤੀ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤਾ ਪੀਰ ਪੈਗੰਬਰ ਇੱਧਰ ਉੱਧਰ ਕਿਤੇ ਉਹਦਾ ਹਿਰਦਾ ਨਹੀਂ ਭੇਜਦਾ, ਮਨ ਬੁੱਧੀ ਰੂਪ ਪੈਰ ਨਹੀਂ ਖਿਸਕਦਾ, ਕਿਉਂਕਿ ਪਤੀ ਪਰਮੇਸ਼ਰ ਦੇ ਦਰਸ਼ਨ ਦੀ ਆਸਾ ਲੱਗ ਰਹੀ ਹੈ। ਸਗਨ ਮਨਾਉਂਦੀ ਹੈ, ਇਹ ਕਾਮ ਆਦਿਕ ਰੂਪੀ ਕਾਲੇ ਕਾਉ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੁਸੀਂ ਉੱਡਦੇ ਕਿਉਂ ਨਹੀਂ ਉੱਡ ਜਾਓ, ਜਿਸ ਕਰਕੇ ਮੈਂ ਆਪਣੇ ਪਿਆਰੇ ਰਾਮ ਪਤੀ ਨੂੰ ਸ਼ੀਘਰ ਹੀ ਮਿਲਣਾ ਕਰਾਂ। ਜਿਵੇਂ ਉਡੋ ਨਾ ਕਾਗਾ ਕਾਰੇ, ਇਹ ਕਾਲੇ ਕੇਸੋ ਤੁਸੀਂ ਉਡੋ ਨਾ, ਤਾਂ ਕਿ ਮੈਂ ਜਵਾਨੀ ਅਵਸਥਾ ਵਿੱਚ ਹੀ ਆਪਣੇ ਪਿਆਰੇ ਰਾਮ ਪਤੀ ਪਰਮਾਤਮਾ ਨੂੰ ਬੇਗ ਹੁੰਦਾ ਜਲਦੀ ਮਿਲ ਲਵਾਂ। ਇਹ ਦੋਏ ਨੈਣਾ ਮਤ ਛੋ ਫਿਰ ਦੇਖਣ ਕੀ ਆ, ਜਿਵੇਂ ਫਰੀਦ ਜੀ ਨੇ ਕਿਹਾ ਕਾਂਗਾ ਕਰਗ ਢੰਡੋਲਿਆ ਸਗਲਾ ਖਾਇਆ ਮਾਸ, ਉੱਥੇ ਵੀ ਕਾਮ ਕ੍ਰੋਧ ਆਦਿਕ ਨੂੰ ਕਹਿੰਦੇ ਨੇ। ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ। ਹੁਣ ਕਬੀਰ ਜੀ ਕਥਨ ਕਰਦੇ ਨੇ ਜੀਵਨ ਪਦਵੀ ਦੀ ਪ੍ਰਾਪਤੀ ਵਾਸਤੇ ਹਰੀ ਦੀ ਭਗਤੀ ਕਰੋ। ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ, ਇੱਕ ਨਾਰਾਇਣ ਦੇ ਨਾਮ ਦਾ ਆਸਰਾ ਲਓ, ਤੇ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਜੇਵਾ ਦੇ ਨਾਲ ਰਾਮ ਨਾਮ ਨੂੰ ਰਵੀਜਾ ਹੁੰਦਾ ਉਚਾਰਨਾ ਕਰੋ। ਰਾਗ ਗੌੜੀ 11ਵੀਂ, ਗੌੜੀ 11 ਦਾ ਭਾਵ ਹੈ ਕਿ 11ਵੇਂ ਘਰ ਵਿੱਚ ਇਹ ਗੌੜੀ ਗਾਇਨ ਕਰਨੀ ਹੈ। ਇੱਕ ਕ੍ਰਿਸ਼ਨ ਉਪਾਸਕ ਭਗਤ ਨੇ ਕਬੀਰ ਜੀ ਪਾਸ ਆ ਕੇ ਕਿਹਾ ਕਿਰਪਾ ਕਰਕੇ ਕੋਈ ਕ੍ਰਿਸ਼ਨ ਭਗਵਾਨ ਦੀ ਲੀਲਾ ਤਾਂ ਸੁਣਾਓ। ਤਾਂ ਉਸ ਵਕਤ ਕਬੀਰ ਜੀ ਕਹਿੰਦੇ ਦੇਖੋ ਕ੍ਰਿਸ਼ਨ ਤਾਂ ਨਾਮ ਪਰਮਾਤਮਾ ਦਾ ਹੀ ਆ, ਪਰ ਜਿਹੜੀ ਕ੍ਰਿਸ਼ਨ ਜੀ ਨੇ ਲੀਲਾ ਰਚੀ ਉਹ ਵੀ ਸੁਣਾ ਦਿੰਦੇ, ਪਰ ਤੈਨੂੰ ਅਸਲੀ ਅੰਤਰੀਪ ਭਾਵ ਵੀ ਸੁਣਾ ਦਿਆਂਗੇ, ਅਸਲ ਜਾਣਾ ਕਿੱਥੇ ਹੈ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਆਸ ਪਾਸ ਕਨ ਤੁਰਸੀ ਕਾ ਬਿਰਵਾ ਮਾਝ ਬਨਾਰਸ ਗਾਉਂ ਰੇ, ਕਹਿੰਦੇ ਜਿਸ ਦੇ ਆਸ ਪਾਸ ਆਲੇ ਦੁਆਲੇ ਚਾਰੋਂ ਤਰਫ ਘਣੇ ਹੁੰਦੇ ਨੇ, ਬਹੁਤੇ ਤੁਲਸੀ ਦੇ ਬੂਟੇ ਨੇ, ਸੋ ਉਹਦੇ ਮਾਝ ਹੁੰਦਾ ਵਿੱਚ ਇੱਕ ਬਨਾਰਸ ਗਾਉ ਰੇ, ਸੋ ਬਰਸਾਨਾ ਨਾਮੇ ਪਿੰਡ ਹੈ। ਵਾਹ ਕਾ ਸਰੂਪ ਦੇਖ ਮੋਹੀ ਗਵਾਰਨ ਮੋਕਾ ਛੋੜਨਾ ਆਓ ਨਾ ਜਾਹੂ ਰੇ, ਉਹ ਬਰਸਾਨੇ ਪਿੰਡ ਦੇ ਰਹਿਣ ਵਾਲੀ ਗਵਾਰਨ ਗੋਪੀ ਰਾਧਿਕਾ ਜਿਹੜੀ ਸੀ, ਉਹ ਕ੍ਰਿਸ਼ਨ ਦੇ ਸੁੰਦਰ ਸਰੂਪ ਨੂੰ ਵੇਖ ਕੇ ਮੋਹਿਤ ਹੋ ਗਈ ਤੇ ਕਹਿੰਦੀ ਕਿ ਹੁਣ ਆਪ ਮੈਨੂੰ ਛੱਡ ਕੇ ਹੋਰ ਕਿਧਰੇ ਨਾ ਆਓ ਜਾਓ। ਤੋਹੇ ਚਰਨ ਮਨ ਲਾਗੋ ਸਾਰਿੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾਓ। ਇਹ ਸਾਰੰਗ ਨਾਮੇ ਧਨਖ ਨੂੰ ਧਾਰਨ ਵਾਲੇ ਸਵਾਮੀ ਜੀ, ਆਪ ਦੇ ਚਰਨਾਂ ਵਿੱਚ ਮੈਂ ਦਾਸੀ ਦਾ ਜਿਹੜਾ ਮਨ ਲੱਗ ਗਿਆ। ਇਹ ਸੱਚ ਹੈ ਕਿ ਆਪ ਨੂੰ ਉਹੀ ਮਿਲ ਸਕਦਾ ਜਿਹਦੇ ਵੱਡੇ ਭਾਗ ਹੋਣ। ਆਪ ਦੇ ਨਾਲ ਮਿਲ ਕੇ ਮੈਂ ਵੀ ਅੱਜ ਵਡਭਾਗਣ ਹੋਈ ਹਾਂ। ਵਿਸ਼ਰਾਮ ਦੇ ਕੇ ਕਹਿੰਦੇ ਬਿੰਦਰਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਊਰੇ, ਇਹ ਮਨ ਦੇ ਹਰਨ ਵਾਲੇ ਮਨੋਹਰ ਸੁੰਦਰ ਬਿੰਦਰਾਬਨ ਵਿਖੇ ਗਊਆਂ ਦੇ ਚਰਾਉਣ ਵਾਲੇ ਜਾ ਕਾ ਠਾਕੁਰ ਤੂੰ ਹੀ ਸਾਰੰਗ ਧਰ ਮੋਹੇ ਕਬੀਰਾ ਨਾਊਰੇ। ਸਾਰੰਗ ਨਾਮੇ ਧਨਖ ਦੇ ਧਾਰਨ ਵਾਲੇ ਕ੍ਰਿਸ਼ਨ ਜੀ, ਜਿਸ ਰਾਧਿਕਾ ਦੇ ਸਵਾਮੀ ਤੁਸੀਂ ਆਪ ਹੋ, ਉਸੇ ਪ੍ਰਕਾਰ ਮੈਂ ਕਬੀਰ ਦਾ ਨਾਮ ਵੀ ਸਫਲ ਕਰੋ। ਕਹਿੰਦੇ ਇਹਦਾ ਅੰਤਰੀਪ ਭਾਵ ਭਗਤਾਂ ਨੂੰ ਸੁਣਾਉਂਦੇ ਹੋਏ ਕਹਿੰਦੇ ਨੇ ਆਸ ਪਾਸ ਕਨ ਤੁਲਸੀ ਕਾ ਬਿਰਵਾ ਮਾਝ ਬਨਾਰਸ ਗਾਉਂ ਰੇ। ਜੇ ਸੰਤੈ ਕਰਨ ਦੇ ਆਲੇ ਦੁਆਲੇ ਘਨ ਹੁੰਦਾ, ਬਹੁਤੇ ਹੁੰਦੇ, ਤੁਲਸੀ ਹੁੰਦਾ, ਤੁਲਤਾ ਸਰੀਖੇ ਵਿਰਾਗ ਵਿਵੇਕ ਕਰਨਾ ਮੈਤਰੀ ਮੋਤਾ ਪੇਖੇ ਆਦਿਕ ਇੱਕੋ ਜਿਹੇ ਬਿਰਵਾ ਹੁੰਦੇ, ਬੂਟੇ ਲੱਗੇ ਹੋਏ ਨੇ। ਉਸ ਸੰਤੈ ਕਰਨ ਦੇ ਵਿੱਚ ਜੋ ਰਸ ਦਾ ਜਿਹੜਾ ਗਾਉਂ ਹੁੰਦਾ ਨਾ, ਪਿੰਡ ਸਾਖੀ ਚੇਤਨ ਬਣਿਆ ਹੋਇਆ, ਰਸ ਦਾ ਗਾਉਂ ਸਾਖੀ ਚੇਤਨ ਪਰਮਾਤਮਾ ਅੰਦਰ, ਪਰਮਾਤਮਾ ਹਿਰਦੇ 'ਚ। ਬਹੁਤ ਡੂੰਘਾ ਉਪਦੇਸ਼ ਹੈ ਇਹ। ਵਾਹ ਕਾ ਸਰੂਪ ਦੇਖ ਮੋਹੀ ਗਵਾਰਨ ਮੋਹ ਕੋ ਛੋੜਨਾ ਆਓ ਨਾ ਜਾਹੂ ਰੇ। ਉਸ ਸਾਖੀ ਚੇਤਨ ਦੇ ਸੋਹਣੇ ਸਰੂਪ ਨੂੰ ਵੇਖ ਕੇ ਗਵਾਰਨ ਹੁੰਦਾ ਬੁੱਧੀ, ਗਵਾਲਣ, ਬੁੱਧੀ ਮੋਹਿਤ ਹੋ ਗਈ। ਫਿਰ ਬੁੱਧੀ ਇਸ ਪ੍ਰਕਾਰ ਆਖਦੀ ਮੈਨੂੰ ਛੱਡ ਕੇ ਕਿਧਰੇ ਨਾ ਜਾਓ ਤੇ ਆਓ ਨਾ ਆਓ, ਭਾਵ ਕਿ ਇੱਕ ਮੈਨੂੰ ਹੀ ਪ੍ਰਕਾਸ਼ਦੇ ਰਹੋ। ਹੇ ਮੇਰੇ ਸਾਖੀ ਚੇਤਨ ਆਤਮਾ, ਬੁੱਧੀ ਬੇਨਤੀ ਕਰਦੀ, ਸਾਖੀ ਚੇਤਨ ਆਤਮਾ ਜਿਹੜੀ ਸਾਡੇ ਅੰਦਰ ਜੀਵ ਆਤਮਾ ਹੈ, ਆਤਮਾ ਨੂੰ ਬੇਨਤੀ ਕਰਦੀ ਹੈ ਮੈਨੂੰ ਵਿਵੇਕ ਬੁੱਧੀ ਬਖਸ਼ੋ ਜੀ, ਮੈਨੂੰ ਇਹੋ ਜਿਹਾ ਪ੍ਰਕਾਸ਼ ਦਿਓ ਤਾਂ ਮੰਦ ਬੁੱਧੀ ਨਾ ਹੋਵੇ ਮੇਰੀ। ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾਓ। ਸ਼ੁੱਧ ਬੁੱਧੀ ਆਖਦੀ ਹੈ ਸਾਰੰਗ ਅਨਾਤਮ ਵਰਗ ਸੰਸਾਰ ਧਾਰਨ ਵਾਲੇ ਚਰਨ ਹੁੰਦਾ, ਵੇਦਾਂ ਕਰਕੇ ਪ੍ਰਤਪਾਦਿਆ ਮਨ ਹੁੰਦਾ ਸ਼੍ਰੋਮਣੀ ਸਾਖੀ ਚੇਤਨ। ਇਹ ਵਾਹਿਗੁਰੂ ਮੇਰਾ ਪ੍ਰੇਮ ਆਪ ਦੇ ਚਰਨ ਵਿੱਚ ਲੱਗ ਰਿਹਾ, ਆਪ ਜੀ ਨੂੰ ਮਿਲਦਾ ਉਹੀ ਹੈ ਜੋ ਵੱਡਿਆਂ ਭਾਗਾਂ ਵਾਲਾ ਹੁੰਦਾ। ਬਿੰਦਰਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਊਰੇ। ਬਿੰਦਰਾ ਹੁੰਦਾ ਸਮੂਹ ਗੁਣਾ ਕਰਕੇ ਬਣਿਆ ਹੋਇਆ, ਜੋ ਇੱਕ ਮਨੋਹਰ ਹੁੰਦਾ ਸੁੰਦਰ ਅੰਤःਕਰਨ ਰੂਪੀ ਬਿੰਦਰਾਬਨ ਹੈ, ਉਹਦੇ ਵਿੱਚ ਮਨ ਹਰਨ ਜੋ ਕ੍ਰਿਸ਼ਨ ਸਾਖੀ ਚੇਤਨ ਹੈ, ਪ੍ਰਮਾਤਮਾ ਦਾ ਨਾਮ ਕ੍ਰਿਸ਼ਨ ਹੈ, ਸਾਖੀ ਚੇਤਨ ਹੈ, ਜਿਸ ਵਿੱਚ ਕ੍ਰਿਸਤਾਈ ਨਹੀਂ। ਕ੍ਰਿਸਤਾਈ ਹੁੰਦਾ ਕਮਜ਼ੋਰ ਹੋਣਾ, ਕੱਟੇ ਜਾਣਾ, ਤੋ ਨਹੀਂ ਹੈ। ਕਹਿੰਦੇ ਉਹੀ ਉਹ ਕਹਿੰਦੇ ਗਾਊ ਹੁੰਦਾ ਇੰਦਰੀਆਂ ਨੂੰ ਵਿਚਰਾ ਰਿਹਾ, ਭਾਵ ਸੱਤਾ ਸਫੁਰਤੀ ਦੇ ਰਿਹਾ। ਅਸਲ ਵਿੱਚ ਗਊ ਨਾਮ ਇੰਦਰੀਆਂ ਦਾ ਵੀ ਹੈ, ਮਨ ਹੈ, ਸਾਖੀ ਚੇਤਨ ਹੈ। ਸਾਖੀ ਚੇਤਨ ਅੰਦਰ ਬੈਠਾ, ਬੁੱਧੀ ਨੂੰ ਚਲਾਉਂਦਾ, ਮਨ ਨੂੰ ਚਲਾਉਂਦਾ।
ਇੰਦਰੀਆਂ ਰੂਪੀ ਗਊਆਂ ਨੂੰ ਚਲਾਉਂਦਾ। ਸੋ ਇਸ ਕਰਕੇ ਹੈ ਜਾ ਕਾ ਠਾਕੁਰ ਤੂੰ ਹੀ ਸਾਰਿੰਗ ਧਰ ਮੋਹਿ ਕਬੀਰਾ ਨਾਊਰੇ। ਹੁਣ ਚਿਦਾ ਭਾਸ਼ ਆਖਦਾ ਹੈ, ਹੇ ਸਾਰਿੰਗ ਧਰ ਅਨਾਤਮ ਵਰਗ ਸੰਸਾਰ ਦੇ ਧਾਰਨ ਵਾਲੇ ਸਾਖੀ ਚੇਤਨ, ਜਿਸ ਸ਼ੁੱਧ ਬੁੱਧੀ ਦਾ ਤੂੰ ਠਾਕੁਰ ਹੈ, ਉਸ ਵਾਂਗੂ ਮੈਨੂੰ ਵੀ ਸਫਲ ਕਰ ਦਿਓ। ਕਿਉਂਕਿ ਆਪ ਦਾ ਨਾਮ ਵੀ ਕਬੀਰ ਹੈ ਤੇ ਮੇਰਾ ਨਾਮ ਵੀ ਕਬੀਰ ਹੈ। ਤੁਸੀਂ ਆਪਣੇ ਨਾਮ ਦੀ ਲੱਜਾ ਜ਼ਰੂਰ ਰੱਖੋ। ਆਪ ਵੀ ਪ੍ਰਕਾਸ਼ ਕਰਨ ਵਾਲੇ ਹੋ, ਮੈਂ ਵੀ ਪ੍ਰਕਾਸ਼ ਕਰਨ ਵਾਲਾ। ਜਿਵੇਂ ਸ਼ਮਸ਼ ਤਬਰੇਜ਼ ਨੇ ਸੂਰਜ ਨੂੰ ਕਿਹਾ ਸੀ ਕਿ ਮੇਰਾ ਨਾਮ ਸ਼ਮਸ਼ ਹੈ ਤੇ ਤੇਰਾ ਨਾਮ ਵੀ ਸ਼ਮਸ਼ ਹੈ, ਤੂੰ ਨੀਚੇ ਹੋ ਕੇ ਮੱਛੀ ਨੂੰ ਭੁੰਨ ਦੇ। ਉਸੇ ਵੇਲੇ ਸੂਰਜ ਨੇ ਨੀਵੇਂ ਹੋ ਕੇ ਸ਼ਮਸ਼ ਤਬਰੇਜ਼ ਦਾ ਕੰਮ ਕਰ ਦਿੱਤਾ। ਇਸੇ ਕਰਕੇ ਮਲਤਾਨ ਵਿੱਚ ਗਰਮੀ ਬਹੁਤ ਪੈਂਦੀ ਹੈ। ਸੋ ਇਹਦੀ ਸਾਖੀ ਜਿਹੜੀ ਆ ਉਹ ਬਹੁਤ ਲੰਬੀ ਹੋਣ ਕਰਕੇ ਫੇਰ ਕਿਤੇ ਵਿਚਾਰਾਂਗੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਕਿੰਨੇ ਮਿੰਟ ਰਹਿ ਗਏ? ਗੌੜੀ ਪੂਰਬੀ 12ਵੀਂ। ਇਸ ਗੌੜੀ ਨੂੰ 12ਵੇਂ ਘਰ ਚ ਗਾਉਣਾ ਹੈ। ਇਹ ਸ਼ਬਦ ਦੁਆਰਾ ਪਖੰਡ ਦੀ ਨਿਖੇਧੀ ਕਰਦੇ ਹੋਏ ਕਹਿੰਦੇ ਨੇ, ਵਿਪਲ ਬਸਤਰ ਕੇਤੇ ਹੈ ਪਹਿਰੇ, ਕਿਆ ਬਾਨ ਮੱਧੇ ਬਾਸਾ। ਵਿਪਲ ਹੁੰਦਾ ਬਲਕਲ, ਭੋਜ ਪੱਤਰ ਨੂੰ ਕਹਿੰਦੇ ਨੇ। ਕਹਿੰਦੇ ਭੋਜ ਪੱਤਰ ਆਦਿਕਾਂ ਦੇ ਕੱਪੜੇ ਕਿਤਨੇ ਹੀ ਪਹਿਨ ਲਏ ਤਾਂ ਕੀ ਹੋ ਗਿਆ, ਤੇ ਗਲ ਵਿੱਚ ਵਾਸਾ ਕਰ ਲਿਆ ਤੇ ਇੱਕ ਤਾਂ ਕੀ ਹੋ ਗਿਆ ਜੇ। ਇਸ ਕਰਕੇ ਜੰਗਲ 'ਚ ਚਲੇ ਗਏ ਤਾਂ ਕੀ, ਬਨਹਿ ਬਸੇ ਕਿਉਂ ਪਾਈ ਹੈ, ਜੋ ਲੋ ਮਨੋ ਨਾ ਤਜੇ ਬਕਾਰ। ਕਹਾਂ ਭਇਆ ਨਰ ਦੇਵਾ ਧੋਖੇ, ਕਿਆ ਜਲ ਬੋਰਿਓ ਗਿਆਤਾ। ਕੀ ਹੋਇਆ ਜੇ ਮਨੁੱਖ ਨੂੰ ਧੂਪ ਧੁਖਾ ਕੇ ਪੂਜਾ ਦੀ ਸਮੱਗਰੀ ਅੱਗੇ ਰੱਖ ਕੇ ਦੇਵਤਿਆਂ ਨੂੰ ਧੋਖੇ ਨਾਲ ਪੂਜ ਲਿਆ। ਧੋਖਾ ਹੀ ਦਿੰਦਾ ਰੱਬ ਨੂੰ, ਅੰਦਰ ਕੁਝ ਹੋਰ ਹੁੰਦਾ। ਅਤੇ ਗੰਗਾ ਆਦਿਕ ਪਵਿੱਤਰ ਨਦੀਆਂ ਵਿੱਚ ਗਿਆਤਾ ਸਰੀਰ ਨੂੰ ਡੁਬੋ ਲਿਆ, ਫਿਰ ਕੀ ਹੋ ਗਿਆ। ਤੀਰਥਾਂ ਵਿੱਚ ਇਸ਼ਨਾਨ ਕਰ ਲਿਆ ਤਾਂ ਕੀ ਹੋ ਗਿਆ। ਨਾਮ ਤਾਂ ਜਪਿਆ ਨਹੀਂ ਹੈ। ਦੇਤੇ ਹੈ ਭਗਵਾਨ ਕੋ ਧੋਖੇ, ਕਹਿੰਦਾ ਭਗਵਾਨ ਨੂੰ ਧੋਖੇ ਦਿੰਦੇ ਆ। ਇਨਸਾਨ ਕੋ ਕਿਆ ਛੋੜेंगे, ਬੰਦੇ ਨੂੰ ਕੀ ਛੱਡਣਗੇ ਲੋਕ। ਤਾਂ ਰੱਬ ਨੂੰ ਧੋਖੇ ਦੇਈ ਜਾਂਦੇ, ਧੂਫਾਂ ਦੇ ਦੇ ਕੇ ਕਿਤੇ ਰੱਬ ਖੁਸ਼ ਹੁੰਦਾ। ਜੀਰੇ ਜਾਹੇਗਾ ਮੈਂ ਜਾਨਾ, ਆਬਗਤ ਸਮਝ ਆਨਾ। ਕਹਿੰਦੇ ਇਹ ਜੀਵ ਮੈਂ ਜਾਣ ਲਿਆ ਕਿ ਤੂੰ ਇਸ ਸੰਸਾਰ ਤੋਂ ਵਿਗਤਾ ਚਲਿਆ ਜਾਏਗਾ। ਇਸ ਲਈ ਇਹ ਆਨਾ ਹੁੰਦਾ ਅਗਿਆਤ ਜੀਵ, ਤੂੰ ਉਸ ਅਵਗਤ ਪਰਮੇਸ਼ਰ ਨੂੰ ਸਮਝਣਾ ਕਰ। ਅਵਗਤ ਨਾਮ ਪਰਮੇਸ਼ਰ ਜੀ ਪ੍ਰਾਪਤ ਹੁੰਦੀ ਕਠਨ ਪ੍ਰਾਪਤੀ। ਅਵਗਤ ਗਤ ਪ੍ਰਾਪਤੀ ਅਬ ਬੜੀ ਕਠਨ ਹੈ ਜੀ ਦੀ। ਜਤ ਜਤ ਦੇਖੋਂ ਬਹੁਰ ਨਾ ਪੇਖੋਂ, ਸੰਗ ਮਾਇਆ ਲਪਟਾਨਾ ਰਹਾਉ। ਜਿਸ ਮਾਇਆ ਨਾਲ ਤੂੰ ਚਿੰਬੜਿਆ ਪਿਆ ਨਾ, ਉਹ ਮਾਇਆ ਦੇ ਆਨੰਦ ਵਿੱਚ ਇੱਕ ਵਾਰ ਜਿੱਧਰ ਜਿੱਧਰ ਦੇਖੀਦਾ ਦੇਖਦੇ ਹਨ, ਕਹਿੰਦੇ ਸਮਾਂ ਪਾ ਕੇ ਫਿਰ ਉਸ ਤਰਫ ਦੇਖਣ ਵਿੱਚ ਨਹੀਂ ਆਉਂਦੇ। ਜਤ ਜਤ ਦੇਖੋਂ ਬਹੁਰ ਨਾ ਪੇਖੋਂ, ਸੰਗ ਮਾਇਆ ਲਪਟਾਨਾ। ਜਿਸ ਮਾਇਆ ਨਾਲ ਨੂੰ ਚਿੰਬੜਿਆ ਪਿਆ ਨਾ ਤੂੰ, ਉਹ ਮਾਇਆ ਦੇ ਆਨੰਦ ਇੱਕ ਵਾਰ ਜਿੱਧਰ ਜਿੱਧਰ ਦੇਖੀ ਦੇ ਸਮਾਂ ਪਾ ਕੇ ਫਿਰ ਉਹ ਦੇਖਣ 'ਚ ਨਹੀਂ, ਉਹ ਖਤਮ ਹੋ ਜਾਂਦੇ ਨੇ। ਮਾਇਆ ਦੇ ਆਨੰਦ ਇਹੋ ਜਿਹੇ ਹੁੰਦੇ ਨੇ, ਇੱਕੋ ਵਾਰ ਹੀ ਹੁੰਦੇ ਬਸ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਗਿਆਨੀ ਧਿਆਨੀ ਬਹੁਤ ਬਹੁ ਉਪਦੇਸੀ, ਇਹੋ ਜਗ ਸਗਲੋ ਧੰਦਾ। ਇਸ ਜਗਤ 'ਚ ਜਿੰਨੇ ਕੁ ਗਿਆਨੀ ਧਿਆਨੀ ਤੇ ਬਹੁਤੇ ਉਪਦੇਸ਼ਕ ਹਨ, ਇਹਨਾਂ ਸਾਰਿਆਂ ਦਾ ਮਨ ਧੰਦਿਆਂ 'ਚ ਹੀ ਫਸਿਆ ਹੋਇਆ। ਇਸ ਕਰਕੇ ਪਰਮੇਸ਼ਰ ਦੇ ਦਰਬਾਰ ਵਿੱਚ ਇਹ ਪ੍ਰਮਾਣ ਨਹੀਂ ਹੁੰਦੇ। ਕਹਿੰਦੇ ਨੇ ਬਈ 255 ਅੰਗ ਤੇ ਆਪਾਂ ਸੁਣਿਆ ਨਾ 52 ਅੱਖਰੀ 'ਚ, ਜੋ ਜਾਣੈ ਹਉ ਭਗਤ ਗਿਆਨੀ, ਆਗੇ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਬਸਦਾ ਜਿਉ ਫਿਰਤਾ। ਗਿਆਨੀ ਧਿਆਨੀ ਅਤੇ ਉਪਦੇਸ਼ਕ ਬਹੁਤ ਸਾਰੇ ਇੰਜ ਕਹਿੰਦੇ ਨੇ ਕਿ ਭਾਈ ਇਹ ਸਾਰਾ ਸੰਸਾਰ ਇੱਕ ਗੋਰਖ ਧੰਦਾ ਹੀ ਹੈ। ਕਹਿ ਕਬੀਰ ਇੱਕ ਰਾਮ ਨਾਮ ਬਿਨ, ਯਾ ਜਗ ਮਾਇਆ ਅੰਧਾ। ਕਬੀਰ ਜੀ ਕਹਿੰਦੇ ਇੱਕ ਰਾਮ ਦੇ ਨਾਮ ਦੇ ਸਿਮਰਨ ਕਰਨ ਤੋਂ ਬਿਨਾਂ ਇਹ ਜੀਵ ਜਿਹੜਾ ਨਾ ਮਾਇਆ ਵਿੱਚ ਲੱਗ ਕੇ ਅੰਨਾ ਹੀ ਹੋਇਆ ਫਿਰਦਾ। ਗੌੜੀ 12ਵੀਂ। ਇੱਕ ਆਦਮੀ ਸਾਧੂਆਂ ਵਾਲਾ ਭੇਖ ਧਾਰ ਕੇ ਬਹੁਤ ਚਿਰ ਸੰਤਾਂ ਦੀਆਂ ਮੰਡਲੀਆਂ ਵਿੱਚ ਫਿਰਦਾ ਰਿਹਾ। ਉਹ ਪਾਜ ਕੁਝ ਮਾਇਆ ਜੁੜ ਜਾਣ ਕਰਕੇ ਉਹਦੇ ਕੋਲ ਮਾਇਆ ਹੋ ਗਈ। ਉਹ ਕਹਿੰਦੇ ਵਿਆਹ ਕਰਾਉਣ ਲਈ ਤਿਆਰ ਹੋਏ। ਚੱਲ ਮਾਇਆ ਤਾਂ ਹੁਣ ਬਥੇਰੀ, ਪੈਸੇ ਇਕੱਠੇ ਹੋ ਗਏ। ਜਿਸ ਵੇਲੇ ਕਬੀਰ ਜੀ ਨੂੰ ਪਤਾ ਲੱਗਿਆ ਤਾਂ ਉਹਨੂੰ ਸੱਦ ਕੇ ਸਮਝਾਉਂਦੇ ਨੇ, ਮਨ ਰੇ ਛੱਡੋ ਭਰਮ, ਪ੍ਰਗਟ ਹੋਏ ਨਾਚੋ, ਯਾ ਮਾਇਆ ਕੇ ਡਾਂਡੇ। ਉਹ ਪਿਆਰਿਆ ਵਿਸ਼ਿਆਂ ਨੂੰ ਸੁਖ ਰੂਪ ਸਮਝਣ ਵਾਲਾ ਭਰਮ ਛੱਡ ਦੇ। ਪ੍ਰਗਟ ਰੂਪ ਵਿੱਚ ਹੋ ਕੇ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਇਸ ਗੱਲ ਦਾ ਨਾਚੋ ਹੁੰਦਾ ਨਿਰਣਾ ਕਰੋ ਕਿ ਸੱਤ ਵਸਤੂ ਕਿਹੜੀ ਹੈ ਤੇ ਝੂਠੀ ਵਸਤੂ ਕਿਹੜੀ ਹੈ। ਸੋ ਇਸ ਮਾਇਆ ਵਿੱਚ ਜੋ ਵੀ ਲੱਗੇ ਹਨ ਉਹ ਸਭ ਡੰਡ ਰੌਲਿਆਂ ਵਿੱਚ ਹੀ ਪਏ ਨੇ। ਇਹ ਸਭ ਮਾਇਆ ਦੇ ਡਾਂਡੇ ਝਗੜੇ ਹੀ ਨੇ। ਇਸ ਮਾਇਆ ਦੇ ਡਾਂਡੇ ਡੰਗੇ ਹੋਏ, ਕੀਲੇ ਹੋਏ, ਸੜੇ ਹੋਏ ਪੁਰਸ਼ੋ, ਤੁਸੀਂ ਇਸ ਮਾਇਆ ਤੋਂ ਬਚੋ। ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੇ। ਉਹ ਸੂਰਮਾ ਕਾਹਦਾ ਜੋ ਰਣ ਦੇ ਸਾਹਮਣੇ ਜਾ ਕੇ ਡਰ ਜਾਵੇ। ਉਹ ਸਤੀ ਕਾਹਦੀ ਹੈ ਜੋ ਘਰ ਦੇ ਭਾਂਡਿਆਂ ਨੂੰ ਇਕੱਠੇ ਕਰਕੇ ਸਤੀ ਹੋਣਾ ਚਾਹੇ।
ਇਸੇ ਪ੍ਰਕਾਰ ਉਹ ਸੰਤ ਕੀ ਹੋਇਆ ਜੋ ਕਾਮ ਆਦਿਕਾਂ ਨਾਲ ਜੰਗ ਕਰਨ ਤੋਂ ਡਰ ਜਾਵੇ, ਤੇ ਉਹ ਵਿਰਾਗੀ ਕਾਹਦਾ ਜਿਹੜਾ ਭਾਂਡੇ ਪਦਾਰਥਾਂ ਨੂੰ ਸਾਂਭਣ ਲੱਗ ਪਵੇ। ਜਾਂ ਸਤੀ ਕਿਹੜੀ ਹੋਈ ਜਦੋਂ ਉਧਰੋਂ ਤਾਂ ਸਤੀ ਹੋਣ ਦੀ ਵਾਰੀ ਆਈ, ਤਾਂ ਉਧਰੋਂ ਕਹੇ ਮੈਂ ਭਾਂਡੇ ਸਾਂਭਣਾ ਰਸੋਈ ਦੇ। ਡਗਮਗ ਛਾ ਡਰੇ ਮਨ ਬੌਰਾ, ਝੱਲਿਆ ਮਨਾ ਡਗਮਗ ਡਾਵਾਂ ਡੋਲਪਣਾ ਛੱਡ ਦੇ, ਭਟਕਣਾ ਛੱਡ ਦੇ, ਦਿਲ ਨੂੰ ਪੱਕਾ ਕਰ। ਆਵ ਤਉ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਧੌਰਾ ਰਹਾਉ। ਜਿਸ ਔਰਤ ਨੇ ਆਪਣੇ ਪਤੀ ਦੇ ਨਾਲ ਸਤੀ ਹੋ ਜਾਣ ਵਾਸਤੇ ਹੱਥ ਵਿੱਚ ਸੰਧੌਰਾ ਹੁੰਦਾ ਨਾਰੀਅਲ ਫਲ ਫੜ ਲਿਆ, ਉਹ ਤਾਂ ਹੁਣ ਚਿਖਾ ਉੱਤੇ ਚੜ੍ਹ ਕੇ ਸੜ ਮਰੇ, ਤਾਈਓ ਮੁਕਤੀ ਪ੍ਰਾਪਤ ਕਰ ਸਕਦੀ ਹੈ। ਪਰ ਚਿਖਾ ਦੀ ਅੱਗ ਨਾਲੋਂ ਵਿਛੋੜੇ ਦੀ ਅੱਗ ਵਿੱਚ ਸੜ ਕੇ ਮਰ ਜਾਣ ਨੂੰ ਚੰਗਾ ਸਮਝਿਆ। ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਸੋ ਇਸ ਪ੍ਰਕਾਰ ਹੈ। ਕਾਮ ਕ੍ਰੋਧ ਮਾਇਆ ਕੇ ਲੀਨੇ, ਆਬਿਦ ਜਗਤ ਬਿਗੂਤਾ। ਇਹ ਜੀਵ ਮਾਇਆ ਦੇ ਪ੍ਰਤਾਪ ਦੁਆਰਾ ਕਾਮ ਕ੍ਰੋਧ ਆਦਿਕਾਂ ਵਿੱਚ ਫਸੇ ਹੋਏ ਨੇ। ਇਹ ਪੁਰਖਾ ਇਸ ਤਰੀਕੇ ਨਾਲ ਸਾਰਾ ਜਗਤ ਖਰਾਬ ਹੋ ਰਿਹਾ। ਕਹਿ ਕਬੀਰ ਰਾਜਾ ਰਾਮ ਨਾ ਛੋਡੋ, ਸਗਲ ਊਚ ਤੇ ਊਚਾ। ਕਬੀਰ ਜੀ ਕਹਿੰਦੇ ਇਸ ਲਈ ਭਾਈ ਰਾਜਾ ਜੋ ਪ੍ਰਕਾਸ਼ ਸਰੂਪ ਨਿਰੰਕਾਰ ਦਾ ਸਿਮਰਨ ਕਰਨਾ ਨਾ ਨਾਂ ਤਿਆਗੋ। ਜਦੋਂ ਪ੍ਰਭੂ ਜੋ ਵਾਹਿਗੁਰੂ ਸਾਰਿਆਂ ਤੋਂ ਉੱਚਾ ਨਾ, ਕਹਿੰਦੇ ਉਹਦੇ ਵਿੱਚ ਕਹਿੰਦੇ ਤੁਸੀਂ ਲੀਨ ਹੋ ਜਾਓ ਪਰਮਾਤਮਾ ਦੇ ਵਿੱਚ। ਸੋ ਜਿਵੇਂ ਅੱਜ ਰਾਜੇ ਦੀ ਰਾਣੀ ਇੰਦੂਮਤੀ ਨੇ ਪਤੀ ਦੇ ਵਿਛੋੜੇ ਸੁਣ ਕੇ ਪ੍ਰਾਣ ਤਿਆਗ ਦਿੱਤੇ ਸਨ, ਸੋ ਕਹਿੰਦੇ ਨੇ ਅਥਵਾ ਇਹ ਪਿਛਲੀ ਪੰਕਤੀ ਦਾ ਭਾਵ ਅਰਥ ਇਹ ਵੀ ਕਰਦੇ, ਜਿਸ ਸੂਰਮੇ ਨੇ ਆਪਣੇ ਹੱਥ 'ਚ ਖੰਡਾ ਫੜ ਲਿਆ, ਉਹ ਰਣ ਭੂਮੀ ਵਿੱਚ ਜਾ ਕੇ ਧਰਮ ਯੁੱਧ ਕਰਕੇ ਹੋਰਨਾਂ ਨੂੰ ਮਾਰਦਾ ਹੋਇਆ ਆਪ ਸ਼ਹੀਦੀ ਪਾ ਲਵੇ, ਉਹ ਮੁਕਤੀ ਪਾ ਸਕਦਾ। ਇਸੇ ਤਰ੍ਹਾਂ ਜਿਸ ਪੁਰਸ਼ ਨੇ ਇੱਕ ਵਾਰ ਮਨ ਰੂਪੀ ਹੱਥ ਵਿੱਚ ਵਿਰਾਗ ਰੂਪ ਨਾਰੀਅਲ ਫੜ ਲਿਆ ਜਾਂ ਭੇਖ ਰੂਪੀ ਨਾਰੀਅਲ ਫੜ ਲਿਆ, ਭੇਖ ਧਾਰ ਲਿਆ, ਉਹ ਆਪਣੀ ਜਵਾਨੀ ਨੂੰ ਸਾੜੇ, ਭਾਵ ਬਿਰਥੀ ਜਿਹੜੀ ਬਿਰਤੀ ਨੂੰ ਵਿਸ਼ੇ ਵਿਕਾਰਾਂ ਵੱਲੋਂ ਹਟਾਵੇ ਅਤੇ ਜੀਵਤ ਭਾਵ ਤੋਂ ਮਰੇ ਤਾਂ ਮੁਕਤੀ ਪਾ ਸਕਦਾ ਹੈ। ਅਤੇ ਜਿਹਨੇ ਮਨ ਰੂਪੀ ਹੱਥ ਵਿੱਚ ਗਿਆਨ ਰੂਪੀ ਖੰਡਾ ਫੜ ਲਿਆ, ਉਹ ਆਪ ਜੀਵਤ ਭਾਵ ਤੋਂ ਮਰੇ ਤੇ ਹੋਰਨਾਂ ਨੂੰ ਜੀਵਤ ਭਾਵ ਤੋਂ ਮਰਨ ਦਾ ਉਪਦੇਸ਼ ਦੇਵੇ, ਤਾਂ ਉਹ ਮੁਕਤੀ ਪ੍ਰਾਪਤ ਕਰ ਸਕਦਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।